हाँ जी, वाहिगुरू जी खालसा वाहिगुरू जी फतेह अमर जी। हाँ जी, आ रही तेरी आवाज़। हाँ जी, वैसे तो इंस्टाग्राम ਤੇ ਜਾਂ ਫੇਸਬੁੱਕ ਤੇ ਲਾਈਵ ਕਰਨਾ ਸੀ, ਪਰ ਉਹਨਾਂ ਨੇ ਅਕਾਊਂਟ ਰਿਸਟ੍ਰਿਕਟ ਕੀਤਾ ਹੋਇਆ ਮੇਰਾ, ਮੈਂ ਪਹਿਲਾਂ ਵੇਖਿਆ ਨਹੀਂ, ਤੇ ਇਸ ਕਰਕੇ ਆਪਾਂ ਕਲੱਬ ਹਾਊਸ ਦਾ ਰੂਮ ਹੀ ਹੋਸਟ ਕਰ ਰਹੇ ਹਾਂ। ਜਿਹੜਾ ਅੱਜ ਦਾ ਮੁੱਦਾ ਆਪਣਾ, ਇੱਕ ਤੇ ਕਾਫੀ ਸਮਾਂ ਹੋ ਗਿਆ ਸੰਗਤਾਂ ਦੇ ਨਾਲ ਕੋਈ ਵਿਚਾਰ ਹੋਈ ਨਹੀਂ। ਦੂਜਾ ਮੁੱਦਾ ਜਿਹੜਾ ਸੰਗਰੂਰ ਇਲੈਕਸ਼ਨ ਦਾ, ਤੇ ਇਹਨੂੰ ਸਿਰਫ ਇੱਕ ਮੈਂਬਰ ਪਾਰਲੀਮੈਂਟ ਦੀ ਸੀਟ ਵਜੋਂ ਵੇਖਣਾ ਜਾਂ ਇਹਨੂੰ ਪੰਥਕ ਰਾਜਨੀਤੀ ਦੇ ਪਰਸਪੈਕਟਿਵ 'ਚ ਕਿਵੇਂ ਦੇਖਣਾ, ਇਹ ਉਹਦਾ ਫਰਕ ਥੋੜ੍ਹੇ ਜਿਹਾ ਆਪਾਂ ਡਿਸਕਸ ਕਰਨਾ। ਸੋ ਸੰਗਤ ਜੁੜ ਰਹੀ ਆ ਤੇ ਮੈਂ ਇੰਸਟਾਗ੍ਰਾਮ ਦੇ ਉੱਤੇ ਸਟੋਰੀ ਜੀ ਪਾ ਦਿੱਤੀ ਹੈ, ਜਿਹੜਾ ਉੱਥੇ ਸੰਗਤ ਵੇਟ ਕਰ ਰਹੀ ਸੀ ਉਹ ਇੱਧਰ ਜੁਆਇਨ ਕਰ ਲੈਣਗੇ। ਕੁਛ ਚੀਜ਼ਾਂ ਜਿਹੜੀਆਂ ਨੇ ਉਹ ਸ਼ੁਰੂਆਤੀ ਦੌਰ 'ਚ ਆਪਾਂ ਇਹ ਕਰਨੀਆਂ ਵੀ ਇੱਕ ਦੋ ਰੀਸੈਂਟ ਜਿਹੜੇ ਬਿਆਨ ਆਏ ਆ, ਭਗਵੰਤ ਮਾਨ ਦਾ ਇੱਕ ਅੱਜ ਬਿਆਨ ਆਇਆ ਤਾਜ਼ਾ ਹੀ, ਉਸ ਬਿਆਨ 'ਚ ਉਹ ਕਹਿੰਦਾ ਵੀ ਸਿਮਰਨਜੀਤ ਸਿੰਘ ਮਾਨ ਤਲਵਾਰ ਚੁੱਕੀ ਫਿਰਦਾ, ਅਸੀਂ ਪਿਆਰ ਦੀ ਗੱਲ ਕਰਦੇ ਹਾਂ, ਤਲਵਾਰ ਦੀ ਗੱਲ ਕਰਦਾ। ਹੁਣ ਇਹਨਾਂ ਬਿਆਨਾਂ ਨੂੰ ਤੁਸੀਂ ਸਿਰਫ ਸਿਮਰਨਜੀਤ ਸਿੰਘ ਮਾਨ ਦੇ ਵਿਰੁੱਧ ਬਿਆਨ ਜੇ ਸਮਝਦੇ ਜੋ, ਫਿਰ ਸਾਨੂੰ ਥੋੜ੍ਹਾ ਜਿਹਾ ਆਪਣਾ ਜਿਹੜਾ ਵਾ ਘੇਰਾ ਵਾ ਆਪਣੀ ਸੋਚ ਦਾ ਉਹ ਵੱਡਾ ਕਰਨਾ ਪੈਣਾ, ਕਿਉਂਕਿ ਜਿਹੜਾ ਨਿਸ਼ਾਨਾ ਹੈ ਉਹ ਨਾ ਤੇ ਸਿਮਰਨਜੀਤ ਸਿੰਘ ਮਾਨ ਹੈ ਨਾ ਤਲਵਾਰ ਹੈ। ਨਿਸ਼ਾਨਾ ਸਿੱਖਾਂ ਦੀ ਕਿਰਪਾਨ ਇਸ ਕਰਕੇ ਆ ਵੀ ਕੋਈ ਵੀ ਕੌਮ ਜਦੋਂ ਗੁਲਾਮੀ ਦਾ ਜੀਵਨ ਕੱਟ ਰਹੀ ਹੋਵੇ ਤੇ ਉਹਨੂੰ ਉਹਦੇ ਕੁਝ ਸਿੰਬਲ ਹੁੰਦੇ ਜਿਹੜੇ ਉਹਨੂੰ ਇਹ ਆਜ਼ਾਦੀ ਵੱਲ ਤੋਰਦੇ ਨੇ ਜਾਂ ਉਹਨੂੰ ਇਹ ਜਤਾਉਂਦੇ ਨੇ ਵੀ ਤੁਸੀਂ ਆਪਣੀ ਹੋਣੀ ਦੇ ਆਪ ਮਾਲਕ ਬਣ ਸਕਦੇ ਜੋ। ਉਹ ਸਿੰਬਲ ਸਾਡੇ ਲਈ ਉਹ ਨਿਸ਼ਾਨ ਜਿਹੜਾ ਵਾ ਉਹ ਕਿਰਪਾਨ ਹੈ। ਹੁਣ ਬਾਰ-ਬਾਰ ਜਦੋਂ ਦੀਪ ਸਿੱਧੂ ਨੇ ਬਾਈ ਨੇ ਜਦੋਂ ਆਪਣਾ ਕਿਰਪਾਨ ਤੇ ਝਾੜੂ ਚੱਕਿਆ ਸੀ ਹੱਥ ਦੇ ਵਿੱਚ, ਉਦੋਂ ਬਹੁਤ ਲੋਕਾਂ ਨੇ ਇਸ ਗੱਲ ਦਾ ਜਿਹੜਾ ਸੀ ਰੌਲਾ ਪਾਇਆ ਸੀ ਕਈਆਂ ਨੇ ਵੀ ਭਾਈ ਇਹ ਦੇਖੋ ਝਾੜੂ ਤੇ ਕੋਈ ਸੁਮੇਲ ਨਹੀਂ ਬਣਦਾ ਇਸ ਗੱਲ ਦਾ। ਪਰ ਰਿਐਲਿਟੀ ਇਹ ਹੈ ਵੀ ਉਹ ਲਿਟਰਲੀ ਉਹਨੂੰ ਸ਼ਬਦੀ ਅਰਥਾਂ 'ਚ ਡਾਲਣਾ ਵੀ ਉਹ ਦੀਪ ਸਿੱਧੂ ਨੇ ਕਿਹਾ ਵੀ ਤੁਸੀਂ ਕਿਰਪਾਨ ਚੱਕ ਲਓ, ਏਦਾਂ ਨਹੀਂ ਹੁੰਦਾ। ਉਹ ਇਸ ਹੁੰਦਾ ਕੌਮ ਨੂੰ ਸੁਨੇਹਾ ਦੇਣਾ ਵੀ ਤੁਹਾਡੀ ਹੋਣੀ ਦੇ ਤੁਸੀਂ ਆਪ ਮਾਲਕ ਬਣੋ। ਹੁਣ ਸਿਮਰਨਜੀਤ ਸਿੰਘ ਮਾਨ ਦੀ ਕਿਰਪਾਨ ਦੇ ਉੱਤੇ ਜਿਹੜਾ ਵਾ ਸ਼ਬਦੀ ਹਮਲੇ ਕਰਨੇ, ਇਹ ਕਹਿਣਾ ਵੀ ਇਹ ਨਫ਼ਰਤ ਫੈਲਾਉਂਦੇ ਨੇ, ਤੇ ਕਹਿ ਵੀ ਉਹ ਬੰਦਾ ਰਿਹਾ ਜਿਹਦੇ ਅੱਗੇ ਪਿੱਛੇ 1000 ਬੰਦਾ AK-47 ਗੰਨਾਂ ਤੇ ਸਟੇਨ ਗੰਨਾਂ ਲੈ ਕੇ ਅੱਗੇ ਪਿੱਛੇ ਤੁਰ ਰਿਹਾ ਹੁੰਦਾ। ਹੁਣ ਤੁਸੀਂ ਦੱਸੋ ਵੀ ਇੱਕ ਬੰਦੇ ਦੇ ਹੱਥ 'ਚ ਤਲਵਾਰ ਹੋਵੇ, ਕਿਰਪਾਨ ਹੋਵੇ, ਤੇ ਦੂਜੇ ਦੇ ਹੱਥ 'ਚ AK-47 ਹੋਵੇ, ਕਿਹੜਾ ਬੰਦਾ ਵੱਧ ਖਤਰਨਾਕ ਹੈ? ਸੋ ਇਹਦਾ ਮਤਲਬ ਇਹ ਹੈ ਵੀ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਉਹ ਕਿਰਪਾਨ ਦੀ ਜਿਹੜੀ ਗੱਲ ਹੈ ਉਸ ਗੱਲ ਦੇ ਉੱਤੇ ਉਹ ਆਪ ਇੰਨਾ ਝੂਠਾ ਪੈ ਰਿਹਾ ਹੈ ਵੀ ਉਹਦੇ ਕੋਲ 1000 ਸਿਕਿਉਰਿਟੀ ਪਰਸਨਲ ਦੇ ਕਰੀਬ 800 ਦੇ ਕਰੀਬ, ਸ਼ਾਇਦ ਮੇਰੇ ਖਿਆਲ ਨਾਲ ਐਗਜ਼ੈਕਟਲੀ ਹੈਗਾ ਵਾ, 800 ਬੰਦਾ ਜਿਹੜਾ ਆਰਮਡ ਹਥਿਆਰਬੰਦ ਨਾਲ ਲੈ ਕੇ ਤੁਰਨ ਵਾਲਾ ਬੰਦਾ ਇਹ ਗੱਲ ਕਵੇ ਵੀ ਇੱਕ ਬੰਦਾ ਜਿਹਦੇ ਹੱਥ 'ਚ ਕਿਰਪਾਨ ਹੈ, ਜਿਹੜਾ ਬੁੱਢਾ ਹੈ, ਜਿਹੜਾ ਕਿਰਪਾਨ ਇਸ ਵੇਲੇ ਉਸ ਤਰੀਕੇ ਨਾਲ ਚਲਾ ਵੀ ਨਹੀਂ ਸਕਦਾ, ਉਹ ਬੰਦਾ ਜਿਹੜਾ ਵਾ ਨਫ਼ਰਤ ਫੈਲਾ ਰਿਹਾ ਸਮਾਜ ਦੇ ਵਿੱਚ, ਤੇ ਮੈਂ ਸਮਾਜ ਦੇ ਵਿੱਚ ਪਿਆਰ ਬਣ ਰਿਹਾ ਕਿਉਂਕਿ ਮੇਰੇ ਕੋਲ 1000-1200 ਬੰਦਾ ਮੇਰੇ ਆਲੇ ਦੁਆਲੇ ਤੁਰਿਆ ਫਿਰਦਾ ਜਿਹਦੇ ਹੱਥਾਂ 'ਚ ਹਥਿਆਰ ਨੇ। ਸੋ ਕਈ ਵਾਰ ਜਿਹੜੇ ਹਮਲੇ ਹੁੰਦੇ ਨੇ ਉਹ ਬੜੇ ਸੂਖਮ ਤੇ ਬੜੇ ਤੁਹਾਡੇ ਕੌਮ ਦੇ ਪ੍ਰਤੀ ਏਦਾਂ ਦੇ ਹੁੰਦੇ ਆ ਵੀ ਜਿਹੜੇ ਜਿਹਨਾਂ ਨੂੰ ਸਮਝਣ ਦੀ ਲੋੜ ਪੈਂਦੀ ਚਾਹੀਦੀ ਹੈ। ਅਸੀਂ ਉਹਨਾਂ ਨੂੰ ਲਿਟਰਲੀ ਵੀ ਲੈ ਜਾਂਦੇ ਹਾਂ। ਕਈ ਵਾਰ ਅਸੀਂ ਸੋਚਦੇ ਹਾਂ ਵੀ ਯਾਰ ਉਹਨੇ ਕਿਰਪਾਨ ਦੀ ਗੱਲ ਕਰਤੀ ਜਾਂ ਤਲਵਾਰ ਦੀ ਗੱਲ ਕਰਤੀ ਹੈ ਤੇ ਮਾਨ ਨੂੰ ਤਲਵਾਰ ਜਿਹੜੀ ਆ ਉਹ ਏਦਾਂ ਨਹੀਂ ਰੱਖਣੀ ਚਾਹੀਦੀ, ਓਦਾਂ ਰੱਖਣੀ ਚਾਹੀਦੀ। ਹੁਣ ਕਈ ਬੰਦੇ ਇਸ ਗੱਲ ਦਾ ਮੁੱਦਾ ਛੇੜ ਲੈਂਦੇ ਆ ਵੀ ਅੱਜ ਤੋਂ 20-25 ਸਾਲ ਪਹਿਲਾਂ ਮਾਨ ਸਾਹਿਬ ਨੂੰ ਪਾਰਲੀਮੈਂਟ ਜਾਣ 'ਚ ਉਹਨਾਂ ਨੇ ਮਨਾ ਕਰਤਾ ਸੀ, ਤਲਵਾਰ ਜਿਹੜੀ ਆ ਉਹ ਕਿਰਪਾਨ ਮੈਂ ਲੈ ਕੇ ਜਾਣੀ ਨਾਲ, ਨਹੀਂ ਤੇ ਮੈਂ ਲੈ ਕੇ ਨਹੀਂ ਜਾਣੀ, ਉੱਦਾਂ ਮੈਂ ਜਾਣਾ ਨਹੀਂ। ਹੁਣ ਉਹ ਵੀ ਇੱਕ ਜਿਹੜੀਆਂ ਕੌਮਾਂ ਆਜ਼ਾਦੀ ਦੇ ਸੰਘਰਸ਼ ਲੜਦੀਆਂ ਉਹਨਾਂ ਨੂੰ ਪਤਾ ਹੁੰਦਾ ਵੀ ਇਹਨਾਂ ਚੀਜ਼ਾਂ ਦੇ ਮਾਇਨੇ ਕੀ ਹੈ। ਫੋਰ ਐਗਜ਼ਾਮਪਲ ਕਿਰਪਾਨ ਸਾਡੇ ਲਈ ਇੱਕ ਚਿੰਨ੍ਹ ਵੀ ਹੈ, ਇੱਕ ਸ਼ਸਤਰ ਵੀ ਹੈ, ਗੁਰੂ ਸਾਹਿਬ ਦੀ ਬਖਸ਼ੀ ਹੋਈ ਨਿਸ਼ਾਨੀ ਵੀ ਹੈ। ਏਦਾਂ ਹੀ ਪੱਗ ਵੀ ਸਾਡੇ ਵਾਸਤੇ ਹੈ। ਹੁਣ ਜੇ ਮਾਨ ਨੂੰ ਉਦੋਂ ਕਿਹਾ ਜਾਂਦਾ ਵੀ ਤੂੰ ਬੜੀ ਪੱਗ ਲਾ ਕੇ ਪਾਰਲੀਮੈਂਟ 'ਚ ਆ, ਫਿਰ ਸਾਡੀ ਲੜਾਈ ਜਾਂ ਸਾਡਾ ਸੰਘਰਸ਼ ਲੜਨ ਦਾ ਮਤਲਬ ਕੀ ਰਹਿ ਜਾਂਦਾ ਜਦੋਂ ਅਸੀਂ ਏਡਾ ਵੱਡਾ ਸਮਝੌਤਾ ਕਰ ਲਈਏ ਜਿਹੜੀ ਚੀਜ਼ ਦੀ ਖਾਤਰ ਅਸੀਂ ਲੜ ਰਹੇ ਹਾਂ, ਜਿਹੜੀ ਆਜ਼ਾਦੀ ਦੀ ਖਾਤਰ ਲੜ ਰਹੇ ਹਾਂ, ਤੇ ਜਿੱਥੇ ਜਾ ਕੇ ਅਸੀਂ ਉਹ ਗੱਲ ਕਰਨੀ ਹੈ ਜਾਂ ਨੈਗੋਸ਼ੀਏਟ ਕਰਨੀ ਹੈ ਆਜ਼ਾਦੀ, ਉਸ ਟੇਬਲ ਤੇ ਬੈਠਣ ਲੱਗਿਆ ਸਾਨੂੰ ਕਹਿਣ ਵੀ ਤੁਸੀਂ ਆਪਣੀਆਂ ਪੱਗਾਂ ਲਾ ਕੇ ਬਾਹਰ ਰੱਖ ਕੇ ਆਓ ਜਾਂ ਆਪਣੀਆਂ ਕਿਰਪਾਨਾਂ ਬਾਹਰ ਰੱਖ ਕੇ ਆਓ, ਤੇ ਤੁਸੀਂ ਇਹ ਗੱਲ ਸਮਝ ਲਓ ਵੀ ਉਹ ਲੜਾਈ ਤੁਸੀਂ ਉਸ ਮੌਕੇ ਤੇ ਪੂਰੀ ਹਾਰ ਗਏ ਜੇ ਤੁਸੀਂ ਉਹਨਾਂ ਦੀ ਗੱਲ ਮੰਨ ਲੈਂਦੇ। ਸੋ ਇਹ ਫੈਸਲਾ ਨਾ ਕਿ ਮਾਨ ਦਾ, ਇਹ ਫੈਸਲਾ ਸਿਮਰਨਜੀਤ ਸਿੰਘ ਮਾਨ ਦਾ ਵੀ ਕਿਰਪਾਨ ਅਸੀਂ ਪਾਉਣ ਤੋਂ ਬਿਨਾਂ ਨਹੀਂ ਜਾਣਾ ਪਾਰਲੀਮੈਂਟ 'ਚ, ਇਹ ਇਕੱਲਾ ਮਤਲਬ ਕੌਮੀ ਨਿਸ਼ਾਨੀ ਦੇ ਹੱਕ 'ਚ ਖੜਨ ਵਾਲਾ ਨਹੀਂ, ਇਹ ਸਾਡੇ ਲਈ ਐਪਰੀਸ਼ੀਏਟ ਕਰਨ ਵਾਲਾ ਫੈਸਲਾ ਹੋਣਾ ਚਾਹੀਦਾ। ਸਾਨੂੰ ਉਹਦੀ ਐਪਰੀਸ਼ੀਏਸ਼ਨ ਐਗਜ਼ਾਮਪਲ ਦੇਣੀ ਚਾਹੀਦੀ ਹੈ ਜਦੋਂ ਕੌਮ ਦਾ ਕੋਈ ਸੰਘਰਸ਼ ਹੋਰ ਵੀ ਬੰਦਾ ਅੱਗੇ ਲੜਨਗੇ ਭਵਿੱਖ ਦੇ ਵਿੱਚ, ਨੌਜਵਾਨਾਂ ਵੀ ਸੰਘਰਸ਼ ਲੜਨਾ
ਉਹਨਾਂ ਨੂੰ ਵੀ ਇਹ ਗੱਲ ਭਵਿੱਖ 'ਚ ਸਮਝਣੀ ਚਾਹੀਦੀ ਹੈ ਵੀ ਜਦੋਂ ਕਿਤੇ ਐਸੇ ਮੌਕੇ ਆਉਂਦੇ ਆ, ਪਾਵਰ ਵੀ ਆਉਂਦੀ ਬੰਦਿਆਂ ਦੇ ਹੱਥ 'ਚ। ਹਮੇਸ਼ਾ ਸੰਘਰਸ਼ ਲੜਦੇ ਆ, ਬਹੁਤ ਕੁਝ ਹੁੰਦਾ ਹੈ, ਬੰਦਿਆਂ ਦੇ ਹੱਥ 'ਚ ਪਾਵਰ ਵੀ ਆਉਂਦੀ ਹੈ, ਬੰਦਿਆਂ ਨੂੰ ਟੇਬਲ ਤੇ ਬੈਠਣ ਦਾ ਮੌਕਾ ਵੀ ਮਿਲਦਾ ਹੈ। ਪਰ ਉਸ ਟੇਬਲ ਤੇ ਤੁਸੀਂ ਰਾਜਿਆਂ ਵਾਂਗੂ ਬਹਿਣਾ ਹੈ ਜਾਂ ਉਸ ਟੇਬਲ ਤੇ ਭਿਖਾਰੀਆਂ ਵਾਂਗੂ ਬਹਿਣਾ, ਇਹ ਦੋ ਚੀਜ਼ਾਂ ਤੁਹਾਡੀ ਕੌਮ ਦਾ ਭਵਿੱਖ ਤੈਅ ਕਰਦੀਆਂ ਨੇ। ਜੇ ਉਸ ਟੇਬਲ ਤੇ ਬੈਠਣ ਤੋਂ ਪਹਿਲਾਂ ਅਗਲੇ ਤੁਹਾਨੂੰ ਕਹਿਣ ਵੀ ਤੁਸੀਂ ਆਪਣੀ ਨਿਸ਼ਾਨੀਆਂ ਛੱਡ ਕੇ ਆਓ, ਤੇ ਮੈਨੂੰ ਲੱਗਦਾ ਵੀ ਏਡਾ ਸੰਘਰਸ਼ ਕਰਕੇ ਟੇਬਲ ਤੱਕ ਜਾਣ ਦੀ ਕੀ ਲੋੜ ਹੈ। ਹੁਣੇ ਆਪਾਂ ਨਿਸ਼ਾਨੀਆਂ ਛੱਡ ਦਿੰਦੇ ਹਾਂ, ਆਪਣੀਆਂ ਪੱਗ ਲਾ ਦੀਏ, ਕਿਰਪਾਨਾਂ ਰੱਖ ਦੀਏ ਘਰਾਂ ਦੇ ਵਿੱਚ, ਸਿੱਖ ਹੋਣ ਦੀਆਂ ਸਾਰੀਆਂ ਨਿਸ਼ਾਨੀਆਂ ਛੱਡ ਦੀਏ ਤੇ ਅਗਲੇ ਸਾਨੂੰ ਤੰਗ ਹੀ ਨਾ ਕਰਨ। ਸੋ ਇਹਦਾ ਮਤਲਬ ਇਹ ਹੈ ਵੀ ਜਿਹੜੀਆਂ ਚੀਜ਼ਾਂ ਲਈ ਅਸੀਂ ਸੰਘਰਸ਼ ਕਰ ਰਹੇ ਹਾਂ ਲੰਮਾ, ਕੌਮਾਂ ਦੀ ਪਛਾਣ ਇਹੋ ਹੀ ਹੁੰਦੀ ਹੈ ਨਾ। ਹਰ ਕੌਮ ਦੀ ਵੱਖਰੀ ਵੱਖਰੀ ਪਛਾਣ ਹੈ। ਕੋਈ ਕੌਮ ਕਿਸੇ ਖਾਤਰ ਲੜ ਸਕਦੀ ਹੈ, ਕੋਈ ਕੌਮ ਕਿਸੇ ਚੀਜ਼ ਖਾਤਰ ਲੜ ਸਕਦੀ ਹੈ। ਸਾਡੀ ਲੜਾਈ ਤੇ ਸਾਡੀਆਂ ਧਾਰਮਿਕ ਨਿਸ਼ਾਨੀਆਂ, ਧਾਰਮਿਕ ਆਜ਼ਾਦੀ, ਸਾਡੀ ਪੰਥਕ ਆਜ਼ਾਦੀ ਜਿਹੜੀ ਹੈ, ਸਾਡੇ ਪੰਜਾਬ ਦੇ ਜਿਹੜੇ ਰਿਸੋਰਸਿਸ ਨੂੰ ਬਚਾਉਣ ਦੀ ਸਾਡੀ ਲੜਾਈ ਹੈ ਸਾਰੀ ਆਜ਼ਾਦੀ ਦੀ। ਹੁਣ ਜੇ ਉਹਨੂੰ ਸਿੰਬਲਾਈਜ਼ ਕਰਨ ਵਾਲੀਆਂ ਚੀਜ਼ਾਂ ਨੂੰ ਅਸੀਂ ਟੇਬਲ ਤੇ ਬੈਠਣ ਲੱਗੇ ਹਾਂ ਜਿਹੜਾ ਵਾ ਪਿੱਛੇ ਕਰ ਦੇਣਾ, ਤੇ ਮੈਨੂੰ ਲੱਗਦਾ ਨਹੀਂ ਵੀ ਅਸੀਂ ਟੇਬਲ ਤੇ ਬੈਠਣ ਦੇ ਕਾਬਿਲ ਹਾਂ। ਉਹ ਸਾਡੀ ਇੱਕ ਸਟ੍ਰੈਟੇਜਿਕਲ ਜਿਹੜੀ ਹਾਰ ਹੁੰਦੀ ਹੈ ਮੌਕੇ ਦੇ ਉੱਤੇ, ਜਿਹਨੂੰ ਦੁਸ਼ਮਣ ਬਹੁਤ ਚੰਗੇ ਤਰੀਕੇ ਨਾਲ ਜਾਣਦਾ ਹੈ ਵੀ ਉਹ ਤੁਹਾਡੇ ਖਿਲਾਫ ਤੁਹਾਡੇ ਹੀ ਲੋਕਾਂ ਨੂੰ ਖੜਾ ਕਰ ਦਿੰਦਾ, ਜਿੱਥੇ ਉਹ ਵੀ ਉੱਥੇ ਜਿੱਥੇ ਤੁਸੀਂ ਠੀਕ ਹੁੰਦੇ ਰਹੋ। ਜੀਵਨ 'ਚ ਹੋਰ ਬਹੁਤ ਗਲਤੀਆਂ ਹੋ ਸਕਦੀਆਂ ਬੰਦਿਆਂ ਕੋਲੋਂ, ਪਰ ਇਹੋ ਜਿਹੀ ਬੇਵਕੂਫੀ ਜਿਹੜੀ ਆਪਣੇ ਬੰਦੇ ਕਰ ਰਹੇ ਨੇ, ਉਹ ਸਿਰਫ ਇਸ ਆਧਾਰ ਦੇ ਉੱਤੇ ਕਰੀ ਜਾ ਰਹੇ ਨੇ ਵੀ ਦੇਖੋ ਜੀ ਸਿਮਰਜੀਤ ਸਿੰਘ ਮਾਨ ਜਿਹੜਾ ਹੈ, ਇਹ ਜੇ ਉਦੋਂ ਚੱਲ ਜਾਂਦਾ ਉਦੋਂ ਪਤਾ ਨਹੀਂ ਕੀ ਹੋ ਜਾਣਾ। ਹੋਣਾ ਕੁਛ ਨਹੀਂ ਗਾ, ਹੁਣ ਵੀ ਪਾਰਲੀਮੈਂਟ ਜਾ ਕੇ ਕੁਛ ਨਹੀਂ ਹੋਣਾ। ਇਹ ਮੈਟਰ ਨਹੀਂ ਕਰਦਾ ਵੀ ਉੱਥੇ ਕੀ ਹੋਣਾ। ਇਹ ਗਲੀਆਂ ਨਾਲੀਆਂ ਦੀ ਰਾਜਨੀਤੀ ਨਹੀਂ ਹੈਗੀ। ਇਹ ਰਾਜਨੀਤੀ ਇਹ ਨਹੀਂ ਹੈਗੀ ਵੀ ਤੁਹਾਡੀ ਗਲੀ ਪੱਕੀ ਹੋ ਜਾਊਗੀ, ਤੁਹਾਡਾ ਬੱਸ ਸਟੈਂਡ ਬਣ ਜਾਊਗਾ, ਤੁਹਾਡਾ ਹੋ ਜਾਊਗਾ। ਇਸ ਤੋਂ ਉੱਪਰ ਉੱਠਣ ਦਾ ਵੇਲਾ ਹੁੰਦਾ ਹੈ। ਉਹ ਕੀ ਹੈ, ਤੁਸੀਂ ਰਾਜਨੀਤੀ ਲੜ ਰਹੇ ਜੋ ਆਪਣੀ ਹੋਂਦ ਨੂੰ ਬਚਾਉਣ ਦੀ, ਤੁਸੀਂ ਰਾਜਨੀਤੀ ਆਪਣੀ ਆਜ਼ਾਦੀ ਦੀ ਲੜ ਰਹੇ ਜੋ, ਕਰ ਰਹੇ ਜੋ। ਤੇ ਤੁਸੀਂ ਇਹ ਗੱਲ ਸੋਚ, ਇਹ ਜਿਹੜੇ ਸਿੱਖਾਂ ਨੇ ਦੋਹਰੀ ਕੀਮਤ ਅਦਾ ਕੀਤੀ ਹੈ। ਸਿੱਖਾਂ ਨੇ ਗਲੀਆਂ ਨਾਲੀਆਂ ਪੱਕੀਆਂ ਕਰਾਉਣ ਦੇ ਚੱਕਰ 'ਚ ਭਈਏ ਆਪਣੇ ਸਿਰ ਤੇ ਬਿਠਾ ਲਏ, ਜਿਹੜੇ ਬਾਣੀਏ ਸੀ ਆਪਣੇ ਸਿਰ ਤੇ ਬਿਠਾ ਲਏ, ਤੇ ਉਹ ਵੀ ਪੱਕੀਆਂ ਨਹੀਂ ਹੋਈਆਂ। ਉਹਨਾਂ ਨੇ ਮਤਲਬ ਸਿਰ ਕੁਛੜ ਚੱਕ ਕੇ ਤੇ ਦਾੜੀ ਵੀ ਪੁੱਟੀ ਦੇ ਸਿਰ ਤੇ ਸਿਰ 'ਚ ਛਿੱਤਰ ਵੀ ਮਾਰੇ। ਮਤਲਬ 100 ਗੰਢੇ ਵੀ ਖਾਧੇ ਤੇ 100 ਛਿੱਤਰ ਵੀ ਖਾਧੇ। ਸਾਡੀ ਹਾਲਤ ਉਹ ਹੋਈ ਹੈ। ਹੁਣ ਮੁੜ ਕੇ ਸਾਨੂੰ ਇਹ ਐਕਸਪੈਰੀਮੈਂਟ ਹੀ ਨਹੀਂ ਕਰਨਾ ਚਾਹੀਦਾ। ਜਿਹੜਾ ਬੰਦਾ ਕਹਿੰਦਾ ਨਾ ਵੀ ਮੈਂ ਤੁਹਾਡੀ ਗਲੀਆਂ ਕਰ ਦੂੰ, ਪੱਕੀਆਂ ਨਾਲੀਆਂ ਕਰ ਦੂੰ, ਉਹਨੂੰ ਕਹੋ ਵੀ ਨਹੀਂ, ਸਾਨੂੰ ਲੋੜ ਨਹੀਂ। ਸਾਨੂੰ ਇੱਕ ਚੀਜ਼ ਦੀ ਲੋੜ ਹੈ ਵੀ ਸਾਡਾ ਜਿਹੜਾ ਸਵੈਮਾਨ ਹੈ, ਸਾਡੀ ਜਿਹੜੀ ਇੱਜ਼ਤ ਹੈ, ਅਣਖ ਹੈ, ਗੈਰਤ ਹੈ, ਉਹਦੀ ਗੱਲ ਕਰਨੀ ਹੈ ਤੇ ਕਰ। ਖਾਲਸਾ ਸਿੱਖਾਂ ਨੇ ਉਸ ਮੌਕੇ ਦੇ ਉੱਤੇ ਜਿਹੜਾ ਭੁੱਖ ਨੰਗ ਕੱਟੀ, ਜਦੋਂ ਸਿੱਖ ਜੰਗਲ ਜਾਣ ਨੂੰ ਮਜਬੂਰ ਹੋ ਗਏ, ਤਨ ਤੇ ਲੀੜਾ ਨਹੀਂ ਸੀ ਹੁੰਦਾ, ਉਹ ਕਿਉਂ ਕੱਟੀ? ਨਹੀਂ ਤੇ ਮੁਗਲਾਂ ਨਾਲ ਸਮਝੌਤਾ ਕਰਕੇ ਵੀ ਤਾਂ ਕੋਈ ਚੰਗਾ ਰਾਹ ਨਿਕਲ ਹੀ ਸਕਦਾ। ਉਹ ਇਸ ਕਰਕੇ ਕੱਟੀ ਵੀ ਇਹ ਚੀਜ਼ਾਂ ਕੱਟ ਲੈਂਦੀਆਂ ਨੇ ਕੌਮਾਂ, ਭੁੱਖ ਵੀ ਕੱਟ ਲੈਂਦੀਆਂ ਨੇ, ਗਰੀਬੀ ਵੀ, ਤੰਗਹਾਲੀ ਵੀ, ਬਹੁਤ ਕੁਛ। ਜੇ ਕੌਮਾਂ ਕੁਛ ਨਹੀਂ ਕੱਟ ਸਕਦੀਆਂ ਤੇ ਉਹ ਜਲਾਲਤ ਤੇ ਬਗੈਰਤੀ ਤੇ ਜਿਹੜਾ ਮਤਲਬ ਬੇਇੱਜ਼ਤੀ ਹੈ ਨਾ, ਉਹ ਕੌਮਾਂ ਨੂੰ ਬਰਦਾਸ਼ਤ ਨਹੀਂ ਹੁੰਦੀ। ਉਹ ਕੱਲੀ ਇੱਕ ਮੌਕੇ ਦੀ ਗੱਲ ਨਹੀਂ ਹੁੰਦੀ। ਜਦੋਂ ਕੌਮਾਂ ਜਿਹੜੀ ਜਲਾਲਤ ਤੇ ਬੇਇੱਜ਼ਤੀ ਕੌਮਾਂ ਦੀ ਹੁੰਦੀ ਹੈ, ਕਿਤੇ ਉਹਨਾਂ ਦੀ ਨਸਲਕੁਸ਼ੀ ਹੁੰਦੀ ਹੈ ਜਾਂ ਉਹਨਾਂ ਨੂੰ ਜਿਹੜਾ ਵਾ ਉਹਨਾਂ ਦੀ ਇੱਜ਼ਤ ਨੂੰ ਵੰਗਾਰਿਆ ਜਾਂਦਾ, ਉਹ ਫਿਰ ਪੀੜ੍ਹੀਆਂ ਤੱਕ ਤੁਹਾਡੇ ਲਈ ਇੱਕ ਟਰਾਮਾ ਬਣ ਜਾਂਦੀ ਹੈ। ਸੋ ਅਸੀਂ ਇਹ ਕੋਸ਼ਿਸ਼ ਕਰਨੀ ਹੈ ਵੀ ਜਿਹੜੀ ਪੀੜ ਸਾਡੀ ਹੈਗੀ ਹੈ, ਉਹਨੂੰ ਟਰਾਮਾ ਜਿਹੜੀ ਬਣੀ ਹੋਈ ਹੈ, ਉਹਨੂੰ ਦੂਰ ਕਰਨ ਦਾ ਕੀ ਤਰੀਕਾ ਵੀ ਤੁਸੀਂ ਇਨਫਰਾਸਟਰਕਚਰ ਬਿਲਡ ਕਰ ਦਿਓ। ਇਹ ਕਿੱਦਾਂ ਦੀ ਨੌਨਸੈਂਸ ਗੱਲ ਹੈ ਵੀ ਕੋਈ ਕਵੇ ਵੀ ਮੈਂ ਬਹੁਤ ਵੱਡਾ ਸਕੂਲ ਤੁਹਾਨੂੰ ਬਣਾ ਦੇਗਾ। ਸਵਾਲ ਇਹ ਆ ਵੀ ਉਹ ਸਕੂਲ 'ਚ ਸਾਡੇ ਬੱਚੇ ਨੂੰ ਪੜ੍ਹਾਇਆ ਕੀ ਜਾਊਗਾ? ਬਹੁਤ ਵੱਡਾ ਸਕੂਲ ਇਨਫਰਾਸਟਰਕਚਰ ਦੇ ਰੂਪ ਦੇ ਵਿੱਚ ਅਸੀਂ ਕੀ ਕਰਨਾ? ਸਿਰ 'ਚ ਮਾਰਨਾ। ਜੇ ਸਾਡੇ ਬੱਚੇ ਰੜੇ ਮੈਦਾਨ ਵੀ ਪੜ੍ਹਨਗੇ ਤੇ ਪੜ੍ਹਨਗੇ ਇਹ ਵੀ ਪੰਜਾਬ ਗੁਲਾਮ ਹੈ ਤੇ ਪੰਜਾਬ ਦਾ ਹੱਲ ਆਜ਼ਾਦੀ 'ਚ ਪਿਆ ਹੈ, ਫਿਰ ਤੇ ਠੀਕ ਹੈ। ਤੇ ਜੇ ਬਹੁਤ ਵੱਡੀ ਆਲੀਸ਼ਾਨ ਮਹਿਲ ਦੇ ਵਿੱਚ ਵੀ ਬੱਚੇ ਪੜ੍ਹਨ ਜਾ ਰਹੇ ਤੇ ਪੜ੍ਹ ਹੀ ਰਹੇ ਆ ਵੀ ਪੰਜਾਬ ਨੂੰ ਕੋਈ ਤੰਗੀ ਨਹੀਂ, ਤੇ ਜਿਹੜੇ ਪੰਜਾਬ ਦੀ ਆਜ਼ਾਦੀ ਦੀ ਗੱਲ ਕਰਦੇ ਨੇ ਉਹ ਮੂਰਖ ਨੇ, ਉਹ ਮੰਦਬੁੱਧੀ ਨੇ, ਉਹ ਗਰਮ ਖਿਆਲੀ ਨੇ, ਉਹ ਅੱਤਵਾਦੀ ਨੇ। ਤੇ ਫਿਰ ਮੈਨੂੰ ਲੱਗਦਾ ਵੀ ਵੱਡੇ ਮਹਿਲ 'ਚ ਵੀ ਬੱਚਾ ਪੜ੍ਹਾ ਕੇ ਜਾਂ ਬਹੁਤ ਵਧੀਆ ਬਿਲਡਿੰਗ 'ਚ ਬੱਚਾ ਪੜ੍ਹਾ ਕੇ ਤੁਸੀਂ ਆਪਣਾ ਹੀ ਗਲ ਘੁੱਟ ਰਹੇ ਜੋ। ਇਹ ਗੱਲ ਹਰ ਚੀਜ਼ ਤੇ ਲਾਗੂ ਹੁੰਦੀ ਹੈ। ਮਤਲਬ ਤੁਸੀਂ ਲਿਟਰਲੀ ਸੋਚੋ ਵੀ ਇਨਫਰਾਸਟਰਕਚਰ ਦੇ ਉੱਤੇ ਜ਼ੋਰ ਦਿੱਤਾ ਜਾਂਦਾ ਹਮੇਸ਼ਾ ਵੀ ਤੁਹਾਡੀ ਗਲੀ ਪੱਕੀ ਕਰ ਦਿਆਂਗੇ, ਤੁਹਾਡੀਆਂ ਸੜਕਾਂ ਬਣਾ ਦਿਆਂਗੇ। ਜੇ ਉਹਨਾਂ ਸੜਕਾਂ ਤੇ ਅੱਜ ਵੀ ਉਹ ਮਾਵਾਂ ਤੁਰੀਆਂ ਫਿਰਦੀਆਂ ਜਿਨ੍ਹਾਂ ਦੇ ਧੀਆਂ ਪੁੱਤ ਘਰ ਨਹੀਂ ਮੁੜੇ, ਜਿਨ੍ਹਾਂ ਦੀਆਂ ਧੀਆਂ ਦੀ ਬੇਪਤੀ ਹੋਈ ਆ, ਤੇ ਅੱਜ ਫਿਰ ਉਹਨਾਂ ਸੜਕਾਂ ਪੱਕੀਆਂ ਦਾ ਕੀ ਫਾਇਦਾ ਹੈ? ਘੱਟੋ ਘੱਟ ਕੱਚੀ ਸੜਕ ਹੋਵੇ, ਕੱਚੀ ਸੜਕ ਦੇ ਉੱਤੇ ਕੋਈ ਦੁਖੀ ਤਾਂ ਨਾ ਤੁਰਿਆ ਫਿਰੇ। ਸੋ ਕਿਹੜੀ ਚੀਜ਼ ਜ਼ਿਆਦਾ ਇੰਪੋਰਟੈਂਟ ਹੈ ਤੁਹਾਡੇ ਵਾਸਤੇ? ਇੱਕ ਕੌਮ ਜਿਹਦਾ ਜੈਨੋਸਾਈਡ ਹੋਇਆ, ਜਿਹਦੇ ਲੱਖਾਂ ਨੌਜਵਾਨ ਕੋਹ ਕੇ ਮਾਰ ਦਿੱਤੇ ਗਏ, ਜਿਹਨਾਂ ਦੀ ਧੀਆਂ ਭੈਣਾਂ ਦੀ ਬੇਪਤੀ ਜਿਹੜੀ ਆ ਉਹ ਥਾਣਿਆਂ 'ਚ ਕੀਤੀ ਗਈ। ਉਹ ਥਾਣੇ ਜਿਹੜੇ ਪ੍ਰਟੈਂਡ ਕਰਦੇ ਆ ਵੀ ਅਸੀਂ ਕਾਨੂੰਨ ਦੇ ਰਾਖੇ ਹਾਂ, ਅਸੀਂ ਕਾਨੂੰਨ ਨੂੰ ਦੀ ਸ਼ਾਂਤੀ ਨੂੰ ਮੇਨਟੇਨ ਕਰਨ ਵਾਸਤੇ ਇੱਥੇ ਬੈਠੇ ਹਾਂ, ਉਹਨਾਂ ਥਾਣਿਆਂ ਦੇ ਵਿੱਚ ਜਿੱਥੇ ਲੋਕਾਂ ਨੂੰ ਜਸਟਿਸ ਦਾ ਰਾਹ ਲੱਭਣਾ,
ਜਿਨ੍ਹਾਂ ਨੂੰ ਪ੍ਰੋਟੈਕਟ ਕਰਨਾ ਲੋਕਾਂ ਨੂੰ, ਉਹਨਾਂ ਦੇ ਵਿੱਚ ਸਿੱਖਾਂ ਦੀਆਂ ਧੀਆਂ ਭੈਣਾਂ ਦੀ ਬੇਪਤੀ ਹੁੰਦੀ ਹੈ। ਤੇ ਸਾਡੀ ਕੌਮ ਇੰਨਾ ਕੁਛ ਕਰਾ ਕੇ ਤੇ ਬਾਅਦ ਚ ਇਹ ਕਹਿੰਦੀ ਵੀ ਸਾਨੂੰ ਗਲੀਆਂ ਨਾਲੀਆਂ ਦੀ ਰਾਜਨੀਤੀ ਕਰਨੀ ਚਾਹੀਦੀ। ਇਹਦਾ ਸਿਖਰ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਦਿਆਂ ਵੇਖਿਆ। ਜਿਹੜੀ ਇਹ ਆਈਡੀਓਲੋਜੀ ਸੀ ਨਾ, ਸੈਕੂਲਰਿਜ਼ਮ ਦਾ ਸਿਖਰ ਹੈ ਜਿਹੜਾ ਇਹ ਆ ਵੀ ਆਪਣੀ ਹੋਣੀ ਤੋਂ ਭਗੌੜੇ ਹੋਣ ਦੀ ਇੰਤਹਾ ਸੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਆਈ। ਤੇ ਉਹ ਆਈ ਵੀ ਮਤਲਬ ਕਿਸੇ ਭੁਲੇਖੇ ਚੋਂ ਨਹੀਂ ਆਈ। ਉਹ ਜਿਵੇਂ ਕੋਈ ਬੰਦਾ ਜ਼ਿੰਮੇਵਾਰੀਆਂ ਤੋਂ ਭੱਜਣਾ ਸ਼ੁਰੂ ਕਰ ਦੇਵੇ। ਇਹ ਪੰਜਾਬ, ਇਹ ਸਾਡੀ ਕੌਮ ਦੀ ਇੱਕ ਅਮਲੀ ਮਾਨਸਿਕਤਾ, ਅਮਲੀਆਂ ਤੋਂ ਭਾਵ ਹੁੰਦਾ ਜਿਹੜੇ ਨਸ਼ੇੜੀ ਹੁੰਦੇ, ਨਸ਼ੇੜੀ ਮਾਨਸਿਕਤਾ ਦਾ ਨਤੀਜਾ ਸੀ ਵੀ ਅਸੀਂ ਹਰ ਚੀਜ਼ ਨੂੰ, ਹਰ ਪੱਖ ਨੂੰ, ਹਰ ਸੱਚ ਨੂੰ ਇਗਨੋਰ ਕਰਕੇ ਇਹੋ ਜਿਹੀ ਧਿਰ ਨੂੰ ਪੰਜਾਬ ਦੇ ਉੱਤੇ ਕਾਬਜ਼ ਕਰਾ ਦਿੱਤਾ ਜਿਹਨੇ ਪੰਜਾਬ ਦੀਆਂ ਜੜ੍ਹਾਂ ਸਾਡੇ ਸਾਹਮਣੇ ਬਹਿ ਕੇ ਵੱਢੀਆਂ ਤੇ ਵੱਢ ਰਹੀ ਹੈ ਤੇ ਵੱਢੇਗੀ ਅੱਗੇ ਭਵਿੱਖ ਦੇ ਵਿੱਚ। ਪਰ ਇਹ ਹੋਣਾ ਵੀ ਸੀ, ਇਹ ਤੋਂ ਬਿਨਾਂ ਮੁੜਿਆ ਵੀ ਨਹੀਂ ਜਾਂਦਾ, ਕਿਉਂਕਿ ਤੁਸੀਂ ਬਗੈਰਤੀ ਦੀ ਵੀ ਇੰਤਹਾ ਟੱਪਦੇ ਜੋ ਹਮੇਸ਼ਾ। ਜਿਹੜਾ ਇਹ ਸਾਈਕਲ ਹੁੰਦਾ ਨਾ, ਜਿਹੜਾ ਜਦੋਂ ਤੁਸੀਂ ਗੈਰਤ ਵੱਲ ਨੂੰ, ਅਣਖੀ ਹੋਣ ਵੱਲ ਨੂੰ ਵੱਧਦੇ ਜੋ, ਉਦੋਂ ਵੀ ਤੁਸੀਂ ਇੰਤਹਾ ਟੱਪ ਜਾਂਦੇ ਜੋ। ਜਿਵੇਂ ਸੰਤਾਂ ਦੇ ਸਮੇਂ ਸਿੱਖਾਂ ਦੇ ਕੋਲ ਇੱਕ ਐਸੀ ਲੀਡਰਸ਼ਿਪ ਆਈ, ਉਸ ਤੋਂ ਬਾਅਦ ਖਾੜਕੂਆਂ ਦੇ ਰੂਪ 'ਚ ਇੱਕ ਐਸੀ ਲੀਡਰਸ਼ਿਪ ਆਈ ਜਿਨ੍ਹਾਂ ਨੇ ਅਣਖ ਤੇ ਗੈਰਤ ਦੇ ਇੱਕ ਨਵੇਂ ਪੈਰਾਮੀਟਰ ਸੈੱਟ ਕੀਤੇ। ਉਸ ਤੋਂ ਬਾਅਦ ਇਹ ਨੈਚੁਰਲ ਫਨੋਮਨਾ ਸੀ ਵੀ ਇਹਨਾਂ ਨਿਵਾਣ ਵੱਲ ਨੂੰ ਸਾਡੇ ਲੋਕਾਂ ਨੇ ਜਾਣਾ ਸੀ। ਅਸੀਂ ਨਿਵਾਣ ਵੱਲ ਨੂੰ ਗਏ ਤੇ ਅਸੀਂ ਬਗੈਰਤੀ ਦੇ ਨਵੇਂ ਪੈਰਾਮੀਟਰ ਸੈੱਟ ਕਰ ਦਿੱਤੇ ਵੀ ਬਗੈਰਤੀ ਕੀ ਹੁੰਦੀ ਹੈ। ਜਿਹੜੇ ਬੰਦਿਆਂ ਨੇ ਸ਼ਰੇਆਮ ਸਾਡੇ ਸਾਹਮਣੇ ਖੜ ਕੇ ਤੇ ਸਾਡੇ ਬੰਦੀ ਸਿੰਘਾਂ ਨੂੰ, ਪ੍ਰੋਫੈਸਰ ਭੁੱਲਰ ਨੂੰ ਰਿਹਾਅ ਕਰਨ ਤੋਂ ਰੋਕਤਾ ਹੋਵੇ ਤੇ ਪਰਵਾਹ ਨਾ ਕੀਤੀ ਹੋਵੇ ਵੀ ਅਸੀਂ ਕੀ ਕਹਿੰਦੇ ਹਾਂ, ਅਸੀਂ ਉਹਨਾਂ ਨੂੰ ਵੋਟਾਂ ਪਾਤੀਆਂ। ਮੈਂ ਵੋਟ ਤੰਤਰ 'ਚ ਜਾਂ ਜਿਹੜਾ ਆਪਣਾ ਪਾਰਲੀਮੈਂਟ ਆ, ਜਿਹੜੇ ਇਹ ਸਿਸਟਮ ਆ ਹਿੰਦੁਸਤਾਨ ਦੇ ਖੜੇ ਕੀਤੇ, ਉਹਦੇ 'ਚ ਕੋਈ ਬਹੁਤਾ ਯਕੀਨ ਨਹੀਂ ਰੱਖਦਾ। ਪਰ ਪ੍ਰੋਬਲਮ ਇਹ ਹੈ, ਇਹਨਾਂ ਨੂੰ ਅਬੈਂਡਨ ਛੱਡ ਦੇਣਾ, ਖਾਲੀ ਛੱਡ ਦੇਣਾ ਕੋਈ ਸੋਲਿਊਸ਼ਨ ਨਹੀਂ ਹੁੰਦਾ। ਸੋ ਬੇਸ਼ੱਕ ਤੁਸੀਂ ਯਕੀਨ ਕਰਦੇ ਹੋ ਨਾ ਕਰਦੇ ਹੋ, ਪਿੱਛੇ ਜੇ ਕੁਛ ਤਰ੍ਹਾਂ ਦੇ ਜਦੋਂ ਅਮਰਗੜ੍ਹ ਦੀ ਇਲੈਕਸ਼ਨ ਸੀ ਤੇ ਚੱਕ ਕੇ ਇਲੈਕਸ਼ਨ ਦਾ ਬਾਈਕਾਟ ਕਰ ਦਿੱਤਾ। ਕਹਿੰਦੇ ਵੀ ਅਸੀਂ ਤੇ ਦੇਖੋ ਜੀ ਆਜ਼ਾਦੀ ਦੀ ਗੱਲ ਕਰਨ ਵਾਲੇ ਹਾਂ, ਅਸੀਂ ਹਿੰਦੁਸਤਾਨ ਦੇ ਤੰਤਰ 'ਚ ਵੋਟਾਂ ਵਾਲੀ ਗੱਲ ਕਿਉਂ ਕਰੀਏ। ਗੱਲ ਉਹਨਾਂ ਦੀ ਠੀਕ ਹੈ, ਇੱਕ ਸੁਣਨ ਨੂੰ ਵਧੀਆ ਲੱਗਦੀ ਹੈ ਵੀ ਜਦੋਂ ਅਸੀਂ ਸਿਸਟਮ ਰਿਜੈਕਟ ਕਰ ਚੁੱਕੇ ਹਾਂ ਫਿਰ ਸਿਸਟਮ ਦਾ ਪਾਰਟ ਕਿਉਂ ਬਣੀ। ਇਹ ਗੱਲ ਆਪਾਂ ਨੂੰ ਫਿਰ ਹਰ ਗੱਲ ਤੇ ਲਾਗੂ ਕਰ ਲੈਣੀ ਚਾਹੀਦੀ ਹੈ। ਸਾਡਾ ਕੋਈ ਬੰਦਾ ਚੱਕਿਆ ਜਾਵੇ, ਸਾਨੂੰ ਪਤਾ ਉਹ ਨਜਾਇਜ਼ ਹੈ, ਸਾਨੂੰ ਪਤਾ ਵੀ ਜਿਹੜਾ ਉਹ ਬੰਦਾ ਨਿਰਦੋਸ਼ ਹੈ, ਸਾਨੂੰ ਉਹਨਾਂ ਦੀਆਂ ਬਣਾਈਆਂ ਅਦਾਲਤਾਂ 'ਚ ਜਾ ਕੇ ਵਕੀਲ ਕਰਕੇ ਉਹ ਬੰਦਾ ਲਿਆਉਣਾ ਪੈਂਦਾ, ਕਿਉਂਕਿ ਸਾਨੂੰ ਇਸ ਗੱਲ ਦਾ ਪਤਾ ਵੀ ਇੱਥੇ ਜਿਹੜੀ ਹੈ ਨਾ, ਇਹ ਸਾਬਿਤ ਕਰਨਾ ਵੀ ਅਸੀਂ ਸਿਸਟਮ 'ਚ ਬਲੀਵ ਨਹੀਂ ਕਰਦੇ, ਮੈਟਰ ਨਹੀਂ ਕਰਦਾ। ਮੈਟਰ ਕਰਦਾ ਸਾਡਾ ਬੰਦਾ ਬਾਹਰ ਲਿਆਓ, ਕਿਉਂਕਿ ਉਹਨਾਂ ਬੰਦਿਆਂ ਨੇ ਸੰਘਰਸ਼ ਲੜਨਾ। ਸੋ ਜਿਹੜੀ ਗਰੀਲਾ ਵਾਰਫੇਅਰ ਹੈਗੀ ਹੈ ਸਾਰੀ, ਇਹਦਾ ਕੰਸੈਪਟ ਹੀ ਹੈ ਵੀ ਤੁਸੀਂ ਹਕੂਮਤ ਦੇ ਵੀ ਸਾਰੇ ਰਿਸੋਰਸਿਸ ਯੂਜ਼ ਕਰਨੇ ਆਪਣੇ ਫਾਇਦੇ ਵਾਸਤੇ। ਸੋ ਜੇ ਤੁਹਾਨੂੰ ਕਿਤੇ ਪਾਰਲੀਮੈਂਟ ਹਾਊਸ 'ਚ ਕੋਈ ਫਾਇਦਾ ਦਿਖਦਾ, ਜੇ ਤੁਹਾਨੂੰ ਕਿਤੇ ਮਤਲਬ ਕੋਈ MLA ਬਣ ਕੇ ਕਿਸੇ ਨੂੰ ਲੱਗਦਾ ਵੀ ਕੁਛ ਸਾਡਾ ਹੋ ਸਕਦਾ, ਪਰ ਉਹਦੇ ਲਈ ਜ਼ਰੂਰੀ ਹੈ ਵੀ ਤੁਸੀਂ ਜਿਹੜਾ ਪੈਰਾਮੀਟਰ ਉਹ ਸੈੱਟ ਕੀਤਾ ਹੋਇਆ ਉਹ ਇਹੋ ਹੀ ਰੱਖਣਾ ਹੈ ਵੀ ਅਸੀਂ ਜਿਹੜਾ ਵਾ ਗੱਲ ਆਜ਼ਾਦੀ ਦੀ ਕਰਨੀ ਹੈ। ਆਜ਼ਾਦੀ ਦੀ ਗੱਲ ਹਰ ਪਲੇਟਫਾਰਮ ਤੇ ਹੋ ਸਕਦੀ ਹੈ। ਸਾਨੂੰ ਜਿਹੜਾ ਨਾ ਅੱਜ ਬਿਆਨ ਆ ਰਿਹਾ ਸੀ ਤਰ੍ਹਾਂ ਦੇ ਵੀ, ਮੈਨੂੰ ਤੇ ਹੈਰਾਨੀ ਹੋਈ ਵੀ ਸਿਮਰਨਜੀਤ ਸਿੰਘ ਮਾਨ ਇੱਕ ਸੀਟ ਹੈ, ਇਹ ਕੋਈ ਪੰਜਾਬ ਦੀ ਪੂਰੀ ਇਲੈਕਸ਼ਨ ਵੀ ਨਹੀਂ ਹੈਗੀ। ਜਿਹੜੀ ਇਹ 13 ਦੇ 13 MP ਚੁਣਨ ਵਾਲੀ ਗੱਲ ਨਹੀਂ ਹੈਗੀ। ਇਹ ਸਿਰਫ ਇੱਕ ਮੈਂਬਰ ਪਾਰਲੀਮੈਂਟ ਸੀਟ ਹੈ ਜਿਹੜੀ 2 ਸਾਲ ਦੀ ਜਿਹੜੀ ਇਹਦੀ ਡੇਟ ਰਹਿੰਦੀ ਹੈ, ਜਿਹੜੀ ਡਿਊ ਹੈ 2 ਸਾਲ। ਉਸ ਸੀਟ ਤੇ ਸਿਮਰਨਜੀਤ ਸਿੰਘ ਮਾਨ ਦੇ ਖੜਨ ਤੋਂ ਬਾਅਦ ਚ ਤੇ ਸਾਰੀਆਂ ਹੀ ਰਵਾਇਤੀ ਪਾਰਟੀਆਂ ਜਿੰਨੀਆਂ ਸੀ, ਅਕਾਲੀ ਦਲ, ਜਿਹੜਾ ਬਾਦਲ ਹੈ, ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ, ਹੋਰ ਜਿੰਨੀਆਂ ਲਟਰਮ ਪਟਰਮ ਸਾਰੀਆਂ ਪਾਰਟੀਆਂ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਖੜੀਆਂ ਹੋ ਗਈਆਂ। ਮਤਲਬ ਇੰਨਾ ਥ੍ਰੈਟ ਕਿਉਂ ਹੋ ਗਿਆ ਇੱਕ ਬੰਦੇ ਤੋਂ? ਉਹ ਇੱਕ ਬੰਦੇ ਤੋਂ ਥ੍ਰੈਟ ਨਹੀਂ ਹੈਗਾ ਉਹਨਾਂ ਨੂੰ। ਇਹ ਵੀ ਗੱਲ ਆਪਾਂ ਮਨ ਚੋਂ ਕੱਢਦੀ ਹੈ ਵੀ ਸਿਮਰਨਜੀਤ ਸਿੰਘ ਮਾਨ ਨੇ ਕੋਈ ਤੋਪ ਨਹੀਂ ਬੀੜੀ ਹੋਈ। ਪ੍ਰੋਬਲਮ ਪੰਥਕ ਰਾਜਨੀਤੀ ਦੇ ਮੁੜ ਸੁਰਜੀਤ ਹੋਣ ਦੀ। ਉਹਨਾਂ ਨੂੰ ਇਹ ਮੁਸ਼ਕਲ ਹੈ ਵੀ ਜਿਹੜੀ ਨੌਜਵਾਨੀ ਦਾ ਝੁਕਾਅ ਹੈ, ਜੇ ਇਹ ਖਾਲਿਸਤਾਨ ਪੱਖੀ ਰਾਜਨੀਤੀ ਵੱਲ ਹੁੰਦਾ ਹੈ ਤੇ ਸਾਡੇ ਲਈ ਤੇ ਬਹੁਤ ਵੱਡਾ ਮਸਲਾ ਖੜਾ ਹੋ, ਕਿਉਂਕਿ ਉਹ ਖਾਲਿਸਤਾਨ ਦੇ ਉੱਤੇ ਕਦੀ ਆ ਨਹੀਂ ਸਕਦੇ। ਹੁਣ ਬਾਦਲ ਦੋਹਰੇ ਜੰਮ ਕੇ ਖਾਲਿਸਤਾਨੀ ਨਹੀਂ ਬਣ ਸਕਦੇ, ਕਿਉਂਕਿ ਉਹਨਾਂ ਨੇ ਸਟੇਟ ਦੇ ਨਾਲ ਸਾਂਝ ਹੀ ਇਸ ਤਰੀਕੇ ਦੀ ਗੰਢ ਲਈ ਹੈ ਵੀ ਉਹਨਾਂ ਵਾਸਤੇ ਛੱਡਣਾ ਔਖਾ। ਉਹਨਾਂ ਵਾਸਤੇ ਜਿਹੜਾ ਨਜਾਇਜ਼ ਸੰਬੰਧ ਹੈ ਉਹਨਾਂ ਦਾ ਹਿੰਦੁਸਤਾਨ ਦੀ ਹਕੂਮਤ ਦੇ ਨਾਲ, ਬਾਦਲਾਂ ਦਾ, ਉਹ ਸੰਬੰਧ ਤੋੜਿਆ ਨਹੀਂ ਜਾ ਸਕਦਾ, ਕਿਉਂਕਿ ਉਹਨਾਂ ਦੋਵਾਂ ਨੇ ਰਲ ਕੇ ਕਾਲੇ ਧਾਲੇ ਕੀਤੇ ਹੋਏ ਆ। ਸੋ ਇਸ ਕਰਕੇ ਉਹਨਾਂ ਵਾਸਤੇ ਥੋੜਾ ਬਹੁਤਾ ਇੱਧਰ ਉੱਧਰ ਹੋ ਕੇ ਬਾਗੀ ਸੁਰ ਦਿਖਾਉਣੇ ਹਕੂਮਤ ਨੂੰ, ਤੇ ਉਹ ਦਿਖਦੇ ਆ, ਪੋਸੀਬਲ ਹੋ ਸਕਦੇ ਆ ਵੀ ਉਹ ਹਕੂਮਤ ਨੂੰ ਕਹਿਣ ਵੀ ਜਿੱਦਾਂ ਇੱਕ ਜੋੜਾ ਰਿਲੇਸ਼ਨਸ਼ਿਪ ਦੇ ਵਿੱਚ ਹੋਵੇ ਤੇ ਉਹ ਜਨਾਨੀ ਮਤਲਬ ਬੰਦੇ ਨੂੰ ਕਵੇ ਵੀ ਭਾਈ ਮਤਲਬ ਮੈਂ ਕਰ ਦੂੰ ਜਾਂ ਉਹ ਕਰ ਦੂੰ, ਤੇ ਬੰਦੇ ਨੂੰ ਮਨਾਉਣ ਕਰਕੇ ਬਾਦਲਾਂ ਦੀ ਐਕਟੀਵਿਟੀ ਮੌਜੂਦਾ ਰੂਪ ਚ ਉਹ ਹੈ। ਮਤਲਬ ਉਹ ਹਜੇ ਵੀ ਰਿਲੇਸ਼ਨਸ਼ਿਪ ਚ ਨੇ ਪ੍ਰੋਪਰ,
ਪ੍ਰੋਪਰ ਜਿਹੜਾ ਨਜਾਇਜ਼ ਸੰਬੰਧ ਉਹਨਾਂ ਦਾ ਚੱਲ ਰਿਹਾ ਸਟੇਟ ਦੇ ਨਾਲ, ਪਰ ਉਹ ਥੋੜਾ ਜਿਹਾ ਤੇਵਰ ਤਾਂ ਦਿਖਾ ਰਹੇ ਨੇ ਵੀ ਉਹ ਕਹਿ ਰਹੇ ਨੇ ਵੀ ਦੇਖ ਜੀ ਮੈਂ ਰੋਟੀ ਪਕਾਉਣੀ ਬੰਦ ਕਰ ਦੂੰ ਜੇ ਤੂੰ ਮੈਨੂੰ ਅਟੈਂਸ਼ਨ ਨਾ ਦਿੱਤੀ ਜਾਂ ਮੈਨੂੰ ਤੂੰ ਰਿਸਪੈਕਟ ਨਾ ਦਿੱਤੀ, ਹਨਾ। ਉਹ ਅਸੀਂ ਇਹ ਸਮਝੀਏ ਵੀ ਜਿਹੜੇ ਇਸ ਮੈਂਟਲ ਸਟੇਟ 'ਚ ਤੁਰੇ ਫਿਰਦੇ ਨੇ ਬਾਦਲ ਵਰਗੇ ਬੰਦੇ ਜਾਂ ਜਿਹੜੇ ਹੋਰ ਤਰ੍ਹਾਂ ਨੇ, ਉਹ ਤੁਹਾਡੇ ਗਾੜੀ ਸੋਨੇ ਦੇ ਬਣਨ ਦੀ ਵੀ ਕੋਸ਼ਿਸ਼ ਕਰਨ, ਕਿਉਂਕਿ ਸਾਨੂੰ ਤੁਹਾਡੇ ਤੇ ਯਕੀਨ ਨਹੀਂ। ਇੱਕੋ ਤਰੀਕੇ ਨਾਲ ਤੁਹਾਡੇ ਤੇ ਯਕੀਨ ਕੀਤਾ ਜਾ ਸਕਦਾ ਇਹੋ ਹੀ ਹੈ ਕਿ ਤੁਸੀਂ ਰਾਜਨੀਤੀ ਛੱਡ ਦਿਓ, ਤੁਸੀਂ ਪਿੱਛੇ ਜਾ ਕੇ ਖੜੇ ਹੋ ਜਾਓ। ਮਤਲਬ ਤੁਸੀਂ ਬਹੁਤ ਲਕੀਰ ਤੇ ਅੱਗੇ ਖੜ ਕੇ ਬਹੁਤ ਸਮਾਂ ਸਪੈਂਡ ਕੀਤਾ ਹੈ, ਤੁਹਾਡੇ ਕੋਲ ਓਪਰਚੁਨਿਟੀ ਸੀ, ਤੁਹਾਡੇ ਕੋਲ। ਮੈਂ ਕਹਿੰਦਾ ਵੀ ਬਾਦਲ ਪੰਜਾਬ ਦੇ ਵਿੱਚ ਇੱਕ ਨਵੀਂ ਇੱਟ ਨਾਲ ਆਉਂਦੇ, ਸਾਨੂੰ ਕੋਈ ਪਰਵਾਹ ਨਹੀਂ ਸੀ। ਘੱਟੋ ਘੱਟ ਪੰਜਾਬ ਦੇ ਨਾਲ ਹੋਏ ਧੱਕਿਆਂ ਦੀ ਗੱਲ ਤੇ ਕਰਦੇ। ਜਿੱਦਣ 1997 'ਚ ਇਹਨਾਂ ਦੀ ਸਰਕਾਰ ਬਣਦੀ ਹੈ ਤੇ ਟੌੜਾ ਸਾਹਿਬ ਨੇ ਕਿਹਾ ਸੀ ਬਾਦਲ ਨੂੰ ਵੀ ਆਪਾਂ ਹੁਣ ਉਹਨਾਂ ਪੁਲਿਸ ਵਾਲਿਆਂ ਦਾ ਵੀ ਕੁਛ ਕਰੀਏ ਜਿਨ੍ਹਾਂ ਨੇ ਮੁਕਾਬਲੇ ਬਣਾਏ ਝੂਠੇ, ਤੇ ਬਾਦਲ ਨੇ ਗਾੜੀ ਹੱਸ ਕੇ ਵਿਖਾਇਆ ਸੀ। ਤੇ ਉਹਨਾਂ ਕੁਝ ਕਰਨ ਦੀ ਬਜਾਏ ਪੁਲਿਸ ਵਾਲਿਆਂ ਨੇ ਉਹਦੇ ਦੇ ਦਿੱਤੇ, ਨਵੇਂ ਜਹਾਰ ਆਲਮ ਸਮੇਤ ਸੈਣੀ ਵਰਗੇ ਬੰਦਿਆਂ ਨੂੰ ਸਰਕਾਰ ਦੇ ਵਿੱਚ ਅਹੁਦੇ ਦਿੱਤੇ ਗਏ। ਸੋ ਉਹਨਾਂ ਨੇ ਇਹ ਗੱਲ ਪਹਿਲੇ ਦਿਨ ਤੋਂ ਜਿਹੜੀ ਪਾਵਰ ਉਹਨਾਂ ਨੇ ਲਈ ਹੈ ਨਾ, ਉਹ ਪਾਵਰ ਲੈਣ ਦੀ ਪੋਜੀਸ਼ਨ 'ਚ ਸਿਮਰਜੀਤ ਸਿੰਘ ਮਾਨ ਕਿਤੇ ਵਧੀਆ ਸੀ। ਮਤਲਬ ਜੇ ਉਹ ਸਰਕਾਰ ਦੇ ਨਾਲ ਗੰਢ ਧੁੱਪ ਕਰ ਲੈਂਦਾ, ਜੇ ਉਹ ਸਰਕਾਰ ਦੇ ਨਾਲ ਸਮਝੌਤਾ ਕਰ ਲੈਂਦਾ, ਤੇ ਉਹ ਬਾਦਲਾਂ ਨਾਲੋਂ ਜ਼ਿਆਦਾ ਐਕਸੈਪਟਡ ਲੀਡਰ ਸੀ ਕਮਿਊਨਿਟੀ ਦੇ ਵਿੱਚ ਵੀ, ਵੈਸੇ ਇੰਟੈਲੈਕਚੁਅਲ ਪੱਧਰ ਦੇ ਉੱਤੇ ਵੀ, ਸਾਰੇ ਪਾਸੇ। ਸਿਮਰਜੀਤ ਸਿੰਘ ਮਾਨ ਦੀ ਇੱਕੋ ਗੱਲ ਜਿਹੜੀ ਸੀ ਵੀ ਉਹਨੇ ਸਮਝੌਤਾ ਨਹੀਂ ਕੀਤਾ, ਤੇ ਇਸ ਕਰਕੇ ਉਹਨੂੰ ਜਿਹੜੀ ਸਪੇਸ ਰਾਜਨੀਤੀ 'ਚ ਉਹਦੀ ਖਤਮ ਕੀਤੀ ਗਈ ਜ਼ਬਰਦਸਤੀ। ਉਸ ਕਰਕੇ ਅੱਜ ਜਿਹੜਾ ਮਤਲਬ ਕਈ ਬੰਦੇ ਨੇ ਇਹਨੂੰ 10 ਵੋਟਾਂ ਨਹੀਂ ਪੈਂਦੀਆਂ, ਇਹਨੂੰ 20 ਵੋਟਾਂ ਨਹੀਂ ਪੈਂਦੀਆਂ। ਮਤਲਬ ਉਹਨਾਂ ਨੇ ਜਿਹੜੀ ਮੇਨ ਸਟ੍ਰੀਮ ਪੋਲਿਟਿਕਸ 'ਚੋਂ ਬੰਦਾ ਬਾਹਰ ਕਰ ਦਿੱਤਾ ਇੰਡੀਅਨ ਸਟੇਟ ਨੇ, ਇਸ ਕਰਕੇ ਵੀ ਉਹ ਬੰਦਾ ਸਮਝੌਤਾਵਾਦੀ ਨਹੀਂ ਹੈਗਾ। ਤੇ ਜਿਹੜੇ ਬੰਦੇ ਬੇਅਕਲ ਸੀ, ਮੂਰਖ ਸੀ, ਜਿਹੜੇ ਬੰਦੇ ਹੱਥ ਖੜੇ ਕਰਕੇ ਬਾਹਰ ਆਉਣ ਵਾਲੇ ਸੀ, ਜਿਹੜੇ ਬੰਦੇ ਚਿੱਠੀਆਂ ਲਿਖ ਕੇ ਇੰਦਰਾ ਗਾਂਧੀ ਨੂੰ ਇਹ ਕਹਿਣ ਵਾਲੇ ਸੀ ਵੀ ਭਿੰਡਰਾਂ ਵਾਲੇ ਸੰਤ ਦਾ ਕੁਛ ਕਰੋ ਨਹੀਂ ਤੇ ਇਹ ਸਾਡਾ ਬੇੜਾ ਗਰਕ ਕਰ ਦੂ, ਉਸ ਬੰਦਿਆਂ ਨੂੰ ਪੰਜਾਬ ਦੇ ਵਿੱਚ ਪੰਥਕ ਸਪੇਸ ਮਿਲ ਗਈ। ਸੋ ਇਹ ਇਕੱਲਾ ਇਤਫਾਕ ਥੋੜ੍ਹੀ ਹੁੰਦਾ ਹੈ ਵੀ ਏਦਾਂ ਵਾਪਰ ਜਾਵੇ। ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਮੇਰੇ ਖਿਆਲ ਦੇ ਨਾਲ ਇਸ ਇਲੈਕਸ਼ਨ ਦਾ ਜਿਹੜਾ ਤੁਸੀਂ ਵੇਖਣਾ ਨਾ, ਇਹਨੂੰ ਇੱਕ ਤਾਂ ਤੁਸੀਂ ਪਾਰਟੀਸਪੇਟ ਕਰਨਾ, ਉਹ ਤਾਂ ਡਿਫਰੈਂਟ ਹੈ। ਮਤਲਬ ਜਿਹੜਾ ਬੰਦਾ ਉੱਥੇ ਹੈਗਾ ਉਹਨੇ ਪਾਰਟੀਸਪੇਟ ਕਰ ਲੈਣਾ। ਇਹਨੂੰ ਵੇਖਣਾ ਕਿਵੇਂ ਹੈ, ਬੜਾ ਜ਼ਰੂਰੀ ਵਿਸ਼ਾ। ਇਹਨੂੰ ਇੱਕ ਸੀਟ ਦੇ ਰੂਪ 'ਚ ਨਾ ਵੇਖੋ, ਇਹਨੂੰ ਇਹ ਵੇਖੋ ਵੀ ਜਿਵੇਂ ਲੌਬਿੰਗ ਕੀਤੀ ਜਾ ਰਹੀ ਹੈ ਸਿਮਰਜੀਤ ਸਿੰਘ ਮਾਨ ਦੇ ਖਿਲਾਫ, ਜਿਵੇਂ ਇਸ ਸੀਟ ਦੇ ਉੱਤੇ ਭਗਵੰਤ ਮਾਨ ਆਪ ਜ਼ਮੀਨ ਤੇ ਉਤਰ ਆਇਆ, ਨਹੀਂ ਤੇ 3 ਮਹੀਨੇ ਪਹਿਲਾਂ ਸਰਕਾਰ ਬਣੀ ਹੋਵੇ ਕਿਸੇ ਵੀ ਪਾਰਟੀ ਦੀ, ਤੇ ਜਿਮਨੀ ਚੋਣਾਂ ਉਹ ਹੋਣੀ ਹੋਣ ਜਿੱਥੇ ਉਹਨੇ ਆਪ ਸੀਟ ਛੱਡੀ ਹੋਵੇ ਭਗਵੰਤ ਮਾਨ ਨੇ, ਤੇ ਉੱਥੇ ਆ ਕੇ ਜਦੋਂ ਗਰਾਊਂਡ ਤੇ ਆਵੇ ਤੇ 10 ਬੰਦੇ ਉਹਦੇ ਨਾਲ ਨਾ ਤੁਰਨ, ਉਹਦੇ ਸਪੋਰਟਰਾਂ ਨੂੰ ਵੱਧ ਉਹਦੀ ਸਿਕਿਉਰਿਟੀ ਹੋਵੇ। ਸੋ ਇਹਦਾ ਮਤਲਬ ਇਹ ਹੈ ਵੀ ਬਹੁਤ ਕੁਛ ਜਿਹੜਾ ਉਹ ਕਰਵਟ ਲੈ ਰਿਹਾ। ਹੁਣ ਕੋਈ ਏਜੰਸੀਆਂ ਚਾਲ ਨਾ ਚੱਲਣ, ਕੋਈ ਮਤਲਬ ਜਿਹੜੀਆਂ ਚੱਲਦੀਆਂ ਰਹੀਆਂ ਅੱਗੇ, ਤੇ ਮੈਨੂੰ ਲੱਗਦਾ ਵੀ ਪੰਥਕ ਰਾਜਨੀਤੀ ਵਾਸਤੇ, ਜਿੱਦਾਂ ਅਮਰਗੜ੍ਹ ਮੈਂ ਕਿਹਾ ਸੀ ਕਿ ਅਮਰਗੜ੍ਹ ਦੀ ਇਲੈਕਸ਼ਨ ਹਾਰ ਜਿੱਤ ਦੇ ਮਾਇਨਿਆਂ ਤੋਂ ਬਹੁਤ ਵੱਡੀ ਹੈ। ਉਹ ਇਸ ਕਰਕੇ ਵੱਡੀ ਹੈ ਵੀ ਅਮਰਗੜ੍ਹ ਦੀ ਇਲੈਕਸ਼ਨ ਨੇ ਪੰਥ ਨੂੰ ਇੱਕ ਡਾਇਰੈਕਸ਼ਨ ਦਿੱਤੀ ਹੈ ਵੀ ਆਹ ਤੁਹਾਡਾ ਰਾਹ ਹੈ। ਮਤਲਬ ਇਹ ਲਿਟਰਲੀ ਇਹ ਨਹੀਂ ਹੁੰਦਾ ਵੀ ਤੁਸੀਂ ਇਲੈਕਟ੍ਰੋਨਲ ਪੋਲਿਟਿਕਸ ਯਕੀਨ ਕਰਨਾ ਸ਼ੁਰੂ ਕਰ ਦੇਣਾ, ਤੁਸੀਂ ਵੇਖਣਾ ਸ਼ੁਰੂ ਕਰ ਦੇਣਾ ਵੀ ਇਹੋ ਹੀ ਸਾਡਾ ਸੋਲਿਊਸ਼ਨ ਹੈ, ਹੋਰ ਸਾਰੇ ਦਾ ਤੁਹਾਡਾ ਇਲੈਕਟ੍ਰੋਨਲ ਪੋਲਿਟਿਕਸ 'ਚ ਇਹ ਰਾਹ ਹੈ। ਮਤਲਬ ਬਾਕੀ ਜਿਹੜੇ ਰਾਹ ਨੇ ਆਜ਼ਾਦੀ ਦੇ, ਉਹ ਚੱਲਦੇ ਰਹਿਣੇ ਨੇ, ਉਹ ਚੱਲਦੇ ਰਹਿਣੇ ਚਾਹੀਦੇ ਨੇ। ਹਰ ਸਟਰੀਮ ਜਿਹੜੀ ਆਜ਼ਾਦੀ ਵਾਸਤੇ ਚੱਲ ਰਹੀ ਹੈ ਉਹ ਚੱਲਦੀ ਰਹਿਣੀ ਚਾਹੀਦੀ। ਪਰ ਜਿਹੜਾ ਇਲੈਕਟ੍ਰੋਨਲ ਪੋਲਿਟਿਕਸ ਹੈ, ਜਿਹੜੀ ਉੱਚ ਪਾਰਟੀਸਪੇਸ਼ਨ ਹੈ ਸਿੱਖਾਂ ਦੀ, ਉਹ ਇਸ ਗੱਲ ਤੇ ਹੋਊਗੀ ਵੀ ਅਸੀਂ ਖਾਲਿਸਤਾਨੀ ਹਾਂ ਤੇ ਖਾਲਿਸਤਾਨੀ ਹੋਣਾ ਸਾਡੇ ਵਾਸਤੇ ਬੜੇ ਮਾਣ ਦੀ ਗੱਲ ਹੈ। ਅੱਜ ਤੋਂ 5 ਸਾਲ ਪਹਿਲਾਂ ਕੀ ਇੱਕ ਜਦੋਂ ਨਾ ਦੇਖੋ ਨੈਰੇਟਿਵ ਜਦੋਂ ਸ਼ਿਫਟ ਹੁੰਦਾ ਬਹੁਤ ਵੱਡੇ ਪੱਧਰ ਤੇ ਕੁਝ ਚੇਂਜਸ ਜਿਹੜੇ ਵਿਜ਼ੀਬਲ ਰੂਪ 'ਚ ਸਾਹਮਣੇ ਆਉਂਦੇ ਆ। ਅੱਜ ਤੋਂ 5 ਸਾਲ ਪਹਿਲਾਂ ਤੁਸੀਂ ਆਪ ਚੇਤਾ ਕਰ ਲਓ ਕਿ ਜਦੋਂ ਸੋਸ਼ਲ ਮੀਡੀਆ ਤੇ ਤੁਸੀਂ ਆਪਣੇ ਆਪ ਨੂੰ ਖਾਲਿਸਤਾਨੀ ਲਿਖਦੇ ਸੀ, ਤੁਹਾਡੇ ਆਪਣੇ ਬੰਦੇ ਹੱਸਦੇ ਸੀ ਤੁਹਾਡੇ ਤੇ, ਤੁਹਾਨੂੰ ਟਿਚਰਾਂ ਕਰਦੇ ਸੀ ਵੀ ਤੁਸੀਂ, ਬਹੁਤ ਬੰਦੇ ਝੱਕਦੇ ਸੀ ਆਪਣੇ ਆਪ ਨੂੰ ਖਾਲਿਸਤਾਨੀ ਕਹਿਣ ਤੋਂ। ਉਹ ਕਹਿੰਦੇ ਸੀ ਵੀ ਯਾਰ ਇਹ ਗੱਲ ਕਵਾਂਗੇ ਤੇ ਸਾਨੂੰ ਲੋਕ ਸ਼ਾਇਦ ਮੂਰਖ ਜਿਹਾ ਸਮਝ ਲੈਣਗੇ ਵੀ ਇਹ ਬੜੇ ਹੂੜ ਮੱਤ ਜਿਹੇ ਤੇ ਬੜੇ ਮਤਲਬ ਕੱਟੜ ਜਿਹੇ ਕਿਸਮ ਦੇ ਲੋਕ ਆ। ਪਰ ਉਹ ਨੈਰੇਟਿਵ ਸ਼ਿਫਟ ਹੋ ਕੇ ਇਸ ਪਾਸੇ ਆ ਗਿਆ ਵੀ ਜਿਹੜਾ ਬੰਦਾ ਅੱਜ ਆਪਣੇ ਆਪ ਨੂੰ ਖਾਲਿਸਤਾਨੀ ਆਇਡੈਂਟੀਫਾਈ ਨਹੀਂ ਕਰਦਾ, ਜਲਾਲਤ ਉਹਦੀ ਹੋ ਰਹੀ ਹੈ। ਤੇ ਅਗਲੇ 5 ਸਾਲਾਂ 4 ਸਾਲਾਂ ਦੇ ਵਿੱਚ ਹਾਲਾਤ ਇਹ ਹੋ ਜਾਣੇ ਆ ਵੀ ਪੰਜਾਬ ਦੇ ਵਿੱਚ ਇਮਾਨਦਾਰੀ ਤੇ ਬੇਈਮਾਨੀ ਦਾ ਪੈਰਾਮੀਟਰ ਇਹ ਬਣੂਗਾ ਵੀ ਜਿਹੜਾ ਬੰਦਾ ਖਾਲਿਸਤਾਨੀ ਉਹ ਇਮਾਨਦਾਰ ਹੈ, ਜਿਹੜਾ ਬੰਦਾ ਖਾਲਿਸਤਾਨ ਦੇ ਵਿਰੋਧ 'ਚ ਖੜਾ ਹੈ ਉਹ ਬੇਈਮਾਨ ਹੈ। ਇਹ ਲਿਖ ਕੇ ਰੱਖ ਲਓ ਤੁਸੀਂ ਕੋਰੇ ਕਾਗਜ਼ ਤੇ। ਅਗਲੇ 4-5 ਸਾਲਾਂ ਦੇ ਵਿੱਚ ਪੰਜਾਬ ਦੀ ਹਰ ਸਫੇ ਦਾ ਪੈਰਾਮੀਟਰ ਇਹ ਬਣ ਜਾਊਗਾ। ਸਿੱਖ ਦਾ ਪੈਰਾਮੀਟਰ ਇਹ ਬਣੂਗਾ ਵੀ ਜਿਹੜਾ ਸਿੱਖ ਖਾਲਿਸਤਾਨੀ ਨਹੀਂ ਹੈਗਾ ਉਹ ਸੱਚਾ ਸਿੱਖ ਨਹੀਂ ਹੈਗਾ। ਤੇ ਇਹ ਗੱਲ ਦੀ ਸੱਚਾਈ ਵੀ ਹੈ, ਕਿਉਂਕਿ ਗੁਰੂ ਨੇ ਜਿਹੜਾ ਧਰਮ ਹੈ ਸਿੱਖਾਂ ਨੂੰ ਜਿਹੜਾ ਬਖਸ਼ਿਆ,
ਜਿਹੜੀ ਸਿੱਖੀ ਦਾ ਦਾਨ ਬਖਸ਼ਿਆ ਗੁਰੂ ਨੇ, ਉਹ ਇਸ ਕਰਕੇ ਥੋੜੀ ਬਖਸ਼ਿਆ ਵੀ ਬਾਹਰ ਜੰਗ ਲੱਗੀ ਹੋਵੇ ਤੁਸੀਂ ਅੰਦਰ ਬਹਿ ਕੇ ਮਾਲਾ ਜਪੀ ਜਾਓ। ਸਿੱਖ ਦੀ ਭਗਤੀ ਜੰਗ 'ਚ ਵੀ ਹੈ ਤੇ ਭਗਤੀ ਤਪ ਵੀ ਹੈਗਾ। ਪਰ ਇਹ ਕਿਤੇ ਇਹ ਗੁਰੂ ਸਾਹਿਬ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਦੇ ਵੀ ਤੁਸੀਂ ਬਾਹਰ ਤੁਹਾਡੇ ਜਿਹੜਾ ਬੂਹੇ ਦਾ ਦੁਸ਼ਮਣ ਆਣ ਕੇ ਖੜਾ ਵੰਗਾਰਦਾ ਹੋਵੇ ਤੇ ਤੁਸੀਂ ਅੰਦਰ ਬਹਿ ਕੇ ਤਪ ਕਰਨ 'ਚ ਬਿਜੀ ਹੋਏ ਵੀ ਅਸੀਂ ਤਪ 'ਚ ਲੱਗੇ ਹੋਏ ਹਾਂ, ਸਾਡਾ ਤੇ ਕੰਮ ਹੀ ਤਪ ਕਰਨਾ। ਦਮਦਮੀ ਟਕਸਾਲ ਤੋਂ ਵੱਡਾ ਕਿਹਦਾ ਕੰਮ ਸੀ ਤਪ ਕਰਨਾ, ਭਗਤੀ ਕਰਨਾ? ਕਿਸੇ ਹੋਰ ਦਾ ਹੈਗਾ ਸੀ? ਦਮਦਮੀ ਟਕਸਾਲ ਸਿੱਖਿਆ ਆਧਾਰਿਤ ਜਿਹੜੀ ਸੰਸਥਾ ਸੀ, ਜਥੇਬੰਦੀ ਸੀ, ਜਿਹਦਾ ਕੰਮ ਧਰਮ ਦਾ ਪ੍ਰਚਾਰ ਕਰਨਾ ਸੀ। ਜਦੋਂ ਸਿਰ ਤੇ ਆਣ ਬਣੀ, ਜਦੋਂ ਦੁਸ਼ਮਣ ਸਿਰ ਤੇ ਆਣ ਚੜਿਆ, ਤੇ ਉਹ ਜਿਹੜੇ ਫਕੀਰ ਲੋਕ ਸਨ, ਜਿਹੜੇ ਸੰਤ ਸਨ, ਜਿਨ੍ਹਾਂ ਦਾ ਕੰਮ ਧਰਮ ਪ੍ਰਚਾਰ, ਉਹਨਾਂ ਨੇ ਤਲਵਾਰ ਦੇ ਮੁੱਠੇ ਨੂੰ ਹੱਥ ਪਾ ਕੇ ਤੇ ਹਕੂਮਤ ਨੂੰ ਦੱਸਿਆ ਵੀ ਨਹੀਂ, ਸਿੱਖ ਦਾ ਕੰਮ ਕੱਲਾ ਇਹ ਨਹੀਂ ਹੈਗਾ ਵੀ ਤੁਸੀਂ ਉਹਨੂੰ ਇਹ ਸਮਝੀ ਜਾਓ ਵੀ ਸਿੱਖ ਜੀ ਬੜਾ ਸੌਫਟ ਹੈ ਜੀ, ਇਹ ਲੰਗਰ ਲਾਉਣ ਵਾਲਾ ਜੀ, ਇਹ ਸੇਵਾ ਕਰਨ ਵਾਲਾ ਜੀ, ਇਹ ਸੇਵਾਦਾਰ ਹੈ। ਸਿੱਖ ਸੇਵਾਦਾਰ ਹੈਗਾ, ਪਰ ਉਹ ਆਪਣੀ ਮਸਤੀ 'ਚ ਸੇਵਾਦਾਰ ਹੈ। ਕਿਸੇ ਦੇ ਸ਼ਾਮ ਦੀ ਕਰਕੇ ਸੇਵਾਦਾਰ ਨਹੀਂ ਬਣਿਆ। ਸੋ ਸਾਡੀ ਜਿਹੜੀ ਉਹ ਮਸਤੀ, ਉਹ ਖੁਮਾਰੀ ਹੈ ਸਿੱਖਾਂ ਦੀ, ਉਹ ਜਦੋਂ ਸੇਵਾਦਾਰ ਤੋਂ ਸਿੱਖ ਜਦੋਂ ਸਿਪਾਹੀ ਬਣਦਾ, ਸੰਤ ਤੋਂ ਸਿਪਾਹੀ ਬਣਦਾ, ਉਹ ਹਕੂਮਤਾਂ ਨੂੰ ਉਹ ਪਸੰਦ ਨਹੀਂ ਹੈਗੀ। ਸੋ ਸਾਡੇ ਵਾਸਤੇ ਤੇ ਇਹ ਆ ਵੀ ਧਰਮ ਦਾ ਅਰਥ ਹੀ ਇਹ ਬਣ ਜਾਂਦਾ ਹੈ ਵੀ ਅੱਜ ਜਿਹੜੀ ਲੜਾਈ ਸਾਡੇ ਸਾਹਮਣੇ ਦਰਪੇਸ਼ ਹੈ, ਜਿਹੜੀ ਲੜਾਈ ਅਸੀਂ ਲੜਨੀ ਅੱਜ, ਉਸ ਲੜਾਈ ਦੇ ਵਿੱਚ ਜੇ ਅਸੀਂ ਅੱਜ ਆਪ ਨਹੀਂ ਅੱਗੇ ਹੋ ਕੇ ਲੜ ਰਹੇ, ਮਤਲਬ ਇਹ ਨਹੀਂ ਹੁੰਦਾ ਵੀ ਕੋਈ ਮੈਦਾਨ ਬਣਿਆ ਹੁੰਦਾ ਜੰਗ ਦਾ ਤੇ ਉਹ 'ਚ ਫਰੰਟ 'ਚ ਲੜਨਾ। ਤੁਸੀਂ ਹਰ ਵਾਰ ਤੁਹਾਨੂੰ ਲੜਨੀ ਪੈਂਦੀ, ਨੈਰੇਟਿਵ ਦੀ ਵਾਰ ਲੜਨੀ ਪੈਂਦੀ ਹੈ। ਤੁਹਾਨੂੰ ਗਲੀ 'ਚ ਤੁਰੇ ਜਾ ਰਹੇ ਜੋ ਤੁਸੀਂ, ਹਨਾ, ਉੱਥੇ ਕੋਈ ਗੱਲ ਹੈ, ਤੁਹਾਨੂੰ ਉੱਥੇ ਆਪਣੀ ਪਛਾਣ ਜ਼ਾਹਰ ਕਰਨੀ ਪੈਂਦੀ ਵੀ ਅਸੀਂ ਇਸ ਪਾਸੇ ਹਾਂ। ਲੜਾਈਆਂ ਕੌਮਾਂ ਏਦਾਂ ਲੜਦੀਆਂ, ਕੌਮਾਂ ਕੱਲੀਆਂ ਇਹ ਸਰਫਸ ਦੇ ਉੱਤੇ ਇਹ ਲੜਾਈਆਂ ਨਹੀਂ ਹੁੰਦੀਆਂ। ਸਰਫਸ ਤੇ ਜੋ ਦਿਖਦਾ ਉਹ ਡਿਫਰੈਂਟ ਹੈ, ਉਹ ਤੋਂ ਬਹੁਤ ਦੂਰ ਤੱਕ ਜਾ ਕੇ ਲੜਾਈ ਫੈਲੀ। ਤੁਹਾਡੇ ਬੱਚਿਆਂ ਨੂੰ ਪੈਦਾ ਹੁੰਦਿਆਂ ਦੱਸਿਆ ਜਾਣਾ ਚਾਹੀਦਾ ਵੀ ਤੁਹਾਡੇ ਦੁਸ਼ਮਣ ਕੌਣ ਹੈ। ਯਮਨਾ ਪਾਰ ਦੇ ਸਾਰੇ ਤੁਹਾਡੇ ਦੁਸ਼ਮਣ ਨੇ। ਇਹ ਜਿਹੜਾ ਬਹੁਤ ਬਣਿਆ ਫਿਰਦਾ ਨਾ ਵੀ ਸਾਰੀ ਦੁਨੀਆ ਸਾਡੀ ਮਿੱਤਰ ਆ, ਕੋਈ ਦੁਨੀਆ ਦਾ ਮਿੱਤਰ ਨਹੀਂ ਹੈਗਾ ਤੁਹਾਡਾ। ਛਿੱਤਰ ਤੋਂ ਬਿਨਾਂ ਕਿਸੇ ਦਾ ਕੋਈ ਮਿੱਤਰ ਨਹੀਂ ਬਣਦਾ। ਇਹ ਤੁਸੀਂ ਦੇਖ ਲਓ, ਜਿਨ੍ਹਾਂ ਨੇ ਅਮਰੀਕਾ ਦੇ ਸਾਰੇ ਮਿੱਤਰ ਬਣਨ ਨੂੰ ਕਾਲੇ, ਅਮਰੀਕਾ ਨੇ ਇੱਕੇ ਦਿਨ 'ਚ ਲੱਖ ਬੰਦਾ ਮਾਰ ਦਿੱਤਾ ਹੀਰੋਸ਼ੀਮਾ ਨਾਗਾਸਾਕੀ ਬੰਬ ਸੁੱਟ ਕੇ। ਹੁਣ ਉਹਨਾਂ ਦੇ ਇੰਨੇ ਬੰਦੇ ਮਾਰਨ ਦੇ ਬਾਵਜੂਦ ਉਹਨਾਂ ਦੇ ਸਾਰੇ ਮਿੱਤਰ ਹੈ, ਕਿਉਂਕਿ ਉਹਨਾਂ ਦਾ ਛਿੱਤਰ ਕਾਇਮ ਹੈ। ਸੋ ਤੁਸੀਂ ਜਿੰਨੇ ਮਰਜ਼ੀ ਚੰਗੇ ਬਣ ਕੇ ਤੁਰੇ ਫਿਰੋ, ਇੱਥੇ ਕੋਈ ਤੁਹਾਡਾ ਮਿੱਤ ਨਹੀਂ ਹੈਗਾ। ਮਿੱਤ ਜਿਹੜਾ ਵਾ ਤੁਹਾਡਾ ਉਦਣ ਕਿਸੇ ਨੇ ਬਣਨਾ ਜਿੱਦਣ ਤੁਹਾਡਾ ਡੰਡਾ ਕਾਇਮ ਹੋਇਆ। ਇਹ ਅੱਜ ਲਿਖ ਲਓ, ਕੱਲ ਤੁਸੀਂ ਇਹ ਲੰਗਰ ਲਾਉਣੇ, ਆਹ ਕੰਮ ਕਰਨੇ, ਠੀਕ ਆ। ਇਹ ਗੁਰਦੁਆਰਿਆਂ 'ਚ ਸਾਡਾ ਇੱਕ ਸਿਧਾਂਤ ਚੱਲਦਾ ਆ ਰਿਹਾ, ਦੀਨ ਜਿਹੜਾ ਦੁਖੀ ਕੋਈ ਹੈ, ਜਿਹਦੇ ਕੋਲ ਓਟ ਆਸਰਾ ਨਹੀਂ, ਉਹ ਆਉਂਦਾ ਖਾਲਸੇ ਦੀ ਸ਼ਰਨ 'ਚ। ਪਰ ਖਾਲਸੇ ਦੀ ਸ਼ਰਨ ਹੋਵੇ, ਨਾ ਕਿ ਕੋਈ ਤੁਸੀਂ ਉਹਨੂੰ ਸ਼ੈਲਟਰ ਹੋਮ ਬਣਾ ਲਓ, ਨਾ ਕਿ ਤੁਸੀਂ ਉਹਨੂੰ ਕੋਈ ਮਤਲਬ ਫ੍ਰੀ ਫੂਡ ਸਰਵਿਸ ਦੇ ਨਾਂ ਦੇ ਉੱਤੇ ਇਹ ਕੰਮ ਕਰਦੇ ਫਿਰੋ। ਇਹ ਬਹੁਤ ਕੁਛ ਸਾਡੇ ਸੋਚਣ ਦੀ ਗੱਲ ਹੈ ਵੀ ਕੌਮ ਆਪਣੇ ਰਿਸੋਰਸਿਸ ਨੂੰ ਕਿਵੇਂ ਵਰਤਦੀ ਹੈ, ਕੌਮ ਆਪਣੀ ਜਿਹੜੀ ਉਹਦੀ ਜੰਗ ਹੈ ਜਿਹੜੀ ਚੱਲ ਰਹੀ ਹੈ ਉਹਨੂੰ ਕਿਵੇਂ ਵੇਖ ਰਹੀ ਹੈ। ਇੱਕ ਪਾਸੇ ਅਗਲੇ ਸਾਡੀਆਂ ਇੱਜ਼ਤਾਂ ਤੱਕ ਹੱਥ ਪਾਉਣ ਨੂੰ ਆ ਰਹੇ ਨੇ, ਦੂਜੇ ਪਾਸੇ ਅਸੀਂ ਉਹਨਾਂ ਦੇ ਹੱਥਾਂ ਦੇ ਵਿੱਚ ਗੁਲਾਬ ਦੇਣ ਨੂੰ ਫਿਰਦੇ ਹਾਂ। ਦੇਖੋ ਜੀ, ਅਸੀਂ ਤੇ ਬਹੁਤ ਲਵੇਬਲ ਪਰਸਨ ਆ, ਤੇ ਸਾਡਾ ਤੇ ਕੰਮ ਹੀ ਇਹ ਆ ਵੀ ਜਿਹੜਾ ਬੰਦਾ ਸਾਡੇ ਮੂੰਹ 'ਚ ਚਪੇੜ ਮਾਰਨ ਆਉਂਦਾ ਉਹਦੇ ਗਾੜੀ ਹੱਥ 'ਚ ਗੁਲਾਬ ਫੜਾ ਦੀ ਉਹਨੂੰ। ਨਹੀਂ, ਸਾਡਾ ਇਹ ਕੰਮ ਨਹੀਂ ਹੈਗਾ। ਸਿੱਖ ਤੋਂ ਵੱਡਾ ਦੇਵਤਾ ਕੋਈ ਨਹੀਂ ਤੇ ਸਿੱਖ ਤੋਂ ਵੱਡਾ ਦੈਂਤ ਵੀ ਕੋਈ ਨਹੀਂ, ਇਹ ਵੀ ਗੱਲ ਸਮਝ ਲੈਣੀ ਚਾਹੀਦੀ ਹੈ ਸਾਰਿਆਂ ਨੂੰ। ਇਹ ਦੋਵੇਂ ਸੁਭਾਅ ਮਨੁੱਖੀ ਜਿਹੜੀ ਨਾ, ਈਵਨ ਦਾ ਸਾਈਕੋਲੋਜੀ ਵੀ ਇੱਥੇ ਐਗਰੀ ਕਰਦੀ ਹੈ ਵੀ ਜਿਹੜਾ ਮਨੁੱਖ ਦੇ ਵਿੱਚ ਜਿਹੜਾ ਹੈਗਾ ਵਾ, ਚੰਗਿਆਈ ਤੇ ਬੁਰਿਆਈ ਦੋਵੇਂ ਚੀਜ਼ਾਂ ਪ੍ਰੋਪਰਲੀ ਐਗਜ਼ਿਸਟ ਕਰਦੀਆਂ। ਉਹ ਡਿਪੈਂਡ ਕਰਦਾ ਵੀ ਉਹਦਾ ਜਿਹੜਾ ਸ਼ਿਫਟ ਹੈ ਕਿਸ ਪਾਸੇ ਨੂੰ ਹੁੰਦਾ। ਹਮੇਸ਼ਾ ਫਲੋਟ ਕਰਦੀ ਰਹਿੰਦੀ ਹੈ ਜਿਹੜੀ ਬੰਦੇ ਦੀ ਸਾਈਕੀ ਹੈ, ਉਹ ਹਮੇਸ਼ਾ ਉਸ ਚੰਗਿਆਈ ਬੁਰਾਈ ਦੇ ਪੈਰਾਮੀਟਰ ਨੂੰ ਵਿੱਚ ਫਲੋਟ ਕਰਦੀ ਰਹਿੰਦੀ। ਏਦਾਂ ਨਹੀਂ ਹੁੰਦਾ ਵੀ ਤੁਹਾਡੇ ਅੰਦਰੋਂ ਕਦੀ ਬੁਰਾਈ ਖਤਮ ਹੋ ਜਾਏਗੀ ਪੂਰੀ, ਕਦੀ ਨਹੀਂ ਖਤਮ ਹੋ ਸਕਦੀ। ਵਕਾਰ ਨਹੀਂ ਬੁਰਾਈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਮਾਰੇ ਨਹੀਂ ਜਾ ਸਕਦੇ। ਇਹਨਾਂ ਨੂੰ ਮੌਕੇ ਤੇ ਸੋਧਿਆ ਜਾ ਸਕਦਾ, ਦਬਾਇਆ ਜਾ ਸਕਦਾ, ਇਹਨਾਂ ਦੀ ਦਿਸ਼ਾ ਬਦਲੀ ਜਾ ਸਕਦੀ ਹੈ, ਪਰ ਇਹਨਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਅੰਡਰਸਟੈਂਡ ਕਰਨੀਆਂ ਚਾਹੀਦੀਆਂ ਨੇ ਵੀ ਅਸੀਂ ਵੀ ਦੁਨੀਆ ਦੇ ਵਿੱਚ ਬਾਕੀ ਇਨਸਾਨਾਂ ਵਾਂਗ ਇੱਕ ਇਨਸਾਨ ਵੀ ਆ। ਸਾਡੇ ਜਿਹੜੀ ਮੋਰਲ ਰਿਸਪੋਂਸਿਬਿਲਿਟੀਆਂ ਸਾਡੇ ਮੋਢੇ ਦੇ ਉੱਤੇ ਨੇ। ਸਾਨੂੰ ਜੋ ਜੀਣ ਵਾਸਤੇ ਜੋ ਕੁਛ ਚਾਹੀਦਾ ਹੈ, ਸਾਨੂੰ ਇੱਕ ਖਿੱਤਾ ਚਾਹੀਦਾ ਹੈ, ਸਾਡਾ ਕਲਚਰ ਹੈ, ਸਾਡੀ ਬੋਲੀ ਹੈ, ਅਸੀਂ ਇਹ ਸਾਰਾ ਕੁਝ ਡਿਜ਼ੋਲਵ ਨਹੀਂ ਕਰ ਸਕਦੇ ਆਪਣੇ ਆਪ ਨੂੰ ਚੰਗਾ ਖਵਾਉਣ ਦੇ ਚੱਕਰ ਦੇ ਵਿੱਚ। ਸੋ ਮੈਟਰ ਕੁਛ ਚੀਜ਼ਾਂ ਤੁਸੀਂ ਕਰਨੀਆਂ ਹੁੰਦੀਆਂ ਨੇ, ਕੁਛ ਚੀਜ਼ਾਂ ਦੀ ਇੱਕ ਕੀਮਤ ਅਦਾ ਕਰਨੀ ਪੈਂਦੀ ਹੈ ਤੁਹਾਨੂੰ। ਸੋ ਤੁਸੀਂ ਹਮੇਸ਼ਾ ਪ੍ਰੋਫਿਟ ਐਂਡ ਲਾਸ ਦੀ ਚੀਜ਼ ਦੇਖੋਗੇ ਨਾ ਵੀ ਆਹ ਕੰਮ ਕਰਨ 'ਚ ਸਾਡਾ ਇੰਨਾ ਨੁਕਸਾਨ ਹੋ ਰਿਹਾ,
ਉਹ ਜਿਹੜਾ ਕੰਮ ਕਰਨ ਦੇ ਵਿੱਚ ਤੁਹਾਡੀ ਹੋਂਦ ਤੇ ਪਛਾਣ ਡਿਸੋਲਵ ਹੋ ਰਹੀ ਹੈ। ਸੈਕੂਲਰਿਜ਼ਮ ਵੱਲ ਦਾ ਝੰਡਾ ਚੁੱਕੀ ਫਿਰਦੇ ਆਪਾਂ ਕਿ ਅਸੀਂ ਬਹੁਤ ਜ਼ਿਆਦਾ ਸੈਕੂਲਰ ਹਾਂ। ਉਹਦੇ ਨਾਲ ਹੋ ਕੀ ਰਿਹਾ ਵੀ ਸਾਡੀ ਜਿਹੜੀ ਯੂਨੀਕ ਆਇਡੈਂਟੀਟੀ ਹੈ ਸਿੱਖਾਂ ਦੀ, ਕਿਉਂਕਿ ਅਸੀਂ ਹੈਗੇ ਮਾਈਕਰੋ ਮਿਨੋਰਿਟੀ, ਏਦਾਂ ਤਾਂ ਨਹੀਂ ਹੈਗਾ ਵੀ ਅਸੀਂ ਬਹੁਤ 15, 20, 50 ਮੁਲਕ ਹੈ ਸਿੱਖਾਂ ਦੇ, ਤੇ ਕੋਈ ਗੱਲ ਨਹੀਂ ਜੇ ਇੱਕ ਅੱਧਾ ਮੁਲਕ ਕੋਈ ਪੁਲਿਸ ਦਾ ਕੰਮ ਕਰਦਾ ਵੀ ਫਿਰਦਾ ਤੇ ਕੋਈ ਨਹੀਂ, ਬਾਕੀ ਇੱਕ ਸਿੱਖੀ ਨੂੰ ਪ੍ਰੋਟੈਕਟ ਕਰਨ ਵਾਲਾ ਸਾਡੇ ਕੋਲ ਤੇ ਇੱਕ ਵੀ ਮੁਲਕ ਨਹੀਂ ਹੈਗਾ, ਸਾਡੇ ਕੋਲ ਇੱਕ ਸਟੇਟ ਨਹੀਂ ਹੈਗੀ, ਪ੍ਰੋਪਰ ਸੂਬਾ ਨਹੀਂ ਹੈਗਾ ਜਿਹੜਾ ਮਤਲਬ ਸਾਨੂੰ ਰਿਪਰੈਜ਼ੈਂਟ ਕਰਦਾ ਹੋਵੇ। ਸੋ ਇਹਦਾ ਮਤਲਬ ਇਹ ਆ ਵੀ ਸਾਨੂੰ ਅੱਜ ਜੇ ਦੁਨੀਆ ਈਵਲ ਮੰਨੇ ਤੇ ਸਾਨੂੰ ਈਵਲ ਬਣਨ ਲਈ ਵੀ ਤਿਆਰ ਰਹਿਣਾ ਚਾਹੀਦਾ, ਪਰ ਆਪਣੀ ਆਇਡੈਂਟੀਟੀ ਤੇ ਕਿਸੇ ਕਿਸਮ ਦਾ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ। ਉਹ ਕਹਿੰਦੇ ਨਾ ਸਿਮਰਜੀਤ ਸਿੰਘ ਕਿਰਪਾਨ ਚੁੱਕੀ ਫਿਰਦਾ, ਤਲਵਾਰ ਚੁੱਕੀ ਫਿਰਦਾ, ਉਹਦੇ ਰਿਐਕਸ਼ਨ ਦੇ ਵਿੱਚ ਸਾਡੇ ਸਾਰੇ ਨੌਜਵਾਨਾਂ ਨੂੰ ਜਿਹੜੀਆਂ ਵਾ ਕਿਰਪਾਨਾਂ ਚੁੱਕਣੀਆਂ ਚਾਹੀਦੀਆਂ। ਉਹ ਕਿਸੇ ਦਾ ਕਤਲ ਕਰਨ ਨੂੰ ਥੋੜੀ ਚੁੱਕਣੀਆਂ ਨੇ, ਉਹ ਚੁੱਕਣੀਆਂ ਨੇ ਵੀ ਹਾਂ ਵੀ ਸਾਡੀ ਪਛਾਣ ਹੈ ਤੇ ਕਤਲ ਵੀ ਕਰਾਂਗੇ ਜੇ ਤੁਸੀਂ ਸਾਡੀ ਆਇਡੈਂਟੀਟੀ, ਸਾਡੇ ਧਰਮ, ਸਾਡੇ ਸੱਭਿਆਚਾਰ ਦਾ ਕਤਲ ਕਰਨ ਤੁਰ ਪਏ, ਉਦੋਂ ਫਿਰ ਇੱਕ ਬੰਦੇ ਦਾ ਕਤਲ ਕਰ ਦੇਣਾ ਕਿੱਡੀ ਵੱਡੀ ਗੱਲ ਹੈਗੀ ਉਹ ਰਿਐਕਸ਼ਨ ਦੇ ਵਿੱਚ। ਅਸੀਂ ਕੋਈ ਮਤਲਬ ਕੋਈ ਪ੍ਰੋਪਰ ਸਟਰਕਚਰ ਰੂਪ ਦੇ ਵਿੱਚ ਕੋਈ ਗਵਰਨਮੈਂਟ ਤੇ ਨਹੀਂ ਨਾ ਚਲਾ ਰਹੇ, ਇਹ ਤੇ ਉਹੀ ਚਲਾ ਰਹੇ ਨੇ ਲੋਕ। ਤੇ ਜੇ ਉਹ ਲੋਕ ਇਹ ਗੱਲ ਕਹਿ ਰਹੇ ਨੇ ਵੀ ਮਤਲਬ ਅਸੀਂ ਵਾਇਲੈਂਸ ਪ੍ਰਮੋਟ ਕਰ ਰਹੇ ਹਾਂ, ਪੁਲਿਸ ਦਾ ਕੰਟਰੋਲ ਤੁਹਾਡੇ ਹੱਥ ਦੇ ਵਿੱਚ, ਫੌਜ ਦਾ ਕੰਟਰੋਲ ਤੁਹਾਡੇ ਹੱਥ ਦੇ ਵਿੱਚ, ਬਾਰਡਰਾਂ ਦਾ ਕੰਟਰੋਲ ਤੁਹਾਡੇ ਹੱਥ ਦੇ ਵਿੱਚ, ਜਿਹੜੀਆਂ ਪੈਰਾਮਿਲਟਰੀ ਫੋਰਸਸ ਹੈ ਉਹ ਤੁਹਾਡੇ ਹੱਥ ਦੇ ਵਿੱਚ, ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਆਂ ਤੁਹਾਡੇ ਹੱਥ, ਅਦਾਲਤਾਂ ਤੁਹਾਡੇ ਹੱਥ ਦੇ ਵਿੱਚ, ਵਕੀਲ ਤੁਹਾਡੇ ਹੱਥ ਦੇ ਵਿੱਚ, ਤੇ ਸਮਾਜ ਦੇ ਵਿੱਚ ਗਲਤ ਕੰਮ ਜਿਹੜੇ ਹੋ ਰਹੇ ਉਹਦੀ ਰਿਸਪੋਂਸਿਬਿਲਿਟੀ ਅਸੀਂ ਚੱਕ ਲਈ। ਮਤਲਬ ਇਹ ਕਿੱਦਾਂ ਦੀ ਨੌਨਸੈਂਸ ਆ ਵੀ ਸਾਰਾ ਕੁਝ ਹੋਣ ਦੇ ਬਾਅਦ ਇੱਕ ਮੁੱਖ ਮੰਤਰੀ ਇਹ ਕਹਿੰਦਾ ਫਿਰ ਵੀ ਮੇਰੀ ਜਾਨ ਨੂੰ ਖਤਰਾ, ਮੈਨੂੰ ਮਾਰ ਦਿਓ। ਇਹ ਮਤਲਬ ਅਜੇ ਵੀ ਵਿਕਟਮ ਕਾਰਡ ਖੇਡੀ ਜਾਣਾ। ਇੱਕ ਗਰੀਬ ਘਰ ਦਾ ਬੱਚਾ ਮੁੱਖ ਮੰਤਰੀ ਬਣ ਗਿਆ ਤਾਂ ਲੋਕਾਂ ਨੂੰ ਇਹ ਜੀ ਬਰਦਾਸ਼ਤ ਨਹੀਂ ਹੋ ਰਿਹਾ। ਮਤਲਬ ਇਹ ਕਿੱਦਾਂ ਦੀ ਮੈਂਟੈਲਿਟੀ ਹੈ? ਇਹ ਗਰੀਬਾਂ ਨਾਲ ਕਿਹਦੀ ਵਿਰੋਧਤਾ ਹੈ? ਕਿਸੇ ਦੀ ਵਿਰੋਧਤਾ ਨਹੀਂ ਹੁੰਦੀ ਗਰੀਬਾਂ ਦੇ ਨਾਲ। ਇਹ ਕਦੋਂ ਤੱਕ ਤੁਸੀਂ ਕਾਰਡ ਖੇਡੀ ਜਾਣਾ ਵੀ ਅਸੀਂ ਗਰੀਬ ਹੈ ਤੇ ਸਾਡੀ ਤਾਂ ਵਿਰੋਧਤਾ ਹੋ ਰਹੀ ਹੈ? ਭਗਵੰਤ ਮਾਨ ਦੀ ਵਿਰੋਧਤਾ ਇਸ ਕਰਕੇ ਹੋ ਰਹੀ ਹੈ ਵੀ ਉਹ ਭੰਡ ਹੈ, ਇਸ ਕਰਕੇ ਹੋ ਰਹੀ ਹੈ ਵੀ ਬੇਅੰਤ ਹੈ, ਬੁੱਚੜ ਦਾ ਦੂਜਾ ਰੂਪ ਹੈ, ਇਸ ਕਰਕੇ ਨਹੀਂ ਹੋ ਰਹੀ ਗਰੀਬ ਹੈ। ਗਰੀਬ ਚ ਉਹਦੇ ਨਾਲ ਹੋਰ ਵੀ ਕਈ ਤੁਰੇ ਫਿਰਦੇ। ਹੁਣ ਆਪਾਂ ਕਦੀ ਤੁਸੀਂ ਵੇਖਿਆ ਵੀ ਕਿਸੇ ਗਰੀਬ ਬੰਦੇ ਨੂੰ ਕੋਈ ਗਰੀਬ ਬੰਦੇ ਨੂੰ 1000-1200 ਬੰਦਾ ਸਿਕਿਉਰਿਟੀ ਵਾਲਾ ਕੌਣ ਦਿੰਦਾ? ਪਹਿਲੀ ਗੱਲ ਤੇ ਇਹ ਹੈ ਵੀ ਜਿਹੜੀ ਪੰਜਾਬ ਦੀ ਜਿਹੜੀ ਕੌਮ ਹੀ ਸਮੁੱਚੇ ਰੂਪ ਦੇ ਵਿੱਚ, ਪੰਜਾਬੀ ਕੌਮ, ਸਾਡੀ ਸਿੱਖ ਕੌਮ, ਤੇ ਭਗਵੰਤ ਮਾਨ ਤੇ ਜਿਹੜੀ ਇਹਦੀ ਸੈਨਾ ਹੈ ਸਾਰੀ, ਇਹਨਾਂ ਨੇ ਅੰਡਰਸਟੈਂਡ ਨਹੀਂ ਕੀਤਾ ਵੀ ਜਿਹੜੀ ਕੁਰਸੀ ਨੂੰ ਹੱਥ ਪਾ ਰਹੇ ਨੇ, ਇਸ ਕੁਰਸੀ ਤੇ ਬੈਠ ਕੇ ਕੀ ਕਰਨਾ ਕੀ ਨਹੀਂ ਕਰਨਾ ਇਹ ਵੀ ਬੰਦੇ ਦੇ ਹੱਥ 'ਚ ਨਹੀਂ ਹੁੰਦਾ। ਸੋ ਇਹਨਾਂ ਨੇ ਸੋਚਿਆ ਵੀ ਅਸੀਂ ਜਿਹੜਾ ਮਰਜ਼ੀ ਮੂੰਹ 'ਚ ਬੋਲ ਕੱਢ ਦਈਏ ਤੇ ਕੋਈ ਗੱਲ ਨਹੀਂ, ਮਤਲਬ ਕੁਰਸੀ ਤੇ ਬਹਿ ਕੇ ਪੂਰਾ ਕਰ ਹੀ ਦੇਣਾ ਸ਼ਾਇਦ। ਏਦਾਂ ਨਹੀਂ ਹੁੰਦਾ। ਜਿਹੜੀਆਂ ਇਹ ਲੜਾਈਆਂ ਨੇ ਨਾ, ਇਹ ਲੜਾਈਆਂ ਇਹ 'ਚ ਅੰਡਰਸਟੈਂਡ ਕਰਨਾ ਪੈਂਦਾ ਵੀ ਜਿਹੜਾ ਸ਼ਬਦ ਤੁਸੀਂ ਮੂੰਹ 'ਚੋਂ ਕੱਢ ਰਹੇ ਇਹਨੂੰ ਪੂਰਾ ਕਰਨ ਦਾ ਪੋਟੈਂਸ਼ੀਅਲ ਕਿੰਨਾ, ਕਿਉਂਕਿ ਬੈਕਫਾਇਰ ਹਰ ਚੀਜ਼ ਨੇ ਕਰਨਾ। ਤੁਹਾਡੇ ਸ਼ਬਦਾਂ ਨੇ ਤੁਹਾਨੂੰ ਹੌਂਟ ਕਰਨ ਆਉਣਾ ਹੈ, ਹੋਰ ਕਿਸੇ ਚੀਜ਼ ਨੇ। ਬੰਦੇ ਦਾ ਦੁਸ਼ਮਣ ਕੌਣ ਬਣਦਾ? ਜਿਹੜੇ ਲੋਕ ਭਗਵੰਤ ਮਾਨ ਦੀ ਝਲਕ ਵੇਖਣ ਲਈ ਪਾਗਲ ਹੋ ਜਾਂਦੇ ਸੀ ਅੱਜ ਤੋਂ 6 ਮਹੀਨੇ ਪਹਿਲਾਂ, ਸਾਲ ਪਹਿਲਾਂ, ਉਹ ਲੋਕ ਅੱਜ ਭਗਵੰਤ ਮਾਨ ਨੂੰ ਗਾਲਾਂ ਕੱਢ ਰਹੇ ਨੇ ਸੜਕਾਂ ਤੇ ਖਲੋ ਕੇ। ਲੋਕ ਤੇ ਉਹੀ ਨੇ ਨਾ। ਇਹ ਤਾਂ ਨਹੀਂ ਹੈਗਾ ਵੀ ਪਾਪੂਲੇਸ਼ਨ ਚੇਂਜ ਹੋ ਗਈ ਹੈ ਜਾਂ ਕੋਈ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਟੀਕਾ ਲਾ ਕੇ ਤੇ ਕੋਈ ਬਦਲਾਅ ਕਰਤਾ ਸਾਰੀ ਪਾਪੂਲੇਸ਼ਨ ਦੇ ਵਿੱਚ, ਭਗਵੰਤ ਮਾਨ ਦੇ ਵਿਰੋਧੀ ਬਣਾ ਦਿੱਤਾ ਉਹਨਾਂ ਨੂੰ। ਭਗਵੰਤ ਮਾਨ ਦੇ ਆਪਣੇ ਪ੍ਰੋਮਿਸਸ, ਭਗਵੰਤ ਮਾਨ ਦਾ ਓਵਰ ਐਕਸਟਰੀਮ ਜਾ ਕੇ ਤੇ ਜਿਹੜਾ ਗੱਲਾਂ ਕਰਨੀਆਂ, ਦੂਜਿਆਂ ਨੂੰ ਫੇਲ ਕਹਿਣਾ, ਦੂਜਿਆਂ ਨੂੰ ਇਹ ਕਹਿਣਾ ਵੀ ਇਹ ਫੇਲ ਤਾਂ ਹੋਇਆ ਵੀ ਇਹਨਾਂ ਦੇ ਪਰਸਨਲ ਇਸ਼ੂ ਸੀ। ਹੁਣ ਲੋਕਾਂ ਨੂੰ ਤਾਂ ਐਂ ਲੱਗਦਾ ਸੀ ਭਗਵੰਤ ਮਾਨ ਬਹਿ ਗਿਆ ਹੁਣ ਗੱਲ ਠੀਕ ਹੋ ਜੂ ਸਾਰੀ। ਹੋਇਆ ਕੁਛ ਨਹੀਂ। ਅਲਟੀਮੇਟਲੀ ਇਹ ਕਿਸੇ ਦੇ ਮਿੱਤ ਥੋੜ੍ਹੀ ਹੁੰਦੇ ਲੋਕ। ਤੁਸੀਂ ਪਬਲਿਕ ਹੀਰੋ ਵੀ ਤਾਂ ਬਣਦੇ ਜੋ ਕਿਉਂਕਿ ਲੋਕ ਤੁਹਾਡੇ ਤੇ ਯਕੀਨ ਕਰਦੇ ਨੇ। ਯਕੀਨ ਦੀ ਇੱਕ ਯਕੀਨ ਦਾ ਇੱਕ ਜਿਹੜੀ ਬੇਸ ਲਾਈਨ ਇਹ ਹੈ ਵੀ ਉਹ ਟੁੱਟ ਵੀ ਸਕਦਾ। ਇਹ ਕੋਈ ਪਰਮਾਨੈਂਟ ਰਿਲੇਸ਼ਨਸ਼ਿਪ ਨਹੀਂ ਹੈਗੀ, ਇਹ ਟੂ ਵੇ ਹੀ ਆ ਵੀ ਦੂਜੇ ਪਾਸਿਓਂ ਮਿਲੂਗਾ ਤੇ ਇੱਧਰੋਂ ਵੀ ਮਿਲੂਗਾ, ਜੇ ਨਹੀਂ ਮਿਲੂਗਾ ਤੇ ਨਹੀਂ ਸਹੀ। ਸੋ ਇਹ ਆਪਾਂ ਹੁਣ ਮੈਨੂੰ ਲੱਗਦਾ ਚੈਟਿੰਗ 'ਚ ਵੀ ਕਾਫੀ ਆਏ ਸੀ ਸਵਾਲ ਜਵਾਬ, ਆਪਾਂ ਉਹ ਵੀ ਕਰ ਲਈਏ ਤੇ ਕੁਛ ਉੱਥੇ ਵੀ ਆਏ ਸੀ। ਜਿਹੜੀ ਮੇਰੀ ਮੇਨਲੀ ਇਹ ਆ ਵੀ ਜਿਹੜਾ ਵਾ ਇੰਸਟਾਗ੍ਰਾਮ ਤੇ ਲਾਈਵ ਜਾਂ ਫੇਸਬੁੱਕ ਤੇ ਹੋ ਨਹੀਂ ਪਾਇਆ ਕਿਉਂਕਿ ਉਹਨਾਂ ਨੇ ਬਲੌਕ ਕੀਤਾ ਹੋਇਆ। 6 ਜੂਨ ਤੋਂ ਬਾਅਦ ਪਤਾ ਨਹੀਂ ਕਿਹੜੀ ਪੋਸਟ ਉਹਨਾਂ ਨੂੰ ਨਜ਼ਰ ਆ ਗਈ ਹੈ। ਤੇ ਹੋਰ ਕੋਈ ਜੇ ਤੁਹਾਡਾ ਸਵਾਲ ਹੈ ਤੁਸੀਂ ਚੈਟ 'ਚ ਲਿਖ ਕੇ ਭੇਜ ਦਿਓ। ਤੇ ਬਾਕੀ ਗੁਰ ਸਾਹਿਬ ਜਿਹੜਾ ਤੁਸੀਂ ਕੋਈ ਹੋਵੇ ਆਪਣਾ ਪੜ੍ਹ ਦਿਓ ਸਵਾਲ ਤੇ ਆਪਾਂ ਉਹ ਗੱਲਬਾਤ ਕਰ ਲੈਂਦੇ ਹਾਂ। ਹਾਂਜੀ ਅਮਰ ਵੀਰੇ, ਇੱਕ ਜਿਹੜਾ ਮੁੱਦਾ ਆਪਣਾ ਅੱਜ ਕੱਲ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜਿਹੜਾ ਚੱਲਦਾ ਪਿਆ ਉਹਦੇ ਬਾਬਤ ਹੁਣੀ ਇੱਕ ਮੈਸੇਜ ਆਇਆ ਵੀਰ ਆਪਣੇ
ਹਰਸ਼ ਸਿੰਘ ਦਾ, ਤੇ ਉਹਦੇ ਬਾਰੇ ਤੁਸੀਂ ਥੋੜੇ ਜਿਹੇ ਵਿਚਾਰ ਪੇਸ਼ ਕਰੀਏ ਜੀ। ਹਾਂਜੀ, ਦੇਖੋ ਜਿਹੜਾ ਯੂਨੀਵਰਸਿਟੀ ਦਾ ਮੁੱਦਾ ਹੈ, ਯੂਨੀਵਰਸਿਟੀ ਦੇ ਮੁੱਦੇ 'ਚ ਸਾਨੂੰ ਇੱਕ ਸਮਝਣ ਦੀ ਲੋੜ ਹੈ ਵੀ ਜਿਹੜੀ ਇੰਡੀਆ ਇੱਕ ਫਾਸਿਸਟ ਸਟੇਟ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ, ਤੇ ਹਮੇਸ਼ਾ ਹੀ ਸੀ ਉਹਦੀ ਐਗਜ਼ਿਸਟੈਂਸ ਜਿਹੜੀ ਆ ਫਾਸਿਜ਼ਮ ਤੇ ਖੜੀ ਸੀ ਵੀ ਇੱਕ ਹਿੰਦੂਆਂ ਦਾ ਰਾਜ ਹੋਵੇ, ਹਿੰਦੂ ਉਹਦੇ 'ਚ ਆਪਣੀ ਮਰਜ਼ੀ ਕਰਨ। ਇਹ ਹਰ ਇੱਕ ਸਟੇਟ ਦਾ ਇੱਕ ਪੈਰਾਮੀਟਰ ਬਣ ਜਾਂਦਾ ਵੀ ਉਹਦੇ 'ਚ ਕੀ ਹੋਣਾ ਕੀ ਨਹੀਂ ਹੋਣਾ। ਸੋ ਜਿਹੜੀ ਉਹ ਫਾਸਿਜ਼ਮ ਸੀ ਉਹ ਕਈਆਂ ਨੂੰ ਲੱਗਦਾ ਸੀ ਵੀ ਉਦੋਂ ਮੌਕੇ ਦੇ ਉੱਤੇ ਵੀ ਦੇਖੋ ਜੀ ਇੰਡੀਆ 'ਚ ਕਾਂਗਰਸ ਜਿਹੜੀ ਉਹ ਸੈਕੂਲਰ, ਅੱਜ ਵੀ ਕਈ ਬੇਵਕੂਫੀ ਕਰ ਲੈਂਦੇ ਕਾਂਗਰਸ ਸੈਕੂਲਰ ਹੈ ਤੇ ਬੀਜੇਪੀ ਜਿਹੜੀ ਉਹ ਫਾਸਿਸਟ ਹੈ। ਨਾ, ਏਦਾਂ ਨਹੀਂ ਹੁੰਦਾ। ਡਿਪੈਂਡ ਇਹ ਕਰਦਾ ਹੁੰਦਾ ਵੀ ਇਹ ਨਹੀਂ ਵੀ ਉਹ ਕਿਵੇਂ ਡੀਲ ਕਰ ਰਹੇ ਨੇ, ਉਹ ਕਿਵੇਂ ਪ੍ਰੋਜੈਕਟ ਕਰ ਰਹੇ ਆਪਣੇ ਆਪ ਨੂੰ, ਉਹ ਮਿਨੋਰਿਟੀਜ਼ ਦੇ ਨਾਲ ਕਿਵੇਂ ਡੀਲ ਕਰਦੇ ਆ। ਮੇਨਲੀ ਇਸ ਗੱਲ ਤੋਂ ਸਾਨੂੰ ਅੰਡਰਸਟੈਂਡ ਕਰਨਾ ਚਾਹੀਦਾ। ਜਿਹੜਾ ਸਿੱਖਾਂ ਦਾ ਜੈਨੋਸਾਈਡ ਹੋਇਆ ਕਾਂਗਰਸ ਦੀ ਗਵਰਨਮੈਂਟ ਵੇਲੇ ਹੋਇਆ, ਪਰ ਇਹਦਾ ਮਤਲਬ ਇਹ ਨਹੀਂ ਵੀ ਕਾਂਗਰਸ ਦੀ ਗਵਰਨਮੈਂਟ ਨੇ ਕੀਤਾ। ਕੋਈ ਵੀ ਜੈਨੋਸਾਈਡ ਸਿੱਖਾਂ ਦਾ ਜਿਹੜਾ ਵਾ ਉਹ ਪਬਲਿਕ ਓਪੀਨੀਅਨ ਤੋਂ ਬਿਨਾਂ, ਪਬਲਿਕ ਐਕਸੈਪਟੈਂਸ ਤੋਂ ਬਿਨਾਂ, ਪਬਲਿਕ ਜਿਹੜੀ ਆ ਉਹ ਪਹਿਲਾਂ ਹੀ ਲੋਕਾਂ ਨੂੰ ਭਰੋਸੇ 'ਚ ਲਾਏ ਇੰਡੀਆ ਦੀ ਪਾਪੂਲੇਸ਼ਨ ਨੂੰ, ਉਹਦੇ ਬਿਨਾਂ ਨਹੀਂ ਹੋ ਸਕਦਾ। ਸੋ ਇਹਦਾ ਮਤਲਬ ਇਹ ਆ ਵੀ ਸਾਰਾ ਹਿੰਦੁਸਤਾਨ ਸਾਡੇ ਜੈਨੋਸਾਈਡ 'ਚ ਇਨਵੋਲਵ ਸੀ। ਹੁਣ ਜਿਹੜਾ ਯੂਨੀਵਰਸਿਟੀ ਦਾ ਮੁੱਦਾ ਹੈ, ਮੈਨੂੰ ਦੋ ਤਿੰਨ ਇਤਰਾਜ਼ ਇਹਦੇ 'ਚ ਇਹ ਆ ਵੀ ਜਿਹੜੇ ਅੱਜ ਲਲਕਾਰ ਲਲਕੂਰ ਵਾਲੇ ਉੱਠ ਕੇ ਡਏ ਆ ਵੀ ਯੂਨੀਵਰਸਿਟੀ ਚੱਲ ਚੱਲੀ ਆ ਸਾਡੇ ਹੱਥਾਂ 'ਚੋਂ। ਮੇਰਾ ਸਵਾਲ ਜਵਾਬ ਇਹਨਾਂ ਨਾਲ ਪਿੱਛੇ ਜਿਹੇ ਹੋਇਆ ਸੀ ਤੇ ਮੈਨੂੰ ਇਹ ਕਹਿੰਦੇ ਵੀ ਯੂਨੀਵਰਸਿਟੀ 'ਚ ਕਬਜ਼ਾ ਕਰਨਾ ਚਾਹੁੰਦੇ RSS ਵਾਲੇ। ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਕਰਨਾ ਚਾਹੁੰਦੇ RSS ਵਾਲੇ ਕਬਜ਼ਾ ਕਰਕੇ। ਉਹ ਕਹਿੰਦੇ ਵੀ ਪੰਜਾਬ ਦੇ ਸੱਭਿਆਚਾਰ ਨੂੰ ਤਬਾਹ ਕਰਨਗੇ, ਪੰਜਾਬ ਦੇ ਵਿੱਚ ਜਿਹੜਾ ਵਾ ਉਹ ਹਿੰਦੁਸਤਾਨ ਵਾਲਾ ਨਾਰਾ ਲੈ ਕੇ ਆਉਣਗੇ। ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਵੀ ਤੇ ਇਹੋ ਕੰਮ ਕਰ ਰਹੇ ਜੋ ਪਿਛਲੇ 25-20 ਸਾਲ ਤੋਂ। ਕਾਮਰੇਡਾਂ ਨੇ ਹੋਰ ਕੀ ਕੀਤਾ ਪੰਜਾਬ ਦੀਆਂ ਯੂਨੀਵਰਸਿਟੀਆਂ ਤੇ ਕਬਜ਼ਾ ਕਰਕੇ? ਕਾਮਰੇਡਾਂ ਨੇ ਕਿਹੜਾ ਸੱਭਿਆਚਾਰ ਛੱਡਿਆ? ਕੋਈ ਕਾਮਰੇਡਾਂ ਨੇ ਸਿੱਖੀ ਦੀਆਂ ਜੜ੍ਹਾਂ ਪੁੱਟਣ ਦੀ ਕੋਸ਼ਿਸ਼ ਕੀਤੀ ਯੂਨੀਵਰਸਿਟੀਆਂ ਦੇ ਵਿੱਚੋਂ। ਕਾਮਰੇਡਾਂ ਨੇ ਜਿਹੜੀਆਂ ਸਿੱਖ ਆਰਗੇਨਾਈਜੇਸ਼ਨ ਸੀ ਉਹ ਬੈਨ ਕਰਵਾਈਆਂ। ਕਾਮਰੇਡਾਂ ਨੇ ਸਾਰਾ ਕੰਮ ਕੀਤਾ। ਸੋ ਅੱਜ ਕਾਮਰੇਡਾਂ ਨੂੰ ਕਿਉਂ ਖਤਰਾ ਪੈਦਾ ਹੋ ਗਿਆ ਵੀ ਇੱਕ RSS ਵਰਗੀ ਸੰਸਥਾ ਆ ਰਹੀ ਹੈ? ਮਤਲਬ RSS ਵੀ ਉਹ ਕਰਨਾ ਚਾਹੁੰਦੀ ਹੈ ਜੋ ਕਾਮਰੇਡ ਕਰਨਾ ਚਾਹੁੰਦੇ ਸੀ। ਕਾਮਰੇਡ ਥੋੜੇ ਸਫਿਸਟੀਕੇਟਡ ਸੀ, ਲੁਕਾ ਕੇ ਗੱਲ ਕਰਦੇ ਸੀ, RSS ਸਿੱਧੀ ਲੱਗੀ ਹੋਈ ਹੈ। ਸੋ ਇੱਕ ਤੇ ਸਾਨੂੰ ਇਹ ਵੀ ਅੰਡਰਸਟੈਂਡ ਕਰਨਾ ਪੈਣਾ ਵੀ ਜਿਹੜੇ ਇਹ ਯੂਨੀਵਰਸਿਟੀ ਦੇ ਕੇਂਦਰ 'ਚ ਜਾਣ ਦਾ ਵਿਰੋਧ ਕਰ ਰਹੇ ਨੇ ਉਹਨਾਂ ਦੀ ਆਪਣੀ ਇੰਟੈਂਸ਼ਨ ਕੀ ਹੈ। ਉਹ ਇਹ ਨਹੀਂ ਹੈਗਾ ਵੀ ਉਹ ਪੰਜਾਬ ਦੇ ਪੱਖੀ ਨੇ, ਉਹਨਾਂ ਦੇ ਹੱਥੋਂ ਪਾਵਰ ਨਿਕਲ ਰਹੀ ਹੈ, ਉਹ ਤਾਂ ਵਿਰੋਧ ਕਰ ਰਹੇ ਨੇ। ਪਰ ਇਹਦਾ ਮਤਲਬ ਇਹ ਨਹੀਂ ਵੀ ਯੂਨੀਵਰਸਿਟੀ ਨੂੰ ਜਾਣ ਦੇਣਾ ਚਾਹੀਦਾ, ਨਹੀਂ। ਯੂਨੀਵਰਸਿਟੀ ਪੰਜਾਬ ਦੀ ਹੈ, ਪੰਜਾਬ ਦੇ ਵਿੱਚ ਰਵੇ, ਪੰਜਾਬ ਦੇ ਹੱਕਾਂ, ਪੰਜਾਬ ਦੇ ਰਿਸੋਰਸਿਸ ਲੱਗੇ ਨੇ, ਪੰਜਾਬ ਦੇ ਨੌਜਵਾਨਾਂ ਨੂੰ, ਪੰਜਾਬ ਦੇ ਜਿਹੜਾ ਟੈਲੈਂਟ ਹੈ ਉਹਨੂੰ ਇੱਥੇ ਪ੍ਰਾਇਓਰਟੀ ਮਿਲੇ ਕੋਟੇ ਬੇਸਿਸ ਦੇ ਉੱਤੇ। 90%, 80%, 85% ਕੋਟਾ ਤੈਅ ਹੋਵੇ ਪੰਜਾਬ ਦੇ ਲੋਕਾਂ ਵਾਸਤੇ, ਇਹ ਜ਼ਰੂਰੀ ਹੈ। ਪਰ ਉਹਨਾਂ ਸੱਪਾਂ ਤੋਂ ਜ਼ਰੂਰ ਬਚਣਾ ਚਾਹੀਦਾ ਹੈ ਜਿਹੜੇ ਬੰਦਿਆਂ ਨੇ ਜਿਨ੍ਹਾਂ ਦਾ ਉਹੀ ਮਕਸਦ ਹੈ ਵੀ ਜੇ RSS ਇੱਥੇ ਪੰਜਾਬ ਦੇ ਸੱਭਿਆਚਾਰ ਨੂੰ ਖਤਮ ਕਰਦੀ ਸੀ ਤੇ ਕਾਮਰੇਡ ਜਦੋਂ ਉਹ ਹਿੰਦੁਸਤਾਨ ਵਾਲੀ ਗੱਲ ਕਰਦੇ ਤੇ ਇਹ ਵੀ ਤੇ ਇੰਡੀਅਨ ਵਾਲਾ ਨਾਰਾ ਲੈ ਕੇ ਆਏ ਸੀ ਨਾ ਇੱਥੇ। ਕਾਮਰੇਡਾਂ ਨੇ ਕਿਹਾ ਵੀ ਤੁਸੀਂ ਆਪਣੇ ਆਪ ਨੂੰ ਪੰਜਾਬੀ ਨਾ ਕਹੋ। ਮਤਲਬ ਕਾਮਰੇਡਾਂ ਨੇ ਇਹ ਕਿਹਾ ਵੀ ਤੁਸੀਂ ਸਿੱਖ ਨਹੀਂ, ਅਸੀਂ ਪੰਜਾਬੀ। ਮਤਲਬ ਜਿਹੜੇ ਇਹ ਸਾਰੇ ਗੱਲ ਆ, ਇਹਦੇ 'ਚ ਇੱਕ ਚੀਜ਼ ਅੰਡਰਸਟੈਂਡ ਕਰੀਏ ਵੀ ਯੂਨੀਵਰਸਿਟੀ ਕਿਹਨਾਂ ਨੇ ਰੋਕਣੀ ਹੈ? ਜਿਨ੍ਹਾਂ ਨੇ ਨਹਿਰਾਂ ਦਾ ਜਾਂਦਾ ਪਾਣੀ ਰੋਕਿਆ ਸੀ। ਪੰਜਾਬ ਦਾ ਪਾਣੀ ਵੀ ਤਾਂ ਬਾਹਰ ਜਾ ਰਿਹਾ, ਕਾਮਰੇਡਾਂ ਨੂੰ ਕਿਉਂ ਨਹੀਂ ਦਿਖਦਾ? ਉਹ ਪੰਜਾਬ ਦੀ ਹਰ ਚੀਜ਼ ਪੰਜਾਬ ਤੋਂ ਬਾਹਰ ਜਾ ਰਹੀ ਹੈ, ਉੱਥੇ ਕਿਉਂ ਨਹੀਂ ਕਾਮਰੇਡ ਬੋਲਦੇ? ਕਿਉਂਕਿ ਪੰਜਾਬ ਦੇ ਕਾਮਰੇਡਾਂ ਦਾ ਮਕਸਦ ਇਹ ਹੈ ਵੀ ਜਿਹੜੀ ਚੀਜ਼ ਉਹ ਸੈਂਟਰ ਨਾਲ ਲੜਾਈ ਤਾਂ ਕਰ ਰਿਹਾ ਵੀ ਯਾਰ ਅਸੀਂ ਵੀ ਤਾਂ ਤੁਹਾਡਾ ਕੰਮ ਕਰ ਹੀ ਰਹੇ ਹਾਂ, ਬੈਠੇ ਸਿੱਖਾਂ ਦਾ ਕਹਾਣ ਅਸੀਂ ਵੀ ਤਾਂ ਕਰ ਰਹੇ ਹਾਂ ਨਾ ਯੂਨੀਵਰਸਿਟੀਆਂ 'ਚ ਬਹਿ ਕੇ। ਸੋ ਤੁਸੀਂ ਸਾਡੇ ਹੱਥਾਂ 'ਚ ਖੋ ਕੇ RSS ਨੂੰ ਕਿਉਂ ਡਾਇਰੈਕਟਲੀ ਦੇ ਰਹੇ ਜੋ? ਅਸੀਂ ਕਰ ਰਹੇ ਹਾਂ ਵਧੀਆ ਤਰੀਕੇ ਨਾਲ ਕਿਤੇ ਕੰਮ। ਅਸੀਂ ਇਹਨਾਂ ਦੋਵਾਂ ਦੇ ਹੱਥਾਂ 'ਚ ਯੂਨੀਵਰਸਿਟੀ ਵੀ ਖੋਣੀ ਹੈ, ਇਹਨਾਂ ਦੋਵਾਂ ਦੇ ਹੱਥਾਂ 'ਚੋਂ ਹਰ ਇੱਕ ਪੰਜਾਬ ਦਾ ਅਦਾਰਾ ਖੋ ਕੇ ਤੇ ਸਿੱਖਾਂ ਦੇ ਹੱਥ 'ਚ ਵਾਪਸ ਲੈ ਕੇ ਆਉਣਾ। ਇਹ ਸਾਡਾ ਮਕਸਦ ਹੈ। ਜਿਹੜੇ ਉਹ ਬਾਹਰੇ ਬੋਲਣ ਵਾਲੇ ਹੁੰਦੇ ਆ ਨਾ ਵੀ ਇੱਥੇ ਆਪਣਾ ਇੱਕ ਸੈਕਿੰਡ, ਜਿਹੜੇ ਉਹ ਬਾਹਰੇ ਇਸ ਰੌਲਾ ਪਾਉਣ ਵਾਲੇ ਹੁੰਦੇ ਕਾਮਰੇਡ ਦੇ ਕਵਿਤਾਵਾਂ ਜਿਹੀਆਂ ਲਿਖ ਕੇ ਜਿਹੜੇ ਤੇ ਮਤਲਬ ਉੱਥੇ ਡਏ ਹੁੰਦੇ ਵੀ ਅਸੀਂ ਇਨਕਲਾਬ ਲੈ ਕੇ ਆ ਰਹੇ ਹਾਂ, ਯੂਨੀਵਰਸਿਟੀ ਬਚਾ ਰਹੇ ਹਾਂ, ਉਹਨਾਂ ਨੂੰ ਇਹ ਸਿਰਫ ਸਵਾਲ ਕਰਨ ਦੀ ਲੋੜ ਹੈ ਵੀ ਠੀਕ ਹੈ ਯੂਨੀਵਰਸਿਟੀ ਸਾਡੀ, ਅਸੀਂ ਬਚਾ ਲਾਂਗੇ, ਕੋਈ ਗੱਲ ਨਹੀਂ, ਅਸੀਂ ਪੰਜਾਬ ਹੀ ਬਚਾਉਣਾ ਪੂਰਾ, ਇਕੱਲੀ ਯੂਨੀਵਰਸਿਟੀ ਨਹੀਂ ਬਚਾਉਣੀ। ਪਰ ਤੁਸੀਂ ਆਪਣੀਆਂ ਕਰਤੂਤਾਂ ਦੇ ਵੀ ਕਦੀ ਗੌਰ ਕਰੋ ਵੀ ਤੁਸੀਂ ਕੌਣ ਜੋ? ਤੁਸੀਂ ਅੱਜ ਜੇ RSS ਕਬਜ਼ਾ ਕਰ ਰਹੀ ਹੈ ਯੂਨੀਵਰਸਿਟੀਆਂ ਦੇ ਵਿੱਚ, ਉਹਦਾ ਸਭ ਤੋਂ ਵੱਡਾ ਕਾਰਨ ਤੇ ਆ ਵੀ ਸਿੱਖਾਂ ਨੂੰ, ਸਿੱਖ ਲੀਡਰਸ਼ਿਪ ਨੂੰ, ਸਿੱਖ ਆਰਗੇਨਾਈਜੇਸ਼ਨਸ ਨੂੰ ਉਹਨਾਂ ਯੂਨੀਵਰਸਿਟੀਆਂ 'ਚੋਂ ਬਾਹਰ ਧੱਕਿਆ ਗਿਆ। ਤੇ ਉਹਨਾਂ ਨੂੰ ਧੱਕਿਆ ਗਿਆ ਤੇ ਸਪੇਸ ਮਿਲੀ ਆ ਉਹਨਾਂ ਨੂੰ, ਜਿਹੜੇ ਹਿੰਦੂ ਆਰਗੇਨਾਈਜੇਸ਼ਨ ਉਹਨਾਂ ਨੂੰ ਉੱਥੇ ਆ ਕੇ ਤੇ ਡੋਮੀਨੇਟ ਕਰਨ ਦੀ। ਇਹ ਸਪੇਸ ਕਾਮਰੇਡਾਂ ਨੇ ਪ੍ਰੋਵਾਈਡ ਕੀਤੀ ਹੋਈ ਹੈ।
ਸੋ ਆਪਾਂ ਇਸ ਗੱਲ ਤੇ ਵੀ ਗੌਰ ਰੱਖਣਾ ਹੈ। ਯੂਨੀਵਰਸਿਟੀ ਦਾ ਸੰਘਰਸ਼ ਵੀ ਛੇਤੀ ਆ ਇਲੈਕਸ਼ਨ ਦਾ ਮੁੱਕ ਲੈਣ ਦੋ ਥੋੜਾ ਜਿਹਾ, ਤੇ ਕੋਈ ਨਹੀਂ ਇਸ ਗੱਲ ਦੇ ਉੱਤੇ ਨਵਾਂ ਜਿਹੜਾ ਸੰਘਰਸ਼ ਜ਼ਰੂਰ ਇਹ ਪੰਜਾਬ ਦੇ ਸਿੱਖ ਹੀ ਕਰਨਗੇ। ਤੇ ਇਹ ਗੱਲ ਲਿਖ ਕੇ ਰੱਖ ਲਓ ਵੀ ਪੰਜਾਬ ਦੇ ਹੱਕਾਂ ਲਈ ਕੋਈ ਵੀ ਸੰਘਰਸ਼ ਛੁੱਟਿਆ ਉਹ ਸਿੱਖਾਂ ਨੂੰ ਕਰਨਾ ਪੈਣਾ ਹੈ। ਨਾ ਤੇ ਕਾਮਰੇਡ ਕਰ ਸਕਦੇ, ਨਾ ਇਹਨਾਂ ਦੀ ਲੱਤਾਂ ਭਾਰ ਚੱਲਦੀਆਂ, ਨਾ ਇਹਨੇ ਜੋਗੇ ਆ। ਇਹ ਨਾਰਾ ਲਾ ਕੇ ਛੱਤਰ ਖਾ ਲੈਣਗੇ ਪੁਲਿਸ ਕੋਲ, ਚਾਰ ਹੋਰ ਕੋਈ ਕੰਮ ਨਹੀਂ ਕਰ ਸਕਦੇ। ਸੋ ਸਿੱਖ ਤੇ ਕਰਨਾ ਜਾਣਦੇ ਆ ਸੰਘਰਸ਼ ਵਿੱਚ ਸਿੱਖਾਂ ਨੂੰ ਸੈਂਟਰ ਦਾ। ਸਾਡਾ ਤੇ ਰਿਲੇਸ਼ਨਸ਼ਿਪ ਇਹ ਆ ਵੀ ਠੀਕ ਹੈ ਇੱਕ ਲਿਮਿਟ ਤੱਕ ਅਸੀਂ ਬਰਦਾਸ਼ਤ ਕਰਦੇ ਹਾਂ, ਉਹ ਤੋਂ ਬਾਅਦ ਸਾਨੂੰ ਵੀ ਲੱਗਦਾ ਵੀ ਨਹੀਂ, ਜਦੋਂ ਸਿਰ ਤੋਂ ਪਾਣੀ ਲੰਘਿਆ ਸਾਡੇ ਗੁਰੂ ਦਾ ਹੁਕਮ ਹੈ ਨਾ, ਫਿਰ ਕੀ ਕਰਨਾ। ਉਹ ਤੇ ਯੂਨੀਵਰਸਿਟੀਆਂ ਕਿੱਦਾਂ ਬਾਈਆਂ ਸਾਰਿਆਂ ਨੂੰ ਪਤਾ, ਕੋਈ ਏਡੀ ਮੇਰੇ ਖਿਆਲ ਨਾਲ ਰੌਕਟ ਸਾਇੰਸ ਵਾਲੀ ਗੱਲ ਨਹੀਂ ਹੈਗੀ। ਉਹ ਇਹ ਕਾਮਰੇਡਾਂ ਦੇ ਨਾਰਿਆਂ ਨਾਲ ਨਹੀਂ ਬਚਣੀ ਹੈਗੀ ਯੂਨੀਵਰਸਿਟੀਆਂ। ਹਾਂਜੀ, ਇਹ ਇੱਕ ਅਮਰਤਵੀਰ ਇੱਕ ਸੀਗਾ ਸਵਾਲ, ਜਿੱਦਾਂ ਕੱਲ ਪਰਸੋਂ ਕਿਰਨ ਬੇਦੀ ਨੇ ਇੱਕ ਰਿਮਾਰਕ ਕੀਤਾ ਆਪਣੇ ਸਿੱਖਾਂ ਦੇ ਪ੍ਰਤੀ, ਤੇ ਇੱਕ ਰਾਜੇ ਵੜਿੰਗ ਨੇ ਕੀਤਾ ਵਾ ਖਾਲਿਸਤਾਨ ਦੇ ਪ੍ਰਤੀ, ਕਿ ਖਾਲਿਸਤਾਨ ਬਣਾ ਕੇ ਤੇ ਕਿੱਲੇ ਦਾ ਰੇਟ ਲੱਖ ਜਾਂ 2 ਲੱਖ ਰੁਪਏ ਨੂੰ ਕਿੱਲਾ ਰਹਿ ਜਾਊਗਾ ਪੰਜਾਬ ਦੇ ਵਿੱਚ। ਉਹਦੇ ਬਾਬਤ ਇੱਕ ਦੋ ਸ਼ਬਦ ਤੁਸੀਂ ਬੋਲੀ ਜੀ। ਨਹੀਂ, ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਜਿਹੜਾ ਕਿਰਨ ਬੇਦੀ ਦਾ ਰਿਮਾਰਕ ਹੈ ਉਹਦੇ ਚਲੋ ਸਿੱਖਾਂ ਪ੍ਰਤੀ ਨਫ਼ਰਤ ਉਹਨਾਂ ਦੇ ਮਨ 'ਚ ਪਈ ਹੈ ਤੇ ਉਹ ਨਿਕਲ ਆਉਂਦੀ ਬਾਹਰ ਕਿਸੇ ਵੇਲੇ ਪ੍ਰਤੱਖ ਰੂਪ 'ਚ ਸਾਹਮਣੇ ਆ ਜਾਂਦੀ ਹੈ, ਤੇ ਉਹ ਆਪਾਂ ਨੂੰ ਐਂ ਲੱਗਦਾ, ਆਪਾਂ ਹੈਰਾਨ ਕਿਉਂ ਨੇ ਇਹਨਾਂ ਗੱਲਾਂ ਤੋਂ। ਉਹ ਜਿਹੜੇ ਸਾਡੀਆਂ ਧੀਆਂ ਭੈਣਾਂ ਨੂੰ ਥਾਣੇ 'ਚ ਨੰਗੀਆਂ ਕਰ ਸਕਦੇ, ਜਿਹੜੇ ਸੜਕਾਂ ਤੇ ਸਾਡੀਆਂ ਧੀਆਂ ਭੈਣਾਂ ਦੀ ਬੇਇੱਜ਼ਤੀ ਕਰ ਸਕਦੇ, ਉਹ ਲੋਕ ਆ ਰਿਮਾਰਕ 12 ਵਜੇ ਵਾਲਾ ਦੇਣਾ ਕਿੱਡੀ ਕੁ ਵੱਡੀ ਗੱਲ ਉਹਨਾਂ ਵਾਸਤੇ। ਤਾਂ ਤੁਸੀਂ ਅਜੇ ਵੀ ਐਕਸਪੈਕਟ ਕਰਦੇ ਜੋ ਵੀ ਉਹਨਾਂ ਨੂੰ ਇਹ ਗੱਲ ਕਹਿਣੀ ਨਹੀਂ ਚਾਹੀਦੀ। ਮੈਂ ਤਾਂ ਇਹਨਾਂ ਨੂੰ ਕਹਿਣੀ ਚਾਹੀਦੀ ਵੱਧ ਤੋਂ ਵੱਧ। ਉਹ ਕਹਿਣ, ਸਾਨੂੰ ਪਤਾ, ਸਾਨੂੰ ਅਕਲ ਤੇ ਆਵੇ ਘੱਟੋ ਘੱਟ ਵੀ ਸਾਡਾ ਦੁਸ਼ਮਣ ਕੌਣ ਹੈ। ਮੈਂ ਇਹ ਰਿਸਪੈਕਟ ਕਰਦਾ ਵਾਂ, ਜਿਹੜਾ ਵੀ ਆਪਣੇ ਆਪ ਨੂੰ ਸਾਡਾ ਦੁਸ਼ਮਣ ਦੇ ਰੂਪ 'ਚ ਆਈਡੈਂਟੀਫਾਈ ਕਰ ਰਿਹਾ, ਮੈਂ ਉਹਦੀ ਰਿਸਪੈਕਟ ਕਰਦਾ। ਕਿਰਨ ਬੇਦੀ ਨੇ ਵਧੀਆ ਕੀਤਾ ਸਿੱਖਾਂ ਦੇ ਨਾਲ, ਇਹ ਸਿੱਖਾਂ ਦੇ ਖਿਲਾਫ ਇਹ ਮਜ਼ਾਕ ਕੀਤਾ। ਸਿੱਖਾਂ ਨੂੰ ਪਤਾ ਲੱਗਾ ਵੀ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੀ ਕੀ ਔਕਾਤ ਹੈ। ਸੋ ਜਿਹੜੀ ਕੌਮ ਸਾਡੀਆਂ ਧੀਆਂ ਭੈਣਾਂ ਦਾ ਸ਼ਰੇ ਬਾਜ਼ਾਰ ਜਿਹੜਾ ਵਾ ਬੇਪਤੀ ਕਰ ਸਕਦੀ ਹੈ ਤੇ ਦਿਨਾਂ ਤੱਕ ਚੱਲ ਸਕਦਾ ਕੰਮ ਫੌਜ ਦੀ ਅਗਵਾਈ ਦੇ ਵਿੱਚ ਸਾਰਾ ਕੁਝ, ਉਸ ਕੌਮ ਵੱਲੋਂ ਇਹ ਚੁਟਕਲਾ ਸੁਣਾ ਦੇਣਾ ਕਿੱਡੀ ਕੁ ਵੱਡੀ ਗੱਲ ਹੈ। ਅਸੀਂ ਤੇ ਲਕੀਰ ਖਿੱਚੀ ਹੋਈ ਹੈ, ਸਾਰਿਆਂ ਨੂੰ ਖਿੱਚਣਾ ਨਹੀਂ ਚਾਹੀਦੀ। ਇਹ ਬੜਾ ਵੱਡਾ ਦੂਜਾ ਮਸਲਾ ਰਾਜੇ ਵੜਿੰਗ ਵਾਲਾ ਮਸਲਾ ਹੈ। ਰਾਜੇ ਵੜਿੰਗ ਵਾਲਾ ਮਸਲਾ ਵੀ ਉਹਨੂੰ ਅੱਜ ਪੁੱਛਿਆ ਜਾਣਾ ਚਾਹੀਦਾ ਹੈ ਵੀ ਪੰਜਾਬ 'ਚ ਅੱਜ 20-22 ਲੱਖ ਨੂੰ ਕਿੱਲਾ ਹੈ ਤੇ ਬਿਹਾਰ 'ਚ ਕਿਉਂ ਨਹੀਂ ਹੈਗਾ। ਜੇ ਹਿੰਦੁਸਤਾਨ ਦੇ ਨਾਲ ਰਹਿ ਕੇ ਸਾਡੇ ਕਿੱਲਿਆਂ ਦੇ ਰੇਟ ਵਧਣੇ ਘਟਣੇ ਆ, ਤੇ ਫਿਰ ਪੰਜਾਬ 'ਚ ਜਿਹੜਾ 20-22-25 ਲੱਖ ਨੂੰ ਕਿੱਲਾ ਹੈ ਉਹ ਬਾਕੀ ਰਾਜਾਂ ਦੇ ਵਿੱਚ ਕਿਉਂ ਨਹੀਂ ਹੈਗਾ। ਮਹਾਰਾਸ਼ਟਰ 'ਚ ਕਿੱਲਾ 1.5 ਲੱਖ ਨੂੰ ਆ, ਰਾਜਸਥਾਨ ਚੱਲ ਜਾਓ ਲਾਗੇ ਉੱਥੇ ਰੇਟ ਘੱਟ ਆ, ਹੋਰ ਥਾਂ ਚੱਲ ਜਾਓ, ਇੱਥੇ ਯੂਪੀ ਚੱਲ ਜਾਓ ਉੱਥੇ ਰੇਟ ਘੱਟ ਆ, 2-4-5 ਲੱਖ ਨੂੰ ਕਿੱਲੇ ਵੀ ਮਿਲ ਜਾਂਦੇ ਉੱਥੇ। ਸੋ ਇਹਦਾ ਮਤਲਬ ਇਹ ਆ ਵੀ ਪੰਜਾਬ ਦੇ ਵਿੱਚ ਜਿਹੜਾ ਕਿੱਲੇ ਦਾ ਰੇਟ ਹੈ ਉਹ ਇਸ ਕਰਕੇ ਨਹੀਂ ਹੈਗਾ ਵੀ ਅਸੀਂ ਹਿੰਦੁਸਤਾਨ ਨਾਲ ਰਹਿ ਰਹੇ ਹਾਂ। ਉਹਦੇ ਪਿੱਛੇ ਇੱਕ ਜੈਨੋਸਾਈਡਲ ਪਾਲਿਸੀ ਵੀ ਕੰਮ ਕਰ ਰਹੀ, ਜਿਹੜੀ ਅੰਡਰਸਟੈਂਡ ਕਰਨ ਦੀ ਲੋੜ ਹੈ। ਪੰਜਾਬ ਦੇ ਵਿੱਚ ਜ਼ਮੀਨਾਂ ਦਾ ਰੇਟ ਬਹੁਤ ਵੱਧ ਹੋਣ ਦਾ ਕਾਰਨ ਇਹ ਹੈ ਵੀ ਪੰਜਾਬ 'ਚ ਸਿੱਖ ਜ਼ਮੀਨ ਵੇਚਣ ਤੇ ਬਾਣੀਆਂ ਖਰੀਦਣ, ਹਿੰਦੂ ਖਰੀਦੇ ਸਿੱਖ ਵੇਚੇ ਜ਼ਮੀਨ। ਜ਼ਮੀਨ ਦੀ ਇੰਪੋਰਟੈਂਸ ਇਹ ਹੁੰਦੀ ਹੈ ਵੀ ਜ਼ਮੀਨ ਜਦੋਂ ਵੇਚੀ ਖਰੀਦੀ ਜਾਂਦੀ ਹੈ ਨਾ, ਇਜ਼ਰਾਈਲ ਦੇ ਲੋਕਾਂ ਦੇ ਕੋਲ ਜ਼ਮੀਨਾਂ ਸੀ ਇਜ਼ਰਾਈਲ ਦੇ ਵਿੱਚ, ਤਾਂ ਆਣ ਕੇ ਵਸ ਸਕੇ ਉਹ। ਸੋ ਜੇ ਤੁਸੀਂ ਆਪਣੀ ਜ਼ਮੀਨ ਵੇਚੋਗੇ ਮੌਕੇ ਤੇ ਤੁਹਾਨੂੰ ਪੈਸਾ ਮਿਲੂਗਾ। ਹੁਣ ਪੈਸਾ ਕਿੱਡੀ ਕੁ ਵੱਡੀ ਚੀਜ਼ ਹੁੰਦੀ ਹੈ ਜਿਹੜੀ ਮਤਲਬ ਜੀਵਨ ਦੇ ਵਿੱਚ ਪ੍ਰਵਾਹ ਵਾਸਤੇ ਇੱਕ ਇਹਦੀ ਜ਼ਰੂਰਤ ਹੈਗੀ ਹੈ, ਪਰ ਕੀ ਪੈਸਾ ਤੁਹਾਡੀ ਐਥਨਿਕ ਜਿਹੜੀ ਬੈਕਗਰਾਊਂਡ ਹੈ, ਤੁਹਾਡਾ ਸੱਭਿਆਚਾਰ ਹੈ, ਤੁਹਾਡਾ ਧਰਮ ਹੈ, ਇਹ ਤੋਂ ਵੀ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ। ਸੋ ਇਹਦਾ ਮਤਲਬ ਇਹ ਆ ਵੀ ਪੰਜਾਬ 'ਚ ਜ਼ਮੀਨਾਂ ਦਾ ਰੇਟ ਇਸ ਕਰਕੇ ਵੀ ਵੱਧ ਆ ਵੀ ਪੰਜਾਬ ਦੇ ਵਿੱਚ ਸਿੱਖਾਂ ਨੂੰ ਬੇਜ਼ਮੀਨੇ ਕਰਕੇ ਤੇ ਇਹਨਾਂ ਦਾ ਦਾਅਵਾ ਖਤਮ ਕੀਤਾ ਜਾਵੇ, ਜ਼ਮੀਨਾਂ ਵੇਚ ਕੇ ਸਿੱਖ ਬਾਹਰ ਜਾਣ, ਸਿੱਖ ਇੱਥੋਂ ਉੱਜੜ ਜਾਣ ਤੇ ਇੱਥੇ ਆਣ ਕੇ ਹਿੰਦੂ ਵਸੇ, ਬਿਹਾਰੀ ਵਸਣ, ਇੱਥੇ ਆਣ ਕੇ ਦੂਜੀਆਂ ਕੋਈ ਹੋਰ ਭਾਂਤ ਦੀਆਂ ਵੈਰਾਈਟੀਆਂ ਇੱਥੇ ਆਣ ਕੇ ਵਸ ਜਾਣ। ਸੋ ਇਹਦਾ ਕਾਰਨ ਹੈ। ਦੂਜੀ ਜਿਹੜਾ ਖਾਲਿਸਤਾਨ ਉਹ ਕਹਿੰਦਾ ਵੀ ਬਣ ਕੇ 1.5 ਲੱਖ ਦਾ ਕਿੱਲਾ ਰਹਿ ਜਾਊਗਾ, ਉਹਨੂੰ ਕਿਹਾ ਵੀ 1.5 ਦਾ ਰਹਿ ਜੇ ਜਾਂ 50,000 ਦਾ ਰਹਿ ਜੇ ਜਾਂ ਕੀਮਤ ਖਤਮ ਹੋ ਜੇ, ਕਿੱਲੇ ਵੇਚਣ ਦਾ ਟ੍ਰੈਂਡ ਹੀ ਖਤਮ ਹੋ ਜਾਣਾ ਚਾਹੀਦਾ। ਮਤਲਬ ਦੁਨੀਆ ਭਰ ਦੇ ਵਿੱਚ ਤੁਸੀਂ ਜਿਹੜੇ ਮਰਜ਼ੀ, ਕੈਨੇਡਾ 'ਚ ਕਿੰਨੀ ਸਸਤੀ ਜ਼ਮੀਨ ਹੈ, ਕੈਨੇਡਾ ਦੇ ਵਿੱਚ ਜ਼ਮੀਨ ਜਿਹੜੀ ਆ ਉਹ ਪੰਜਾਬ ਨਾਲੋਂ ਕਿਤੇ ਸਸਤੀ ਹੈ। ਮਤਲਬ ਉੱਥੇ ਕਿਹੜੇ ਵੱਡੇ ਫਾਰਮ ਹਾਊਸ ਲੋਕਾਂ ਨੇ ਲਾਏ ਹੋਏ ਆ। ਅਮਰੀਕਾ ਦੇ ਵਿੱਚ ਜ਼ਮੀਨ ਸਸਤੀ ਹੈ, ਇਹਦਾ ਮਤਲਬ ਇਹ ਆ ਵੀ ਉਹ ਜਿਹੜੀਆਂ ਉਹ ਗਰੋ ਨਹੀਂ ਕਰ ਰਹੀਆਂ, ਮਤਲਬ ਇਕਨੋਮਿਕਲੀ ਕੰਟਰੀਆਂ ਗਰੋ ਕਰ ਰਹੀਆਂ ਨੇ। ਉਹ ਆਲਰੇਡੀ ਜਿਹੜੀਆਂ ਮਤਲਬ ਆਪਾਂ ਕਹਿੰਦੇ ਡਿਵੈਲਪਡ ਕੰਟਰੀਆਂ 'ਚ ਗਿਣੀਆਂ ਜਾਂਦੀਆਂ ਨੇ। ਸਾਰੇ ਥਾਂ 'ਤੇ ਜ਼ਮੀਨ ਸਸਤੀ ਹੈ ਖੇਤੀਬਾੜੀ ਵਾਲੀ। ਪੰਜਾਬ 'ਚ ਮਹਿੰਗੀ ਇਸ ਕਰਕੇ ਹੈ ਕਿਉਂਕਿ ਪੰਜਾਬ 'ਚ ਜ਼ਮੀਨਾਂ ਦੀ ਓਨਰਸ਼ਿਪ ਬਦਲੀ ਜਾ ਰਹੀ ਹੈ। ਸੋ ਇਹ ਆ ਵੀ ਜਿਵੇਂ ਪੰਜਾਬ ਦੇ ਜਿਹੜੀ ਇੱਕ ਹੁੰਦਾ ਨਾ, ਦੇਖੋ ਰੀਅਲ ਸਟੇਟ ਦੀ ਮਾਰਕੀਟ ਹੈ ਤੇ ਜਿਹੜੀ ਦੂਜੀ ਜ਼ਮੀਨ ਖੇਤੀਬਾੜੀ ਜ਼ਮੀਨ ਦੀ ਮਾਰਕੀਟ ਹੈ, ਡਿਫਰੈਂਟ ਚੀਜ਼ਾਂ ਨੇ। ਤੇ ਰਾਜੇ ਵੜਿੰਗ ਨੂੰ ਬੇਵਕੂਫ ਨੂੰ ਇਹ ਨਹੀਂ ਪਤਾ ਹੈਗਾ
ਵੀ ਜਿਹੜਾ ਕੋਈ ਕਿਸੇ ਸ਼ਹਿਰ ਦੇ ਵਿੱਚ ਕੋਈ ਪਲਾਟ ਲੈਣਾ ਤੇ ਇੱਕ ਜ਼ਮੀਨ ਲੈਣੀ, ਦੋ ਡਿਫਰੈਂਟ ਚੀਜ਼ਾਂ, ਦੋ ਡਿਫਰੈਂਟ ਸਕੀਮ ਗਵਰਨਮੈਂਟਾਂ ਨੂੰ ਡਿਫਰੈਂਟਲੀ ਡੀਲ ਕਰਦੀਆਂ। ਜ਼ਮੀਨ ਦੇ ਉੱਤੇ ਇੱਕ ਬਿਲਡਿੰਗ ਖੜੀ ਕਰਨੀ ਹੋਵੇ ਤੇ ਉਹਦੇ ਲਈ ਸੈਂਕੜੇ ਪਰਮਿਸ਼ਨ ਚਾਹੀਦੀਆਂ। ਪੰਜਾਬ 'ਚ ਚਲੋ ਅੱਜ ਕੱਲ੍ਹ ਲੋੜ ਨਹੀਂ ਪੈਂਦੀ ਕਿਉਂਕਿ ਉੱਥੇ ਤੇ ਉਹਨਾਂ ਨੇ ਸ਼ੁਰੂ ਕੀਤਾ ਹੋਇਆ ਵੀ ਪੰਜਾਬੀਆਂ ਦਾ ਉਜਾੜਾ ਕਰਨਾ ਜਿਵੇਂ ਮਰਜ਼ੀ ਕਰੋ। ਪਰ ਤੁਸੀਂ ਕਿਤੇ ਬਾਹਰ ਵੇਖੋ ਵੀ ਉੱਥੇ ਬਿਲਡਿੰਗ ਖੜੀ ਕਰਨੀ ਜਾਂ ਕੀ ਕਰਨਾ, ਉਹਦਾ ਪ੍ਰੋਜੈਕਟ ਕਿਵੇਂ ਅਪਰੂਵ ਕਰਾਉਣਾ, ਉਹ ਖੇਤੀਬਾੜੀ ਵਾਲੀ ਜ਼ਮੀਨ ਖੇਤੀਬਾੜੀ ਤੋਂ ਲੈਦਾ ਕਿਸੇ ਚੀਜ਼ ਦੀ ਨਾ ਵਰਤੀ ਜਾਵੇ, ਇਹਦੇ ਲਈ ਬਹੁਤ ਕੁਝ ਉਹਨਾਂ ਨੇ ਪਲਾਨ ਕੀਤਾ ਹੈ ਗਵਰਨਮੈਂਟ ਨੇ। ਸੋ ਇਸ ਕਰਕੇ ਉੱਥੇ ਜ਼ਮੀਨਾਂ ਦੇ ਰੇਟ ਘੱਟ ਰਹਿੰਦੇ ਆ। ਖੇਤੀਬਾੜੀ ਵਾਲੀ ਜ਼ਮੀਨ ਤੇ ਸਿਰਫ ਖੇਤੀਬਾੜੀ ਕੀਤੀ ਜਾ ਸਕਦੀ ਹੈ। ਪੰਜਾਬ ਦੇ ਵਿੱਚ ਉਲਟਾ ਹੋ ਰਿਹਾ। ਪੰਜਾਬ ਦੇ ਵਿੱਚ ਇਹ ਜ਼ਮੀਨ ਨੂੰ ਬਦਲ ਕੇ ਦੂਜੀ ਜਿਹੜੀ ਆ ਮੇਨ ਆਪਣੀ ਰੀਅਲ ਸਟੇਟ ਦੀ ਜਿਹੜੀ ਇੱਕ ਮੇਨ ਹੈਗੀ ਪਲਾਟ ਕੱਟਣ ਵਾਲੀ ਜਿਹੜੀ ਪਾਲਿਸੀ ਉਹ 'ਚ ਲੈਂਦਾ ਜਾ ਰਿਹਾ। ਸੋ ਮੈਨੂੰ ਲੱਗਦਾ ਰਾਜੇ ਵੜਿੰਗ ਨੂੰ ਵੈਸੇ ਹੀ ਸਕੂਲਿੰਗ ਦੀ ਲੋੜ ਆ। ਉਹਨੂੰ ਬਹੁਤੀ ਕੋਈ ਅਕਲ ਹੈ ਨੀ ਗੀ। ਉਹਨੇ ਉਦਾਂ ਹੀ ਬਿਆਨ ਦੇ ਦਿੱਤਾ ਲੋਕਾਂ ਨੂੰ ਕਹਿਣ ਨੂੰ ਵੀ 1.5 ਲੱਖ ਦਾ ਕਿੱਲਾ ਰਹਿ ਜਾਊਗਾ। ਮੈਂ ਕਹਿੰਦਾ ਕਿੱਲੇ ਦੀ ਕੀਮਤ ਭਾਵੇਂ 50,000 ਰੁਪਏ ਜਾਂ 50 ਰੁਪਏ ਰਹਿ ਜੇ ਮੈਟਰ ਹੀ ਨਹੀਂ ਕਰਦਾ। ਕਿੱਲਾ ਵੇਚਣ ਦੀ ਲੋੜ ਨਾ ਪਊ ਕਿਸੇ ਨੂੰ। ਮਤਲਬ ਹੁਣ ਪੰਜਾਬ ਦੇ ਚੰਗੇ ਭਲੇ ਲੋਕ ਵੀ ਇੱਥੇ ਪੈਲੀ ਵੇਚ ਕੇ ਜਾ ਰਹੇ ਆ, ਜਿਨ੍ਹਾਂ ਦੇ ਕੋਲ ਸਰਦਾ ਵੀ ਆ, ਉਹ ਕਿਉਂ ਜਾ ਰਹੇ ਆ? ਉਹਨਾਂ ਨੂੰ ਇਹ ਤਾਂ ਨਹੀਂ ਹੈਗਾ ਵੀ ਉਹਨਾਂ ਨੂੰ ਰੋਟੀ ਪਾਣੀ ਨਹੀਂ ਮਿਲ ਰਿਹਾ, ਸਾਰਾ ਕੁਝ ਮਿਲ ਰਿਹਾ। ਮਤਲਬ ਇਹ ਆ ਵੀ ਜਿਹੜੀ ਇੱਥੇ ਅਨਰੈਸਟ ਆ ਪੰਜਾਬ ਦੇ ਵਿੱਚ, ਜਿਹੜੀ ਇੱਕ ਬਗਾਨਗੀ ਦਾ ਅਹਿਸਾਸ ਆ ਸਿੱਖਾਂ ਦੇ ਵਾਸਤੇ ਜਿਹੜਾ ਪੰਜਾਬ 'ਚ, ਉਹ ਇੰਪੈਕਟ ਕਰ ਰਿਹਾ ਪੰਜਾਬ ਦੇ ਵਿੱਚ ਮਾਈਗ੍ਰੇਸ਼ਨ ਨੂੰ। ਹੁਣ ਉਹਨੂੰ ਤੁਸੀਂ ਡੀਲ ਕਰਨ ਲਈ ਇਹੋ ਜਿਹੇ ਨਾਅਰੇ ਚਲਾ ਦਿਓ ਵੀ ਇੱਥੇ ਕਿੱਲੇ ਦਾ ਰੇਟ ਘੱਟ ਜੂਗਾ, ਉਹਨੂੰ ਵੀ ਬਿਲਕੁਲ ਘੱਟ ਜਾਣਾ ਚਾਹੀਦਾ ਕਿੱਲੇ ਦਾ ਰੇਟ। ਇਹ ਕੋਈ ਬਹੁਤ ਵੱਡਾ ਇਸ਼ੂ ਨਹੀਂ ਹੈਗਾ। ਇਹ ਜਾਣ ਬੁੱਝ ਕੇ ਇਹ ਸਮਝਿਆ ਕਰੋ। ਇਹ ਜਿਹੜੀਆਂ ਸਟੇਟਮੈਂਟਸ ਆਉਂਦੀਆਂ ਨਾ ਖਾਲਿਸਤਾਨ ਦੇ ਪ੍ਰਤੀ, ਹੁਣ ਇਹਨੇ ਸਟੇਟਮੈਂਟ ਦਿੱਤੀ, ਹੁਣ ਸਾਰੇ ਦਿਆ ਕਰਨਗੇ ਭਵਿੱਖ ਦੇ ਵਿੱਚ, ਸਾਰੇ ਬੰਦੇ ਖਾਲਿਸਤਾਨ ਦੇ ਪ੍ਰਤੀ ਸਟੇਟਮੈਂਟ ਦਿਆ ਕਰਨਗੇ। ਉਹਨਾਂ ਦਾ ਮੇਨ ਟਾਰਗੇਟ ਖਾਲਿਸਤਾਨ ਬਣ ਜੂਗਾ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਖਾਲਿਸਤਾਨ ਦੀ ਮੂਵਮੈਂਟ ਖੜੀ ਹੋ ਰਹੀ ਹੈ ਦੁਬਾਰਾ। ਇਸ ਮੂਵਮੈਂਟ ਦੇ ਵਿੱਚ ਉਹ ਇਹੋ ਜਿਹੀਆਂ ਇਲੌਜੀਕਲ ਸਟੇਟਮੈਂਟਸ ਦੇਣਗੇ ਵੀ ਤੁਹਾਡਾ ਕਿੱਲਾ, ਉਹ ਵੇਖੋ ਕਿੰਨਾ ਪਰਸਨਲ ਜੀ ਗੱਲ ਲੱਗਦੀ ਹੈ ਵੀ ਅੱਜ ਮੈਨੂੰ ਲੱਗੇ ਵੀ ਮੇਰੇ ਕੋਲ 5 ਕਿੱਲੇ ਆ ਤੇ ਮੇਰੇ 1 ਕਰੋੜ ਰੁਪਏ ਦੀ ਜਾਇਦਾਦ ਆ, ਉਹ 5 ਲੱਖ ਦੀ ਰਹਿ ਜਾਊਗੀ ਜਾਂ ਉਹ 6 ਲੱਖ ਦੀ ਰਹਿ ਜਾਊਗੀ। ਮਤਲਬ ਉਹ ਪਰਸਨਲ ਜੀ ਗੱਲ ਕਰਦੇ ਆ ਤਾਂ ਜੋ ਲੋਕਾਂ ਨੂੰ ਇਹ ਇੰਪੈਕਟ ਕਰੇ। ਪਰ ਉਹਨੂੰ ਇਹ ਨਹੀਂ ਪਤਾ ਵੀ ਜਿਹੜੀ ਅੱਜ ਪੰਜਾਬ ਦੇ ਵਿੱਚ 5 ਕਿੱਲੇ ਦੀ ਜਾਇਦਾਦ ਹੋਣ, ਕਰੋੜ ਦੀ ਜਾਇਦਾਦ ਹੋਣ ਦੇ ਬਾਵਜੂਦ ਬੰਦਾ ਰੋਟੀ ਦਾ ਮੁਹਤਾਜ ਹੋਇਆ ਫਿਰਦਾ, ਉਹਦੀ ਗੱਲ ਕੀ ਕਰਨੀ ਹੈ? ਹੁਣ ਪੈਲੀ ਜੇ ਤੁਹਾਡੇ ਕੋਲ ਇੱਕ ਹੀ ਆਪਸ਼ਨ ਹੈ ਵੀ ਤੁਹਾਨੂੰ ਆਪਣੀ ਪੈਲੀ ਵੇਚ ਕੇ ਹੀ ਸਰਵਾਈਵ ਕੀਤਾ ਜਾ ਸਕਦਾ ਹੈ, ਤੇ ਫਿਰ ਇਹਦਾ ਮਤਲਬ ਇਹ ਹੈ ਵੀ ਤੁਸੀਂ ਘਾਟੇ 'ਚ ਜਾਓ। ਉਹ ਭਾਵੇਂ ਕਿੰਨੀ ਵੀ ਮਹਿੰਗੀ ਵਿਕੇ, ਮੈਟਰ ਨਹੀਂ ਕਰਦਾ। ਹਾਂਜੀ ਹਾਂਜੀ, ਇਹ ਇੱਕ ਦੋ ਸਵਾਲ ਆਏ ਆ ਆਪਣੇ ਪੰਜਾਬ ਜਿੱਦਾਂ ਆਪਣੇ ਸ਼ੌਕਦੀਪ ਸਿੰਘ ਮੂਸੇਵਾਲਾ ਜਿਹਨਾਂ ਦਾ ਮਰਡਰ ਹੋਇਆ ਥੋੜੇ ਦਿਨ ਪਹਿਲਾਂ ਨਾ, ਤੇ ਤੁਸੀਂ ਉਹਦੇ ਤੇ ਕੋਈ ਸਟੇਟਮੈਂਟ ਵੀ ਕੋਈ ਦਿੱਤੀ ਨਹੀਂ ਸੀਗੀ ਤੇ ਉਹਦੇ ਬਾਬਤ ਕਹਿ ਰਹੇ ਆ ਸੰਗਤ। ਨਹੀਂ, ਮੈਂ ਇਹਦਾ ਲਿਖਿਆ ਤੇ ਹੈਗਾ ਸੀ ਉਹਦੇ ਬਾਬਤ। ਮੈਂ ਹੁਣ ਉਦਾਂ ਉਹ ਗੱਲ ਕਰਨੀ ਸੀ ਥੋੜੇ ਚਿਰ ਨੂੰ ਇਹਦੇ 'ਚ। ਹਾਂ, ਗੈਂਗਸਟਰ ਕੀ ਜਿੱਦਾਂ ਇੱਕ ਬਾਈ ਜੀ ਨੇ ਲਿਖਿਆ ਵਾ ਕਿ ਗੈਂਗਸਟਰ ਕਲਚਰ ਬਾਰੇ ਤੇ ਜਿਹੜੇ ਗਨ ਲਾਇਸੈਂਸ ਬਾਰੇ ਵੀ ਆਪਣੇ ਜਥੇਦਾਰ ਸਾਹਿਬ ਨੇ ਜਿਹੜਾ ਆਪਾਂ ਨੂੰ ਹੁਕਮ ਜਾਰੀ ਕੀਤਾ ਸੀਗਾ ਅਕਾਲ ਤਖ਼ਤ ਸਾਹਿਬ ਤੋਂ, ਉਹਦੇ ਬਾਰੇ ਵੀ 2 ਸ਼ਬਦ ਬੋਲੀ ਜ਼ਰੂਰ। ਧੰਨਵਾਦ। ਦੇਖੋ, ਜਿਹੜਾ ਪਹਿਲਾਂ ਦੇ ਸਿੱਧੂ ਮੂਸੇਵਾਲੇ ਦਾ ਜਿਹੜਾ ਸ਼ੁਭਦੀਪ ਸਿੰਘ ਦਾ ਜਿਹੜਾ ਕਤਲ ਹੋਇਆ, ਪਹਿਲੀ ਗੱਲ ਤੇ ਇਹ ਅੰਡਰਸਟੈਂਡ ਕਰਨ ਦੀ ਲੋੜ ਹੈ ਵੀ ਇਹ ਕਤਲ ਸਿਆਸੀ ਕਤਲ ਹੈ ਜਾਂ ਇਹ ਕਤਲ ਮਤਲਬ ਕਿਸੇ ਨਿੱਜੀ ਰੰਜਿਸ਼ ਚੋਂ ਉਪਜਿਆ ਕਤਲ ਹੈ। ਕਈ ਵਾਰ ਕਤਲ ਨਿੱਜੀ ਰੰਜਿਸ਼ਾਂ ਚੋਂ ਵੀ ਉਪਜੇ ਹੁੰਦੇ ਆ, ਪਰ ਪ੍ਰੋਬਲਮ ਇਹ ਹੁੰਦੀ ਆ ਵੀ ਸਟੇਟ ਕਿਸੇ ਇੱਕ ਧਿਰ ਨੂੰ ਫ੍ਰੀ ਹੈਂਡ ਦੇ ਦਿੰਦੀ ਆ ਵੀ ਤੁਸੀਂ ਜੋ ਮਰਜ਼ੀ ਕਰੋ। ਸਟੇਟ ਏਦਾਂ ਦੀਆਂ ਧਿਰਾਂ ਖੜੀਆਂ ਕਰ ਦਿੰਦੀ ਆ ਜਿਹੜੀਆਂ ਗੈਂਗ ਦੇ ਰੂਪ 'ਚ ਆਪਰੇਟ ਕਰਦੀਆਂ ਹੁੰਦੀਆਂ ਨੇ, ਪਰ ਉਹ ਕੰਮ ਸਟੇਟ ਦਾ ਕਰ ਰਹੀਆਂ ਨੇ। ਇਹ ਇੱਕ ਥਾਂ ਤੇ ਨਹੀਂ ਹੋਇਆ, ਇਹ ਸਾਰੇ ਥਾਂ ਤੇ ਪ੍ਰੈਕਟਿਸ ਹੁੰਦਾ ਰਿਹਾ। ਈਵਨ ਦੋ ਜਿਹੜੇ ਮਤਲਬ ਤੁਸੀਂ ਆਮ ਜਿੱਦਾਂ ਨਾ ਜੇ ਕਿਸੇ ਨੇ ਜਿਹੜਾ ਮੈਕਸੀਕਨ ਡਰਗ ਕਾਰਟੇਲਸ ਆ ਉਹਨਾਂ ਨੂੰ ਪੜ੍ਹਿਆ ਹੋਵੇ ਪ੍ਰੋਪਰਲੀ, ਫਿਲਮਾਂ ਨਹੀਂ, ਜਿਹੜਾ ਪੜ੍ਹਿਆ ਹੋਵੇ ਪ੍ਰੋਪਰਲੀ, ਤੇ ਉਹਦੇ ਵਿੱਚ ਇਹ ਗੱਲ ਬੜੀ ਜ਼ਾਹਰ ਹੁੰਦੀ ਹੈ ਵੀ ਇੱਕ ਕਾਰਟਲ ਨੂੰ ਜਿਹੜਾ ਸਟੇਟ ਤੋਂ ਵੱਡਾ ਹੋ ਰਿਹਾ ਹੋਵੇ, ਡਰਗ ਕਾਰਟਲ, ਉਹਨੂੰ ਖਤਮ ਕਰਨ ਲਈ ਸਟੇਟ ਦੂਜਾ ਡਰਗ ਕਾਰਟਲ ਪੈਦਾ ਕਰ ਦਿੰਦੀ ਹੈ। ਸੋ ਜਿਹੜੀ ਸਟੇਟ ਇਹ ਕੰਮ ਕਰਦੀ ਰਹਿੰਦੀ ਹੈ ਕਿਉਂਕਿ ਉਹਦੇ ਹੱਥ 'ਚ ਕੰਟਰੋਲ ਹੈ। ਫਰਜ਼ ਕਰੋ ਉਹਨਾਂ ਨੂੰ ਪਤਾ ਨਹੀਂ ਸੀ ਮੂਸੇਵਾਲੇ ਦਾ ਜਿਹੜਾ ਵਾ ਕਤਲ ਹੋ ਸਕਦਾ, ਪਤਾ ਸੀ ਸਾਰਾ ਕੁਝ, ਉਹਦੀ ਸਿਕਿਉਰਿਟੀ ਵਾਪਸ ਲੈਣੀ, ਉਹਦਾ ਸਾਰਾ ਕੁਝ ਕਰਨਾ, ਕਿਸੇ ਦੇ ਥਰੂ ਕਰਾਉਣਾ, ਸਾਰਾ ਕੁਝ ਇਹ ਬੜਾ ਪਲੈਨਡ ਹੈ। ਹੁਣ ਉਹਦਾ ਕਾਰਨ ਕੀ? ਉਹਦੀ 1-2 ਦਿਨ ਦੀ ਪਹਿਲਾਂ ਇੰਟਰਵਿਊ ਸੁਣ ਲਓ ਮੂਸੇਵਾਲੇ ਦੀ। ਇੱਥੋਂ ਤੱਕ ਵੀ ਸੱਚਾਈ ਆ ਵੀ ਮੂਸੇਵਾਲੇ ਨੂੰ ਆਮ ਆਦਮੀ ਪਾਰਟੀ ਨੇ ਦੁਬਾਰਾ ਆਫਰ ਕੀਤਾ ਵੀ ਜਿਹੜਾ ਸਿੰਗਲੇ ਨੇ ਸੀਟ ਛੱਡੀ ਹੈ ਤੂੰ ਉੱਤੇ ਲੜ ਲਾ। ਜਿਹੜੀ ਸਿੰਗਲੇ ਦੀ ਸੀਟ ਹੈ, ਜਿਹੜੀ ਉਹ ਕਰਪਸ਼ਨ ਚਾਰਜਸ ਕਰਕੇ ਜਿਹੜਾ ਉਹਨੂੰ ਡਿਸਮਿਸ ਹੋਣਾ ਹੈ, ਉਹਨੇ ਉਹਦੀ ਥਾਂ ਉਹਨਾਂ ਨੇ ਇਹਨੂੰ ਆਫਰ ਦਿੱਤੀ ਤੇ ਇਹਨੇ ਮਨਾ ਕਰ ਦਿੱਤਾ ਸੀ ਉਹਨਾਂ ਨੂੰ। ਫਿਰ ਉਹ ਤੋਂ ਬਾਅਦ 'ਚ ਇਹਨੇ 1-2 ਗਾਣੇ ਲਿਖੇ ਆ ਜਿਹੜੇ ਇਹਦੀ ਸੋਚ ਨੂੰ ਕਾਫੀ ਸਪਸ਼ਟਤਾ ਵੱਲ ਲੈ ਕੇ ਜਾ ਰਹੇ ਆ ਕਿ ਜਿਹੜਾ SYL ਤੇ ਗਾਣਾ ਸ਼ਾਇਦ ਛੇਤੀ ਰਿਲੀਜ਼ ਹੋਊਗਾ, ਉਹਦੇ ਵਿੱਚ ਬਹੁਤ ਕਲੈਰਿਟੀ ਨਾਲ ਉਹਨੇ ਚੀਜ਼ਾਂ ਨੂੰ ਡਿਫਾਈਨ ਕੀਤਾ ਹੋਇਆ ਵੀ ਪੰਜਾਬ ਦਾ ਤੇ ਦਿੱਲੀ ਦਾ ਵੈਰ ਕੀ ਹੈ। ਦੂਜੀ ਗੱਲ ਇਹ ਆ ਵੀ
ਉਹਨਾਂ ਨੂੰ ਪ੍ਰੋਬਲਮ ਸਟੇਟ ਉਸ ਬੰਦੇ ਨੂੰ ਨਹੀਂ ਮਾਰਦੀ ਜਿਹੜਾ ਪ੍ਰੋਬਲਮ ਬਣ ਚੁੱਕਾ ਹੈ। ਜ਼ਰੂਰੀ ਨਹੀਂ ਵੀ ਉਸੇ ਬੰਦੇ ਨੂੰ ਮਾਰੇ, ਸਟੇਟ ਖਤਮ ਕਰੇ ਜਿਹੜਾ ਪ੍ਰੋਬਲਮ ਬਣ ਚੁੱਕਾ ਉਹਨਾਂ ਵਾਸਤੇ। ਸਟੇਟ ਇਹ ਵੀ ਦੇਖਦੀ ਆ ਵੀ ਭਵਿੱਖ ਦੇ ਵਿੱਚ ਕੋਈ ਕਿੱਡੀ ਕੁ ਵੱਡੀ ਪ੍ਰੋਬਲਮ ਬਣ ਸਕਦਾ। ਹੁਣ ਮੂਸੇਵਾਲੇ ਦਾ ਇਨਫਲੂਐਂਸ ਬਹੁਤ ਸੀ ਨੌਜਵਾਨਾਂ ਦੇ ਉੱਤੇ, ਬਹੁਤ ਜ਼ਿਆਦਾ ਹੈ, ਬਹੁਤ ਵੱਡੇ ਸਕੇਲ ਤੇ ਇਨਫਲੂਐਂਸ ਸੀ। ਹੁਣ ਹੁੰਦਾ ਕੀ ਹੈ ਵੀ ਜਦੋਂ ਐਡੇ ਵੱਡੇ ਇਨਫਲੂਐਂਸ ਵਾਲਾ ਬੰਦਾ ਕੋਈ ਦੂਜੇ ਰਾਹ ਨੂੰ ਤੁਰ ਪੈਂਦਾ, ਜਿਹੜਾ ਰਾਹ ਸਟੇਟ ਨੂੰ ਲੱਗੇ ਵੀ ਉਹਨਾਂ ਵਾਸਤੇ ਬਹੁਤ ਡੇਂਜਰਸ ਹੈ, ਉਹ ਫਿਰ ਉਹਦਾ ਸੋਲਿਊਸ਼ਨ ਏਦਾਂ ਹੀ ਕੱਢ ਦਿੰਦੇ ਵੀ ਕਿਸੇ ਗੈਂਗਵਾਰ ਦਾ ਨਾਂ ਦੇ ਦਿਓ ਜੀ, ਕਿਸੇ ਲਾਰੈਂਸ ਬਿਸ਼ਨੋਈ ਵਰਗੇ ਬੰਦੇ ਨੂੰ ਅੱਗੇ ਕਰਕੇ ਤੇ ਉਹਨੂੰ ਮਤਲਬ ਇਸ਼ਾਰਾ ਹੀ ਕਰ ਦਿਓ। ਸਟੇਟਾਂ ਬਹੁਤ ਕੰਮ ਇਹੋ ਜਿਹੇ ਕਰਾ ਜਾਂਦੀਆਂ ਜਿਹੜੀਆਂ ਕੀਤੀਆਂ ਤੇ ਗੈਂਗਾਂ ਨਹੀਂ ਹੁੰਦੀਆਂ, ਪਰ ਉਹ ਇਸ਼ਾਰੇ ਸਟੇਟ ਦੇ ਤੇ ਚੱਲਦਾ ਹੁੰਦਾ ਸਾਰਾ ਕੌਮੀ ਤੇ ਇਲਜ਼ਾਮ ਉਹਨਾਂ ਨੂੰ ਤੇ ਲੱਗਦਾ ਤੇ ਜਿਹੜੀ ਸਜ਼ਾ ਵੀ ਉਹਨਾਂ ਨੂੰ ਸਟੇਟ ਆਪ ਹੀ ਮਗਰੋਂ ਦੇ ਦਿੰਦੀ ਵੀ ਦੇਖੋ ਜੀ ਅਸੀਂ ਤੇ ਮੂਸੇਵਾਲੇ ਦੇ ਕਾਤਲ ਵੀ ਫੜ ਲਏ ਆ ਤੇ ਸਜ਼ਾ ਵੀ ਦੇ ਦਿੱਤੀ। ਰਿਐਲਿਟੀ ਇਹ ਹੈ ਵੀ ਉਹਨਾਂ ਨੂੰ ਪ੍ਰੋਬਲਮ ਨਹੀਂ ਸੀ ਵੀ ਅੱਜ ਮੂਸੇਵਾਲਾ ਕੀ ਹੈ, ਉਹਨਾਂ ਨੂੰ ਪ੍ਰੋਬਲਮ ਇਹ ਸੀ ਵੀ ਮੂਸੇਵਾਲਾ ਅਗਲੇ ਸਾਲ 2 ਸਾਲਾਂ 'ਚ ਕੀ ਬਣ ਸਕਦਾ। ਇਹ ਸਟੇਟ ਦੇ ਖਿਲਾਫ ਕਿੱਡਾ ਵੱਡਾ ਨੈਰੇਟਿਵ ਸਿਰਜਣ ਦੀ ਪਾਵਰ ਰੱਖਦਾ ਹੈ, ਕਿਉਂਕਿ ਜਿਹੜਾ ਕਲਚਰ ਜਿਹੜਾ ਇੱਕ ਪਿੱਛੇ ਜਿਹੀ ਗੱਲ ਹੋਈ ਸੀ ਵੀ ਸਟੇਟ ਨੇ ਜਿਹੜਾ ਸੱਭਿਆਚਾਰਕ ਜਿਹੜਾ ਕਲਚਰਲ ਜੈਨੋਸਾਈਡ ਸੀ ਉਹਦੇ ਪਾਰਟ ਦੇ ਵਿੱਚ ਪੰਜਾਬ 'ਚ ਕਲਾਕਾਰ ਪੈਦਾ ਕੀਤੇ। ਹੁਣ ਜਿਹੜੀ ਉਹ ਕਲਾਕਾਰਾਂ ਦੀ ਬਹੁਤ ਵੱਡੀ ਉਪਜ ਪੈਦਾ ਕੀਤੀ ਪੰਜਾਬ ਦੇ ਵਿੱਚ, ਉਹ ਇੱਕ ਸਮੇਂ ਤੱਕ ਸਟੇਟ ਦੇ ਪ੍ਰੋ ਸਟੇਟ ਵੀ ਰਹੀ। ਫਿਰ ਉਸ ਤੋਂ ਬਾਅਦ 'ਚ ਉਹਨਾਂ ਨੇ ਮਤਲਬ ਉਹ ਫ੍ਰੀ ਫਲੋਟ ਕਰਨ ਲੱਗ ਪਏ, ਕੋਈ ਕੁੜੀਆਂ ਦੇ ਗਾਣੇ ਗਾਉਣ ਲੱਗ ਪਿਆ, ਕੋਈ ਨਸ਼ੇ ਦੇ ਗਾਣੇ ਗਾਉਣ ਲੱਗ ਪਿਆ। ਸਟੇਟ ਨੂੰ ਉਹਨਾਂ ਚਿਰ ਕੋਈ ਪਰਵਾਹ ਨਹੀਂ ਹੋਈ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਇਹ ਵੀ ਡੈਮੇਜਿੰਗ ਹੀ ਹੈ ਸਾਰਾ ਕੁਝ ਪੰਜਾਬ ਦੇ ਲਈ, ਪੰਜਾਬ ਦੀ ਨੌਜਵਾਨੀ ਨੂੰ ਮਿਸਗਾਈਡ ਕਰਨ ਵਾਸਤੇ ਇਹ ਵੀ ਡੈਮੇਜਿੰਗ ਹੈ। ਉਸ ਤੋਂ ਬਾਅਦ ਹਥਿਆਰਾਂ ਵੱਲ ਨੂੰ ਗਾਣੇ ਸ਼ਿਫਟ ਹੋਏ, ਕੁੜੀਆਂ ਦਾ ਤੋਂ ਅਟੈਂਸ਼ਨ ਖਤਮ ਹੋਈ, ਨਸ਼ੇ ਤੋਂ ਹੋਈ ਖਤਮ ਤੇ ਹਥਿਆਰਾਂ ਨੂੰ ਗਾਣੇ ਸ਼ਿਫਟ ਹੋਏ। ਉਦੋਂ ਸਟੇਟ ਦੇ ਕੁਝ ਪ੍ਰੋ ਕਿਸਮ ਦੇ ਜਿਹੜੇ ਦੱਲੇ ਕਿਸਮ ਦੇ ਲੋਕ ਜਿਹੜੇ ਪੱਤਰਕਾਰ ਹੋ ਗਏ ਆ, ਬਲਤੇਜ ਪੰਨੂ ਵਰਗੇ ਦੂਜੇ ਤੀਜੇ ਲੋਕ ਜਿਹੜੇ ਆ, ਇਹਨਾਂ ਨੇ ਰੌਲਾ ਪਾਉਣਾ ਸ਼ੁਰੂ ਕਰਤਾ ਵੀ ਪੰਜਾਬ 'ਚ ਗਨ ਕਲਚਰ ਆ ਰਿਹਾ। ਹਾਲਾਂਕਿ ਗਨ ਕਲਚਰ ਦਾ ਪੰਜਾਬ 'ਚ ਕੋਈ ਐਵੀਡੈਂਸ ਨਹੀਂ ਹੈਗਾ, ਗਨ ਕਲਚਰ ਦਾ ਪੰਜਾਬ ਦੇ ਵਿੱਚ ਕੋਈ ਬੇਸ ਨਹੀਂ ਬਣਦਾ ਵੀ ਗਨ ਕਲਚਰ ਇੱਕ ਕਹਿ ਦੇਣਾ ਵੀ ਕਲਚਰ ਹੈ ਗਨ ਦਾ। ਔਰ ਗਨ ਕਲਚਰ ਪੰਜਾਬ 'ਚ ਗਨ ਪੋਜੈਸ਼ਨ ਤੇ ਹੈਗਾ, ਗਨ ਵਾਇਲੈਂਸ ਨਹੀਂ ਹੈਗੀ। ਹੁਣ ਇਹ ਤੇ ਉਹ ਗੱਲ ਹੋ ਗਈ ਵੀ ਕੋਈ ਬੰਦਾ ਕਵੇ ਵੀ ਪੰਜਾਬ ਪੁਲਿਸ ਕੋਲੋਂ ਹਥਿਆਰ ਖੋਲੋ ਕਿਉਂਕਿ ਹਥਿਆਰ ਮਾੜੇ ਨੇ। ਇੱਕ ਗੱਲ ਤੇ ਹੋ ਸਕਦੀ ਪੰਜਾਬ ਪੁਲਿਸ ਹਥਿਆਰਾਂ ਨੂੰ ਮਿਸਯੂਜ਼ ਕਰਦੀ ਹੈ, ਜਿਹੜੀ ਕਰ ਰਹੀ ਹੈ ਉਹਨਾਂ ਕੋਲ ਹਥਿਆਰ ਖੋਲੋ ਕਿਉਂਕਿ ਉਹ ਕਰ ਵੀ ਰਹੀ ਹੈ, ਉਹਨਾਂ ਕੀਤੇ ਵੀ ਹਿਸਟੋਰੀਕਲੀ। ਸੋ ਉਹਨਾਂ ਦੇ ਉੱਤੇ ਪੰਜਾਬ ਦੇ ਵਿੱਚ ਜਿਹੜੀ ਨੌਜਵਾਨ ਹੈ, ਜਿਹੜੇ ਸਿਵਿਲੀਅਨ, ਇਹਨਾਂ ਨੇ ਤਾਂ ਕਦੀ ਹਥਿਆਰਾਂ ਦਾ ਮਿਸਯੂਜ਼ ਕੀਤਾ ਨਹੀਂ, ਕੋਈ ਬਹੁਤ ਰੇਅਰ ਕੇਸ ਹੋਊਗਾ ਤੇ ਹੋਊਗਾ। ਸੋ ਪੰਜਾਬ ਨੂੰ ਏਦਾਂ ਟਾਰਗੇਟ ਕਰਕੇ ਇਹਨੂੰ ਬੈਡ ਇਮੇਜ ਦੇਣੀ ਵੀ ਪੰਜਾਬ 'ਚ ਗਨ ਕਲਚਰ ਆ ਗਿਆ, ਗਨ ਕਲਚਰ ਆ ਗਿਆ, ਇਹ ਤਾਂ ਕੀਤਾ ਗਿਆ ਵੀ ਗਨ ਕਲਚਰ ਜਿਹੜਾ ਸ਼ਬਦ ਬਣਾ ਦੋਗੇ ਤੇ ਇਹ ਸ਼ਬਦ ਦੇ ਪਿੱਛੇ ਇੱਕ ਬਹੁਤ ਵੱਡਾ ਨੈਰੇਟਿਵ ਕੰਮ ਕਰਦਾ। ਜਿਵੇਂ ਆਪਾਂ ਅੱਗੇ ਟਰਮੀਨੋਲੋਜੀ ਦੀ ਗੱਲ ਕੀਤੀ, ਥੋੜਾ ਲੰਮਾ ਟੌਪਿਕ ਹੈ, ਅੱਜ ਤੇ ਆਪਾਂ ਪੂਰੀ ਗੱਲ ਨਹੀਂ ਕਰ ਸਕਦੇ ਉੱਤੇ। ਟਰਮੀਨੋਲੋਜੀ ਦੀ ਪ੍ਰੋਬਲਮ ਇਹ ਹੁੰਦੀ ਹੈ ਵੀ ਟਰਮੀਨੋਲੋਜੀ ਦਾ ਗਨ ਕਲਚਰ ਕਹਿ ਦੇਣਾ। ਹੁਣ ਕਈਆਂ ਨੂੰ ਲੱਗ ਸਕਦਾ ਵੀ ਇਹ ਕੋਈ ਮਾੜੀ ਗਲਤ ਨਹੀਂ ਹੈਗੀ ਵੀ ਗਨ ਕਲਚਰ ਹੈ ਵੀ ਮਤਲਬ ਲੋਕ ਮਿਸਯੂਜ਼ ਕਰ ਰਹੇ ਹਥਿਆਰਾਂ ਦਾ। ਨਹੀਂ, ਗਨ ਕਲਚਰ ਸ਼ਬਦ ਅਮਰੀਕਾ 'ਚ ਪੈਦਾ ਹੋਇਆ। ਹੁਣ ਉੱਥੇ ਪ੍ਰੋਬਲਮ ਕੀ ਹੈ ਵੀ ਉੱਥੇ ਜਿਹੜਾ ਗਨ ਪੋਜੈਸ਼ਨ ਦੇ ਉੱਤੇ ਜਿਹੜੀ ਛੂਟਸ ਜਿਹੜੀਆਂ ਉੱਥੇ ਆਪਣੀ ਜਿਹੜੀ ਛੋਟਾਂ ਮਿਲੀਆਂ ਹੋਈਆਂ ਨੇ ਗਨ ਪੋਜੈਸ਼ਨ ਦੇ ਉੱਤੇ ਸਾਰੀਆਂ, ਵੀ ਤੁਸੀਂ ਜਿਹੜਾ ਮਰਜ਼ੀ ਜਾ ਕੇ ਹਥਿਆਰ ਖਰੀਦ ਸਕਦਾ, ਜਾਂ ਉਹਨਾਂ ਦੀ ਇੱਕ ਫਰੀਡਮ ਦੇ ਵਿੱਚ ਇੱਕ ਜਿਹੜੀ ਉਹਨਾਂ ਦੀ ਕਨਸਟੀਟਿਊਸ਼ਨ ਦਾ ਜਿਹੜਾ ਸੈਕਿੰਡ ਅਮੈਂਡਮੈਂਟ ਹੈ ਉਹ ਉਹਨਾਂ ਨੂੰ ਅਲਾਓ ਕਰਦੀ ਹੈ ਸਾਰਾ ਕੁਝ ਪੋਜੈਸ ਕਰਨਾ। ਹੁਣ ਉਹ ਗਨ ਕਲਚਰ ਉਹਦੇ ਖਿਲਾਫ ਇੱਕ ਲੈਫਟ ਨੇ ਉੱਥੇ ਇੱਕ ਨੈਰੇਟਿਵ ਖੜਾ ਕੀਤਾ ਗਨ ਕਲਚਰ ਦਾ ਵੀ ਗਨ ਕਲਚਰ ਬਹੁਤ ਮਾੜਾ ਹੈ, ਬਹੁਤ ਜ਼ਿਆਦਾ ਮਤਲਬ ਮਾੜੀ ਚੀਜ਼ ਹੈ, ਇੱਥੇ ਏਦਾਂ ਹੋ ਰਿਹਾ, ਵਾਇਲੈਂਸ ਹੋ ਰਹੀ, ਸਾਰਾ ਕੁਝ। ਉਹਨਾਂ ਨੇ ਇੱਕ ਪੂਰਾ ਨੈਰੇਟਿਵ ਖੜਾ ਕੀਤਾ। ਜਿਵੇਂ ਫੈਮਿਨਿਜ਼ਮ ਸ਼ਬਦ ਹੈ, ਜਿਵੇਂ ਹੋਰ ਸ਼ਬਦ ਹੈ, ਏਦਾਂ ਹੀ ਗਨ ਕਲਚਰ ਲੈਫਟ ਵੱਲੋਂ ਡਰਾਈਵ ਕੀਤਾ ਜਾਂਦਾ ਸ਼ਬਦ ਹੈ, ਜਿਹਦੇ ਪਿੱਛੇ ਇੱਕ ਬਹੁਤ ਵੱਡੀ ਆਈਡੀਓਲੋਜੀ ਖੜੀ ਹੈ। ਉਹ ਆਈਡੀਓਲੋਜੀ ਦਾ ਪਹਿਲਾ ਮਕਸਦ ਹੈ ਵੀ ਸਿਵਿਲੀਅਨ ਨੂੰ ਅਨਆਰਮ ਕਰ ਦਿਓ। ਸਿਵਿਲੀਅਨ ਦੇ ਹੱਥ ਚੋਂ ਕੋਈ ਵੀ ਉਹਦੀ ਸੈਲਫ ਪ੍ਰੋਟੈਕਸ਼ਨ ਦੀ, ਉਹਦੀ ਸਟੇਟ ਦੇ ਖਿਲਾਫ ਕਿਸੇ ਵੀ ਚੀਜ਼ ਦੀ ਜਿਹੜੀ ਸਟੇਟ ਦੇ ਖਿਲਾਫ ਕੰਮ ਕਰ ਸਕਦੀ ਹੈ, ਕਿਉਂਕਿ ਲੈਫਟ ਦੀ ਆਈਡੀਓਲੋਜੀ ਸਟੇਟ ਡੋਮੀਨੇਟਡ ਆਈਡੀਓਲੋਜੀ ਹੈ। ਉੱਥੇ ਸਿਵਿਲੀਅਨ ਮੈਟਰ ਨਹੀਂ ਕਰਦਾ, ਉੱਥੇ ਰੂਲ ਮੈਟਰ ਕਰਦਾ। ਸੋ ਉੱਥੇ ਉਹਨਾਂ ਨੇ ਨੈਰੇਟਿਵ ਖੜਾ ਕੀਤਾ। ਉਹ ਨੈਰੇਟਿਵ ਉਹਨਾਂ ਨੇ ਕਾਪੀ ਪੇਸਟ ਕਰਕੇ ਪੰਜਾਬ 'ਚ ਸ਼ੁਰੂ ਕਰ ਦਿੱਤਾ, ਜਿਵੇਂ ਬਾਕੀ ਕਰਦੇ ਨੇ ਵੂਮਨ ਐਮਪਾਵਰਮੈਂਟ ਦੇ ਨਾਂ ਦੇ ਉੱਤੇ, ਫੈਮਿਨਿਜ਼ਮ ਦੇ ਨਾਂ ਦੇ ਉੱਤੇ, ਜਿਵੇਂ ਕਾਸਟਿਜ਼ਮ, ਰੇਸਿਜ਼ਮ, ਇਹ ਸਾਰੀ ਟਰਮੀਨੋਲੋਜੀਆਂ ਚੱਕੀ ਜਾਂਦੇ ਨੇ ਜਦੋਂ ਜੀ ਕਰਦਾ। ਉੱਦਾਂ ਹੀ ਉਹਨਾਂ ਨੇ ਪੰਜਾਬ 'ਚ ਗਨ ਕਲਚਰ ਕਰਦਾ। ਹਾਲਾਂਕਿ ਯੂਪੀ ਦਾ ਕ੍ਰਾਈਮ ਰੇਟ ਦੇਖ ਲਓ ਤੁਸੀਂ, ਹਰਿਆਣੇ ਦਾ ਦੇਖ ਲਓ, ਰਾਜਸਥਾਨ ਦਾ ਦੇਖ ਲਓ, ਹਰ ਸਟੇਟ ਦਾ ਦੇਖ ਲਓ ਇੰਡੀਆ ਦੀ ਦਾ, ਤੇ ਪੰਜਾਬ ਦਾ ਦੇਖ ਲਓ ਕੰਪੈਰੇਟਿਵਲੀ, ਪਰ ਨਹੀਂ। ਸੋ ਜਦੋਂ ਗਾਣੇ ਸ਼ਿਫਟ ਹੋਏ ਆ ਗਨਜ਼ ਵੱਲ ਨੂੰ, ਉਹ ਇੱਕ ਇਹ ਹੁੰਦਾ ਵਾ ਵੀ ਟੂਲ ਡਿਵੈਲਪ ਕੀਤਾ ਸੀ ਗਵਰਨਮੈਂਟ ਨੇ, ਇੰਡੀਅਨ ਸਟੇਟ ਨੇ ਟੂਲ ਡਿਵੈਲਪ ਕੀਤਾ ਕਲਚਰਲ ਜੈਨੋਸਾਈਡ ਦਾ। ਟੂਲ ਦੀ ਪ੍ਰੋਬਲਮ ਇਹ ਆ ਵੀ ਟੂਲ ਜਿਹਦੇ ਹੱਥ ਚ ਆਦੇ ਉਹਦਾ ਹੋ ਜਾਂਦਾ। ਜਿਵੇਂ ਹਥਿਆਰ ਬਣਾਈ AK-47 ਰਸ਼ੀਆ ਨੇ ਬਣਾਈ,
ਹੁਣ ਉਹ ਰਸ਼ੀਆ ਦੇ ਖਿਲਾਫ ਵੀ ਯੂਜ਼ ਹੋਈ ਆ ਜਦੋਂ ਇਹਨਾਂ ਦਾ ਅਫਗਾਨਿਸਤਾਨ ਦੇ ਵਿੱਚ ਜਿਹੜਾ ਇਨਵੇਜਨ ਸੀ ਰਸ਼ੀਆ ਦਾ, ਉਹਦੇ ਖਿਲਾਫ AK-47 ਨਾਲ ਲੜੇ ਬਹੁਤ ਉੱਥੇ ਦੇ ਜਿਹੜੇ ਪਠਾਨ ਸੀ। ਸੋ ਇਹਦਾ ਮਤਲਬ ਇਹ ਹੈ ਵੀ ਟੂਲ ਆਪਣੇ ਆਪ ਦੇ ਵਿੱਚ ਕੋਈ ਵੈਲਿਊ ਹੋਲਡ ਨਹੀਂ ਕਰਦਾ ਹੁੰਦਾ, ਜਿਹੜੀ ਮਤਲਬ ਉਹ ਬਾਇਸਨੈਸ ਹੋਲਡ ਨਹੀਂ ਕਰਦਾ। ਜਿਹੜਾ ਟੂਲ ਇਹਨਾਂ ਨੇ ਬਣਾਇਆ ਨਾ ਵੀ ਸਿੰਗਰ ਪੈਦਾ ਕਰਨੇ, ਉਹ ਟੂਲ ਇਹਨਾਂ ਦੇ ਖਿਲਾਫ ਵਰਤਣਾ ਸ਼ੁਰੂ ਹੋ ਗਿਆ ਜਦੋਂ ਹਥਿਆਰਾਂ ਵਾਲੇ ਗਾਣੇ ਆਉਣੇ ਸ਼ੁਰੂ ਹੋ ਗਏ। ਹਥਿਆਰਾਂ ਦੇ ਨਾਲ ਤੁਹਾਡਾ ਜਿਹੜਾ ਫੈਸੀਨੇਸ਼ਨ ਆ ਉਹ ਦੋ ਤਰੀਕੇ ਦੀ ਹੋ ਸਕਦੀ ਹੈ। ਇੱਕ ਤੇ ਤੁਸੀਂ ਸਿਰਫ ਪਾਵਰ ਨੂੰ ਪੋਜੈਸ ਕਰਨਾ ਚਾਹੁੰਦੇ ਜੋ ਵੀ ਪਾਵਰ ਤੁਹਾਡੇ ਹੱਥ 'ਚ ਰਹਿਣੀ ਚਾਹੀਦੀ ਹੈ ਨਾ। ਦੂਜੀ ਇਹ ਗੱਲ ਹੈ ਵੀ ਤੁਹਾਡਾ ਕਲਚਰ ਵੀ ਜੇ ਮੈਚ ਕਰਦਾ, ਕਲਚਰਲੀ ਸਿੱਖ ਹਥਿਆਰਾਂ ਦੇ ਨਾਲ ਬਹੁਤ ਉਹਨਾਂ ਦਾ ਪ੍ਰੇਮ ਹੈ, ਸਿੱਖਾਂ ਦਾ ਸ਼ਸਤਰਾਂ ਦੇ ਨਾਲ ਬੜਾ ਪ੍ਰੇਮ ਹੈ। ਸੋ ਜੇ ਉਹਦੇ ਵੱਲ ਤੁਰ ਪਈ ਗੱਲ, ਉਹਨਾਂ ਨੇ ਆਪਣਾ ਮਾੜਾ ਮੋਟਾ ਵਿਰੋਧ ਸ਼ੁਰੂ ਕੀਤਾ, ਪਰ ਗੱਲ ਉੱਥੇ ਆਣ ਕੇ ਖੜ ਗਈ ਕਿਸਾਨੀ ਮੋਰਚੇ ਤੋਂ ਪਹਿਲਾਂ ਤੇ ਕੁਝ ਸਮਾਂ ਬਾਅਦ 'ਚ, ਜਦੋਂ ਇਹ ਹਥਿਆਰਾਂ ਦੀ ਗਲੋਰੀਫਿਕੇਸ਼ਨ 84 ਸਿੱਖ ਜੈਨੋਸਾਈਡ, ਸਿੱਖ ਸੋਵਰਨਟੀ, ਇਹ ਆਈਡੀਆ ਇਕੱਠੇ ਹੋ ਗਏ ਤੇ ਇਕੱਠੇ ਹੋ ਕੇ ਕਿਹਨਾਂ ਦੇ ਹੱਥ 'ਚ ਆ ਗਏ, ਜਿਨ੍ਹਾਂ ਨੂੰ ਸਰਕਾਰਾਂ ਨੇ ਆਪ ਕਿਸੇ ਮੌਕੇ ਤੇ ਖੜੇ ਕੀਤਾ ਸੀ। ਜਿਹੜੀ ਸਾਰੀ ਸਟਰੀਮ ਨੂੰ ਗਾਣੇ ਕਲਾਕਾਰਾਂ ਦੀ ਉਹ ਆਪ ਉਹਨਾਂ ਨੇ ਖੜੇ ਕੀਤਾ ਹੈ, ਬਰੀਡ ਜਿਹੜੀ ਤਿਆਰ ਕੀਤੀ ਸੀ ਉਹਨਾਂ ਦੇ ਖਿਲਾਫ ਭੁਗਤੀ। ਤੇ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜਿਹੜਾ ਇਹ ਸਿੰਗਰ ਹੈ ਇਹ ਕਿੱਡਾ ਇਨਫਲੂਐਂਸ ਰੱਖਦਾ ਹੀ ਇਹਨਾਂ ਨੂੰ ਪੈਦਾ ਕੀਤਾ ਗਿਆ ਨਾ ਵੀ ਇਹ ਸਮਾਜ ਦੇ ਉੱਤੇ ਬਹੁਤ ਵੱਡਾ ਇਨਫਲੂਐਂਸ ਪਾ ਸਕਦੇ ਤੇ ਬਹੁਤ ਛੇਤੀ ਪਾ ਸਕਦੇ ਆ। ਉਹਨਾਂ ਨੂੰ ਐਂ ਲੱਗਾ ਵੀ ਜਿਹੜਾ ਇਹ ਇਨਫਲੂਐਂਸ ਅਸੀਂ ਸਮਾਜ ਤੇ ਪਾਉਣਾ ਸੀ, ਸਿੱਖਾਂ ਤੇ ਪਾਉਣਾ ਸੀ, ਉਹਨਾਂ ਨੂੰ ਸਿੱਖੀ ਨਾਲੋਂ ਤੋੜ ਕੇ ਪ੍ਰੋ ਇੰਡੀਅਨ, ਜਿਵੇਂ ਗੁਰਦਾਸ ਮਾਨ ਗਾਣਾ ਗਾਉਂਦਾ, ਜਿਹੜੇ ਮੁਲਕ ਦਾ ਖਾਈ ਉਹਦਾ ਬੁਰਾ ਨਹੀਂ ਮੰਗੀਦਾ, ਲੱਖ ਪਰਦੇਸੀ ਹੋਈ ਆਪਣਾ ਦੇਸ਼। ਹੁਣ ਤੁਹਾਨੂੰ ਲੱਗਦਾ ਵੀ ਇਹ ਗਾਣਾ ਐਵੇਂ ਮਤਲਬ ਆ ਗਿਆ ਕਿਤੇ, ਮਤਲਬ ਇਹ ਗਾਣਾ ਕਿਤੇ ਉਹ ਤੁਹਾਨੂੰ ਐਂ ਲੱਗਦਾ ਵਾ ਵੀ ਇਹ ਗਾਣਾ ਬਿਨਾਂ ਕਿਸੇ ਸਮਝ ਤੋਂ, ਬਿਨਾਂ ਕਿਸੇ ਬੂਝ ਤੋਂ ਗਾ ਦਿੱਤਾ ਗਿਆ? ਨਹੀਂ, ਇਹ ਗਾਣਾ ਅਸਲ ਦੇ ਵਿੱਚ ਇਹਦੀ ਇੱਕ ਹਿਸਟੋਰੀਕਲ ਰਿਐਲਿਟੀ ਆ ਵੀ ਗੁਰਦਾਸ ਮਾਨ ਦੇ ਖਾੜਕੂ ਬੜੇ ਫੈਨ ਹੋ ਗਏ ਸੀ। ਕਈ ਖਾੜਕੂ ਸੰਘਰਸ਼ ਚ ਲੜਨ ਵਾਲੇ ਮੁੰਡੇ ਜਿਹੜੇ ਸੀ ਉਹ ਗੁਰਦਾਸ ਮਾਨ ਦੇ ਗਾਣੇ ਸੁਣਦੇ ਹੁੰਦੇ ਸੀ ਵੇਲੇ। ਜਦੋਂ ਮੈਂ ਕੁਝ ਬੰਦਿਆਂ ਨੂੰ ਜਾਣਦਾ ਜਿਹੜੇ ਬੰਦਿਆਂ ਨੇ ਖਾੜਕੂ ਸੰਘਰਸ਼ ਜਦੋਂ ਖਤਮ ਹੋਇਆ ਉਹ ਡਿਸਪਲੇਸ ਹੋ ਕੇ ਦੂਜੀਆਂ ਮੁਲਕਾਂ 'ਚ ਜਾ ਵਸੇ ਹਨਾ, ਉੱਥੇ ਜਾ ਕੇ ਉੱਥੇ ਉਹਦੇ ਗਾਣੇ ਸੁਣਦੇ ਰਹੇ, ਉਹ ਬੰਦੇ ਵੀ ਇਸ ਗੱਲ ਨਾਲ ਐਗਰੀ ਕਰ ਗਏ ਵੀ ਜਿਹੜੇ ਮੁਲਕ ਦਾ ਖਾਈ ਉਹਦਾ ਬੁਰਾ ਨਹੀਂ ਮੰਗੀਦਾ। ਮਤਲਬ ਜਿਹੜੇ ਮੁਲਕ ਨੇ ਲਿਟਰਲੀ ਤੁਹਾਡਾ ਜੈਨੋਸਾਈਡ ਕੀਤਾ ਹੋਵੇ ਤੁਹਾਡਾ ਮੁਲਕ ਨਹੀਂ ਆਓ, ਮਤਲਬ ਅਸੀਂ ਉਹਦਾ ਨਹੀਂ ਖਾ ਰਹੇ, ਉਹ ਸਾਡਾ ਖਾ ਰਿਹਾ। ਪਰ ਉਹਨਾਂ ਨੇ ਇਹ ਗੱਲ ਮਤਲਬ ਜ਼ਾਹਰ ਕਰਾ ਦਿੱਤੀ ਤੁਹਾਡੇ ਅੱਗੇ ਸਿੰਪਲ, ਕਿਉਂਕਿ ਇਨਫਲੂਐਂਸ ਪਾਉਣ ਦੀ ਪਾਵਰ ਕਿੱਡੀ ਵੱਡੀ ਹੈ, ਗੁਰਦਾਸ ਮਾਨ ਦੇ ਕੋਲ ਕਿੱਡੀ ਪਾਵਰ ਸੀ। ਉਸ ਤੋਂ ਬਾਅਦ ਬੱਬੂ ਮਾਨ ਗਾਣਾ ਗਾਉਂਦਾ ਹੈ, ਸਾਡਾ ਪੰਜਾਬ ਮਨਾ ਸਾਡਾ ਕਸ਼ਮੀਰ 1 ਇੰਚ ਛੱਡਣਾ ਦੀ ਖਿੱਚਤੀ ਲਕੀਰ, ਮਤਲਬ ਉਹ ਇੰਡੀਅਨ ਸਟੇਟ ਨੂੰ ਰਿਪਰੈਜ਼ੈਂਟ ਕਰਕੇ ਕਹਿੰਦਾ ਵੀ ਨਾ ਪੰਜਾਬ ਛੱਡਣਾ ਕਸ਼ਮੀਰ ਛੱਡਣਾ। ਸੋ ਇਹਦਾ ਮਤਲਬ ਇਹ ਸੀ ਵੀ ਜਿਹੜਾ ਟੂਲ ਸਟੇਟ ਦੇ ਹੱਥ 'ਚ ਬਹੁਤ ਵਧੀਆ ਚੱਲ ਰਿਹਾ ਸੀ ਸਿੱਖਾਂ ਦੀ ਜੜ੍ਹਾਂ ਵੱਢਣ ਨੂੰ, ਉਹ ਜਦੋਂ ਨੌਜਵਾਨਾਂ ਦੇ ਹੱਥ 'ਚ ਆਇਆ ਜਿਨ੍ਹਾਂ ਨੂੰ ਮਤਲਬ ਕਿਉਂਕਿ ਟੂਲ ਦੀ ਇੱਕ ਜਿਹੜੀ ਨਾ ਨੈਚੁਰਲ ਇੱਕ ਇਹ ਫਨੋਮੀਨਾ ਚੱਲਦਾ ਹੈ ਵੀ ਜਦੋਂ ਕੋਈ ਟੂਲ ਬਣਦਾ ਡਿਵੈਲਪ ਹੁੰਦਾ ਕੁਛ ਸਮਾਂ ਤੇ ਉਹ ਜਿਹਨੇ ਡਿਵੈਲਪ ਕੀਤਾ ਉਹਦੇ ਫੇਵਰ 'ਚ ਹੀ ਰਹਿੰਦਾ ਕਿਉਂਕਿ ਉਹਦੇ ਕੋਲ ਉਹਦਾ ਕੰਟਰੋਲ ਹੁੰਦਾ। ਬਾਅਦ ਜਦੋਂ ਲੂਜ਼ ਹੋਣਾ ਸ਼ੁਰੂ ਹੁੰਦਾ ਹੈ ਅਲਟੀਮੇਟਲੀ ਉਹ ਫਿਰ ਫ੍ਰੀ ਹੋ ਜਾਂਦਾ ਵੀ ਜਿਹਦੇ ਹੱਥ 'ਚ ਆਇਆ ਉਹਦਾ ਹੀ ਆ ਸਾਰਾ ਕੁਛ। ਹੁਣ ਜਿਹਦੇ ਹੱਥ 'ਚ ਨੌਜਵਾਨਾਂ ਦੇ ਅੱਜ ਆ ਗਿਆ ਤੇ ਦੇਖੋ ਖਾਲਿਸਤਾਨ ਦੀ ਗੱਲ ਚੱਲਦੀ ਤੇ ਮੂਸੇਵਾਲੇ ਨੇ ਖਾਲਿਸਤਾਨ ਦੀ ਇੰਟਰਵਿਊ ਦਿੱਤੀ ਤੇ ਹਜ਼ਾਰਾਂ ਖਾਲਿਸਤਾਨੀ ਬਣ ਗਏ ਅਗਲੇ ਦਿਨ ਵੀ, ਠੀਕ ਹੈ, ਕਿਉਂਕਿ ਜਿਹੜੀ ਗਿਲਟ ਖਾਲਿਸਤਾਨ ਦੇ ਖਿਲਾਫ ਤੁਹਾਡੇ ਮਨਾਂ 'ਚ ਭਰੀ ਗਈ ਹੈ ਉਹ ਵੀ ਏਦਾਂ ਭਰੀ ਗਈ ਹੈ, ਨਿਕਲਣੀ ਵੀ ਏਦਾਂ ਸੀ। ਉਹਨਾਂ ਨੂੰ ਇਹ ਡਰ ਹੈ ਵੀ ਮੂਸੇਵਾਲਾ ਅੱਜ ਕੀ ਹੈ ਕੀ ਨਹੀਂ ਹੈਗਾ ਮੈਟਰ ਨਹੀਂ ਕਰਦਾ ਤੇ ਕੱਲ ਨੂੰ ਕੀ ਬਣ ਸਕਦਾ, ਇਹ ਸਭ ਤੋਂ ਵੱਡੀ ਪ੍ਰੋਬਲਮ ਹੈ। ਸੋ ਆਪਾਂ ਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਵੀ ਉਹਦਾ ਜਿਹੜਾ ਕਤਲ ਹੈ ਸਰਫੇਸ ਤੇ ਉਹ ਗੈਂਗਵਾਰ ਵੀ ਲੱਗ ਸਕਦੀ ਹੈ, ਸਰਫੇਸ ਤੇ ਉਹ ਇਹ ਵੀ ਲੱਗ ਸਕਦਾ ਵੀ ਇਹ ਲਾਰੈਂਸ ਬਿਸ਼ਨੋਈ ਜਾਂ ਫਲਾਣੇ ਬੰਦੇ ਦੀ ਦੁਸ਼ਮਣੀ ਸੀ, ਉਹਦੇ ਨਾਲ ਹੋ ਸਕਦੀ ਹੈ ਦੁਸ਼ਮਣੀ ਵੀ। ਪਰ ਸਟੇਟ ਜਿਹਦੇ ਕੋਲ ਐਡਾ ਵੱਡਾ ਨੈਟਵਰਕ ਹੈ ਜਿਹਨੂੰ ਪਤਾ ਇਹ ਸਭ ਕੁਝ ਹੋ ਸਕਦਾ ਹੈ, ਜੇ ਈਵਨ ਦੋ ਸਿਕਿਉਰਿਟੀ ਪੰਜਾਬ ਗਵਰਨਮੈਂਟ ਨੇ ਲਈ ਸੀ ਵਾਪਸ, ਸੈਂਟਰ ਸਟੇਟ ਤੇ ਦੇ ਹੀ ਸਕਦੀ ਸਿਕਿਉਰਿਟੀ ਨੂੰ ਆਪਣੀ, ਮਤਲਬ ਸੈਂਟਰ ਸਟੇਟ ਜਿਹੜੀ ਗਵਰਨਮੈਂਟ ਹੈ ਉਹ ਉਹਦੇ ਕੋਲ ਬਹੁਤ ਰਾਈਟ ਹੈ ਜਿਹੜੇ ਓਵਰ ਰੂਲ ਕਰਕੇ ਪੰਜਾਬ ਦੀ ਗਵਰਨਮੈਂਟ ਨੂੰ ਬਹੁਤ ਕੁਛ ਕਰ ਸਕਦਾ। ਉਹਨਾਂ ਨਹੀਂ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜਿਹੜਾ ਕਲਚਰਲ ਇਨਫਲੂਐਂਸ ਮੂਸੇਵਾਲਾ ਪਾ ਸਕਦਾ ਹੈ ਉਹ ਬਹੁਤ ਘੱਟ ਸਿੰਗਰ ਹੈ ਪੰਜਾਬ 'ਚ ਜਿਹੜੇ ਉਹ ਪਾ ਸਕਦੇ ਆ ਹੋਰ। ਸੋ ਇਹ ਅੰਡਰਸਟੈਂਡ ਕਰੀਏ ਵੀ ਜਿਹੜੀ ਹਕੂਮਤ ਹੈ ਉਹ ਅੱਜ ਤੁਸੀਂ ਕੀ ਜੋ ਇਹਦੇ ਨਾਲੋਂ ਜ਼ਿਆਦਾ ਇਹ ਵੇਖਦੀ ਹੈ ਵੀ ਬੰਦਾ ਅਗਲੇ 2-4 ਸਾਲਾਂ 'ਚ ਕੀ ਬਣਨ ਦਾ ਪੋਟੈਂਸ਼ੀਅਲ ਰੱਖਦਾ। ਉਸ ਕਰਕੇ ਬੰਦੇ ਜਿਹੜਾ ਬਲਦੀਪ ਸਿੱਧੂ ਨੂੰ ਟਾਰਗੇਟ ਕੀਤਾ ਗਿਆ, ਸ਼ਹੀਦ ਕੀਤਾ ਗਿਆ, ਉਹ ਇਸ ਕਰਕੇ ਤੇ ਕੀਤਾ ਹੀ ਗਿਆ ਵੀ ਉਹ ਅੱਜ ਵੀ ਬਹੁਤ ਵੱਡਾ ਇੱਕ ਫਨੋਮੀਨਾ ਬਣ ਗਿਆ ਸੀ ਉਸ ਮੌਕੇ ਦੇ ਉੱਤੇ ਵੀ। ਪਰ ਉਹਨਾਂ ਨੂੰ ਇਹ ਲੱਗਦਾ ਸੀ ਵੀ ਜੇ ਚੱਲਦਾ ਰਿਹਾ ਕੰਮ ਤੇ ਸਾਡੇ ਹੱਥੋਂ ਖੇਡ ਨਿਕਲ ਜੂ ਸਾਰੀ। ਸੋ ਉਹਨਾਂ ਨੇ ਭਵਿੱਖ ਦਾ ਵੇਖਿਆ, ਸਟੇਟਾਂ ਏਦਾਂ ਕੰਮ ਕਰਦੀਆਂ ਆਪਣੇ ਕੋਲ ਥੋੜੀ ਵੀ ਸਵੇਰੇ ਉੱਠੇ ਅੱਜ ਦੀ ਦਿਹਾੜੀ ਦਾ ਕੰਮ ਕਰ ਲਿਆ ਸੌਂ ਗਏ, ਉਹਨਾਂ ਨੇ ਅਗਲੇ 2-4 ਸਾਲ ਦੀ ਪਲੈਨਿੰਗ ਕਰਕੇ ਚੱਲਣਾ। ਸਟੇਟ ਰਨ ਹੀ ਏਦਾਂ ਹੁੰਦੀ ਹੈ।
ਉਹਨਾਂ ਨੇ ਤੁਹਾਡੇ ਮਾਈਂਡ ਨੂੰ ਅਗਲੇ 2-4 ਸਾਲ ਲਈ ਪ੍ਰਪੇਅਰ ਕਰਨਾ ਹੈ। ਮਤਲਬ ਸਹੀ ਕੀ ਆ, ਝੂਠ ਕੀ ਆ, ਸੱਚ ਕੀ, ਉਹਦੀ ਡੈਫੀਨੇਸ਼ਨ ਵੀ ਘੜਨੀ ਆ, ਉਹਨੂੰ ਸਪਰੈਡ ਵੀ ਕਰਨਾ ਹੈ। ਉਹਦੇ ਲਈ ਸਾਰੇ ਟੂਲਸ ਵਰਤਣੇ ਨੇ, ਹਨਾ। ਸੋ ਏਦਾਂ ਇਹਨੂੰ ਥੋੜਾ ਜਿਹਾ ਡੀਪਲੀ ਅੰਡਰਸਟੈਂਡ ਕਰਨ ਦੀ ਲੋੜ ਹੈ। ਗੈਂਗਵਾਰ ਨਹੀਂ ਹੈਗੀ, ਸਰਫੇਸ ਤੇ ਗੈਂਗਵਾਰ ਲੱਗਦੀ ਹੈ, ਪਰ ਇੱਕ ਗੈਂਗ ਨੂੰ ਜੇਲ੍ਹ 'ਚ ਬੈਠਿਆਂ ਨੂੰ ਇੰਨੀ ਪਾਵਰ ਦੇ ਦੇਣੀ, ਪਰ ਏਦਾਂ ਦਾ ਇਨਫਰਾਸਟਰਕਚਰ ਉਹਨਾਂ ਨੂੰ ਦੇ ਦੇਣਾ ਵੀ ਉਹ ਦੂਜਿਆਂ ਨੂੰ ਈਜ਼ਲੀ ਮਾਰ ਦੇਣ। ਇਹਦਾ ਮਤਲਬ ਇਹ ਆ ਵੀ ਇੱਕ ਪ੍ਰੋ ਸਟੇਟ ਜਿਹੜੀ ਗੈਂਗ ਆ, ਉਹਨੇ ਇੱਕ ਆਮ ਬੰਦੇ ਦਾ ਕਤਲ ਕੀਤਾ। ਉਹ ਕਤਲ ਸਟੇਟ ਦੇ ਮਤਲਬ ਸਟੇਟ ਦੇ ਹੱਥ ਉਹਦੇ 'ਚ ਧੋਤੇ ਨਹੀਂ ਹੋ ਸਕਦੇ। ਸਟੇਟ ਦੇ ਹੱਥਾਂ ਦੇ ਬਰਾਬਰ ਖੂਨ ਲੱਗਾ ਉਹਦਾ। ਹਾਂਜੀ, ਇੱਕ ਵੀਰ ਦਾ ਸਵਾਲ ਆਇਆ ਵਾ, ਉਹਨਾਂ ਦਾ ਨਾਮ ਹੈਗਾ ਕਮਲਪ੍ਰੀਤ ਸਿੰਘ। ਉਹ ਕਹਿ ਰਹੇ ਕਿ ਜਿੱਦਾਂ ਕਿ ਹੁਣ ਅੱਜ ਦੀ ਪੋਜੀਸ਼ਨ ਜੋ ਆਪਾਂ ਜਿੱਥੇ ਖੜੇ ਆ, ਆਪਣੇ ਸਿੱਖ ਸਾਰੇ ਖੜੇ ਆ, ਆਪਾਂ ਪੁਰਾਣੇ ਸਮੇਂ ਤੋਂ ਲੈ ਕੇ ਹੁਣ ਤੱਕ ਆਪਾਂ ਇਸ ਵੇਲੇ ਜਿਹੜਾ ਆਪਣਾ ਆਜ਼ਾਦੀ ਦਾ ਰਾਹ ਵਾ, ਆਪਣੇ ਕੋਲ ਉਹਦੇ ਲਈ ਕੀ ਆਪਾਂ ਨੂੰ ਹੁਣ ਕਿਸ ਤਰੀਕੇ ਨਾਲ ਗਾਂ ਦੇ ਬਲੂ ਪ੍ਰਿੰਟ ਆਪਣੇ ਕੋਲ ਕੀ ਹੋਣਾ ਚਾਹੀਦਾ, ਕੀ ਆਪਾਂ ਨੂੰ ਸਟੈਪ ਲੈਣੇ ਚਾਹੀਦੇ ਆ, ਤੇ ਅੱਜ ਦੀ ਸਿਚੁਏਸ਼ਨ ਨੂੰ ਐਨਾਲਾਈਜ਼ ਕਰਕੇ ਜਾਂ ਫਿਊਚਰ ਜਿਹੜੀ ਲੌਂਗ ਜਿਹਦਾ ਲੌਂਗ ਤਰੀਕੇ ਨਾਲ ਆਪਾਂ ਸੋਚੀਏ ਇਨ ਫਿਊਚਰ ਦੇ ਵਿੱਚ ਆਪਾਂ ਕੀ ਕਰਨਾ ਆਪਾਂ ਨੂੰ ਚਾਹੀਦਾ, ਕਿਹੜੇ ਕਿਹੜੇ ਸਟੈਪ ਲੈਣੇ ਚਾਹੀਦੇ। ਅੱਜ ਆਪਾਂ ਕਿਹੜੀ ਜਗ੍ਹਾ ਤੇ ਸਮਾਜ 'ਚ ਖੜੇ ਆ, ਭਾਰਤ ਵਿੱਚ ਸਾਡੀ ਪੋਜੀਸ਼ਨ ਕੀ ਹੈਗੀ ਆ, ਤੇ ਇਨ ਫਿਊਚਰ 'ਚ ਆਪਾਂ ਆਜ਼ਾਦੀ ਦੇ ਰਾਹ ਵੱਲ ਨੂੰ ਕਿੱਦਾਂ ਵੱਧ ਸਕਦੇ ਹਾਂ। ਦੇਖੋ, ਜਿਹੜੀ ਭਾਰਤ 'ਚ ਪੋਜੀਸ਼ਨ ਹੈ ਨਾ, ਉਹ ਸਾਡੀ ਹਮੇਸ਼ਾ ਤੋਂ ਇਹੋ ਸੀ। ਪ੍ਰੋਬਲਮ ਹੁੰਦੀ ਹੈ ਰਿਅਲਾਈਜੇਸ਼ਨ ਦੀ, ਅਹਿਸਾਸ ਦੀ, ਵੀ ਤੁਹਾਨੂੰ ਉਹਦਾ ਅਹਿਸਾਸ ਹੁੰਦਾ ਕਿ ਨਹੀਂ ਹੁੰਦਾ। ਗੁਲਾਮਾਂ ਵਾਸਤੇ ਪੋਜੀਸ਼ਨ ਕਦੇ ਨਹੀਂ ਬਦਲਦੀ। ਮਤਲਬ ਜੇ ਤੁਹਾਨੂੰ ਸਮਾਜ ਦੇ ਵਿੱਚ ਲਿਟਰਲੀ ਜੰਜੀਰਾਂ 'ਚ ਨਹੀਂ ਤਾੜਿਆ ਹੋਇਆ, ਇਹਦਾ ਮਤਲਬ ਇਹ ਨਹੀਂ ਤੁਸੀਂ ਫਰੀ ਜੋ। ਸੋ ਅੱਜ ਜਿਹੜੇ ਹਾਲਾਤ ਤੇ ਕੌਮ ਖੜੀ ਹੈ ਜਾ ਕੇ, ਉਹ ਰਿਅਲਾਈਜੇਸ਼ਨ ਦਾ ਜਿਹੜਾ ਦੌਰ 'ਚ ਗੁਜ਼ਰ ਰਹੀ ਹੈ। ਰਿਅਲਾਈਜ਼ ਕਰ ਰਹੀ ਹੈ ਵੀ ਅਸੀਂ ਕਿੱਥੇ ਆ ਤੇ ਅਸੀਂ ਕੀ ਗਵਾ ਲਿਆ, ਤੇ ਸਾਨੂੰ ਮਤਲਬ ਅੱਗੇ ਭਵਿੱਖ 'ਚ ਕੀ ਕਰਨਾ। ਇਹ ਰਿਅਲਾਈਜੇਸ਼ਨ ਜਿਹੜੀ ਹੁੰਦੀ ਹੈ ਨਾ, ਇਹ ਇਨੀਸ਼ੀਅਲ ਸਟੇਜ ਆ ਕਿਸੇ ਵੀ ਬਹੁਤ ਵੱਡੀ ਮਾਸ ਮੂਵਮੈਂਟ ਦੇ ਖੜੇ ਹੋਣ ਤੋਂ ਪਹਿਲਾਂ ਦੀ ਜਿਹੜੀ ਸਟੇਜ ਹੁੰਦੀ ਹੈ, ਰੀਅਲਾਈਜੇਸ਼ਨ ਹੋਣਾ। ਕਰੰਟ ਸਾਰੇ ਸਟਰਕਚਰਸ ਤੋਂ ਸਿੱਖਾਂ ਦਾ ਜਿਹੜਾ ਭਰੋਸਾ ਉੱਠ ਜਾਣਾ। ਮਤਲਬ ਤੁਸੀਂ ਦੇਖ ਲਓ, ਅੱਜ ਕਿਸੇ ਸਿੱਖ ਨੂੰ ਪੁੱਛੋ ਵੀ ਉਹ ਇੰਡੀਆ ਦੇ ਜੁਡੀਸ਼ੀਅਲ ਸਿਸਟਮ 'ਚ ਬਿਲੀਵ ਕਰਦਾ, ਉਹ ਕਹੂਗਾ ਨਹੀਂ ਕਰਦਾ। ਐਜੂਕੇਸ਼ਨ ਸਿਸਟਮ 'ਚ ਬਿਲੀਵ ਕਰਦਾ, ਨਹੀਂ ਕਰਦਾ। ਉਹ ਜਸਟਿਸ ਸਿਸਟਮ 'ਚ ਨਹੀਂ ਕਰਦਾ, ਉਹ ਪੁਲਿਸ 'ਚ ਨਹੀਂ ਕਰਦਾ, ਉਹ ਫੌਜ 'ਚ ਨਹੀਂ ਕਰਦਾ, ਉਹ ਕਿਸੇ ਵੀ ਇੰਡੀਅਨ ਸਿਸਟਮ 'ਚ ਬਿਲੀਵ ਨਹੀਂ ਕਰਦਾ। ਇਹਦਾ ਮਤਲਬ ਇਹ ਆ ਵੀ ਇੱਕ ਪਾਸੇ ਉਹ ਡਿਟੈਚ ਹੋ ਚੁੱਕਾ ਸਾਰੇ ਸਿਸਟਮ ਨੂੰ, ਦੂਜੇ ਪਾਸੇ ਉਹ ਰਿਅਲਾਈਜ਼ ਕਰ ਰਿਹਾ ਵੀ ਇਹ ਸਿਸਟਮ ਨੇ ਸਾਡੇ ਨਾਲ ਕਿੱਥੇ ਕਿੱਥੇ ਧੱਕਾ ਕੀਤਾ। ਇਹਦਾ ਮਤਲਬ ਦੋ ਚੀਜ਼ਾਂ ਹੋ ਗਈਆਂ। ਇੱਕ ਤੇ ਕਲੀਅਰ ਅੰਡਰਸਟੈਂਡਿੰਗ ਹੋ ਗਈ ਵੀ ਸਿਸਟਮ ਸਾਡਾ ਵਿਰੋਧੀ ਹੈ, ਦੂਜਾ ਰਿਅਲਾਈਜੇਸ਼ਨ ਵੀ ਹੋ ਗਈ ਨਾਲ ਵੀ ਇਹ ਜਿਹੜਾ ਸਿਸਟਮ ਹੈ ਵੀ ਇਹ ਅਸੀਂ ਇਹਦੇ ਗੁਲਾਮ ਆ। ਹੁਣ ਗੁਲਾਮੀ ਦਾ ਅਹਿਸਾਸ ਜਿਹੜਾ ਹੈ, ਇਹ ਕਿਸੇ ਵੀ ਗੁਲਾਮ ਕੌਮ ਵਾਸਤੇ ਸਭ ਤੋਂ ਵੱਡਾ ਗਹਿਣਾ ਕੀ ਹੈ। ਜੇ ਕੋਈ ਬੰਦਾ ਕਿਸੇ ਗੁਲਾਮ ਕੌਮ ਕਿਸੇ ਕੋ ਮੰਗ ਕਰ ਸਕੇ, ਜੇ ਗੁਲਾਮ ਕੌਮ ਕੋਲ ਇੱਕ ਹੀ ਮੰਗ ਹੋਵੇ ਵੀ ਤੁਹਾਨੂੰ ਇੱਕ ਮੰਗ ਤੁਹਾਡੀ ਮਨਜ਼ੂਰ ਆ, ਤੇ ਉਹ ਇਹੋ ਹੀ ਮੰਗ ਉਹਨੂੰ ਕਰਨੀ ਚਾਹੀਦੀ ਹੈ ਵੀ ਸਾਨੂੰ ਗੁਲਾਮੀ ਦਾ ਅਹਿਸਾਸ ਹੋ ਜੇ। ਆਜ਼ਾਦੀ ਦੀ ਮੰਗ ਨਹੀਂ ਕਰਨੀ ਚਾਹੀਦੀ। ਆਜ਼ਾਦੀ ਦੀ ਕਿੱਡੀ ਕੁ ਚੀਜ਼ ਹੈ ਆਜ਼ਾਦੀ। ਪੰਜਾਬ ਦੇ ਵਿੱਚ ਜਿਹੜਾ 1.5-2 ਕਰੋੜ ਸਿੱਖ ਬੈਠਾ, ਉਹਦੇ ਵਾਸਤੇ 10 ਦਿਨਾਂ ਦੀ ਖੇਡ ਆਜ਼ਾਦੀ ਲੈਣੀ ਕਿਤੇ ਹਿੰਦੁਸਤਾਨ ਦੀ ਹਕੂਮਤ ਕੋਲੋਂ। ਮਤਲਬ ਇਹ ਨਿਊਕਲੀਅਰ ਸਟੇਟ ਹੈ ਜੀ। ਇਹ ਗੱਲਾਂ ਪੇਪਰ ਤੇ ਹੁੰਦੀਆਂ ਨੇ, ਇਹਨਾਂ ਗੱਲਾਂ ਦੇ ਕੋਈ ਮਾਇਨੇ ਨਹੀਂ ਹੈਗੇ। ਪੰਜਾਬ ਪੁਲਿਸ ਕਿੰਨੀ 1 ਲੱਖ ਦੇ ਕਰੀਬ ਨਹੀਂ ਹੋਣੀ। ਪੰਜਾਬ ਪੁਲਿਸ 2 ਕਰੋੜ 2.5 ਕਰੋੜ 3 ਕਰੋੜ ਬੰਦੇ ਨੂੰ ਡੀਲ ਕਰ ਰਹੀ ਹੈ। ਮਤਲਬ 3-4 ਹਜ਼ਾਰ ਬੰਦੇ ਪਿੱਛੇ ਇੱਕ ਬੰਦਾ ਹੈ ਪੁਲਿਸ ਦਾ। ਹੁਣ ਤੁਹਾਨੂੰ ਕੀ ਲੱਗਦਾ ਵੀ ਉਹ ਸਾਰੇ ਕਨਫਲਿਕਟ ਦੇ ਵਿੱਚ ਉਹਨਾਂ ਬੰਦਿਆਂ ਨੂੰ ਕੰਟਰੋਲ ਕੀਤਾ ਜਾ ਸਕਦਾ? ਨਹੀਂ ਕੀਤਾ ਜਾ ਸਕਦਾ। ਗੱਲ ਕਿੱਥੇ ਅੜੀ ਹੋਈ ਆ ਵੀ ਅਸੀਂ ਗੁਲਾਮੀ ਦਾ ਅਹਿਸਾਸ ਨਹੀਂ ਕਰ ਰਹੇ। ਸੋ ਇਸ ਕਰਕੇ ਸਾਡੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ, ਸਾਨੂੰ ਅਹਿਸਾਸ ਨਹੀਂ ਹੁੰਦਾ, ਤੇ ਸਾਨੂੰ ਇਹ ਲੱਗਦਾ ਵੀ ਕੋਈ ਪ੍ਰੋਬਲਮ ਨਹੀਂ ਹੈਗੀ। ਸੋ ਹਰ ਗੁਲਾਮ ਕੌਮ ਵਾਸਤੇ ਸਭ ਤੋਂ ਵੱਡਾ ਗਹਿਣਾ ਤੇ ਸਭ ਤੋਂ ਵੱਡੀ ਬਖਸ਼ਿਸ਼ ਇਹ ਆ ਵੀ ਉਹਨੂੰ ਗੁਲਾਮੀ ਦਾ ਅਹਿਸਾਸ ਜਿਹੜਾ ਸਿੱਖਾਂ ਨੂੰ ਹੋ ਰਿਹਾ। ਜਿਉਂ-ਜਿਉਂ ਅਹਿਸਾਸ ਹੋਊਗਾ, ਆਜ਼ਾਦੀ ਦੇ ਰਾਹ ਆਪਣੇ ਆਪ ਨਿਕਲਦੇ ਆ। ਜਿੱਥੇ ਚਾਹ ਉੱਥੇ ਰਾਹ ਵਾਲੀ ਕਹਾਵਤ ਆਪਾਂ ਬੜੀ ਕਹਾਣੀ ਸੁਣਦੇ ਰਹੇ ਹਾਂ ਵੀ ਜਿਹੜਾ ਕਾਂ ਵਾਲੀ ਵੀ ਕਹਾਣੀ ਸੁਣਦੇ ਰਹੇ ਹਾਂ ਵੀ ਜਦੋਂ ਪਾਣੀ ਥੱਲੇ ਚਲ ਗਿਆ, ਜਦੋਂ ਉਹਨੂੰ ਪਿਆਸ ਲੱਗੀ ਤੇ ਉਹਨੇ ਕੰਕਰ ਸੁੱਟੇ, ਇੱਟੇ ਸੁੱਟੇ ਤੇ ਪਾਣੀ ਉੱਤੇ ਆ ਗਿਆ, ਹਨਾ। ਜਦੋਂ ਤੁਹਾਡੇ ਅੰਦਰ ਇਹ ਤ੍ਰਿਸ਼ਨਾ ਜਾਗ ਪਈ, ਤੁਹਾਨੂੰ ਅਹਿਸਾਸ ਹੋ ਗਿਆ ਵੀ ਅਸੀਂ ਗੁਲਾਮ ਆ, ਉਸ ਤੋਂ ਬਾਅਦ ਤੁਹਾਨੂੰ ਕੋਈ ਰੋਡ ਮੈਪ ਦੀ ਲੋੜ ਨਹੀਂ ਪੈਣੀ, ਕਿਸੇ ਬਲੂ ਪ੍ਰਿੰਟ ਦੀ ਲੋੜ ਨਹੀਂ ਪੈਣੀ। ਮਤਲਬ ਉਸ ਤੋਂ ਬਾਅਦ ਦੇ ਵਿੱਚ ਤੁਹਾਡੀ ਆਜ਼ਾਦੀ ਪ੍ਰਤੀ ਇੰਨੀ ਚਾਹਤ ਵੱਧ ਜਾਣੀ ਹੈ ਤੇ ਗੁਲਾਮੀ ਨੂੰ ਤੁਸੀਂ ਇੰਨੀ ਨਫ਼ਰਤ ਕਰਨ ਲੱਗ ਪੈਣਾ, ਫਿਰ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਗੁਲਾਮ ਨਹੀਂ ਰੱਖ ਸਕਦੀ। ਚਾਹੇ ਉਹ ਇੰਡੀਆ ਤੇ ਕੁਛ ਵੀ ਨਹੀਂ, ਫਰਜ਼ ਕਰੋ ਅਮਰੀਕਾ ਕਿਸੇ ਨੂੰ ਗੁਲਾਮ ਨਹੀਂ ਰੱਖ ਸਕਦਾ। ਏਡੀ ਵੱਡੀ ਟੈਕਨੀਕਲ ਐਡਵਾਂਸਮੈਂਟ ਤੋਂ ਬਾਅਦ ਦੇ ਵਿੱਚ ਵੀ, ਏਡੀ ਵੱਡੀ ਮਿਲਟਰੀ ਤੋਂ ਬਾਅਦ ਵੀ, ਜਿਨ੍ਹਾਂ ਦਾ ਮਿਲਟਰੀ ਬਜਟ 700-800 ਬਿਲੀਅਨ ਡਾਲਰ ਨੂੰ ਪਹੁੰਚ ਗਿਆ ਈਅਰਲੀ, ਉਹ ਵੀ ਕਿਸੇ ਨੂੰ ਗੁਲਾਮ ਨਹੀਂ ਰੱਖ ਸਕਦੇ ਕਿਸੇ ਕੌਮ ਨੂੰ, ਜੇ ਕੌਮ ਨੂੰ ਅਹਿਸਾਸ ਹੋ ਜਾਏ ਵੀ ਉਹ ਗੁਲਾਮ ਹੈ। ਸੋ ਇਹ
ਇਹ ਰਿਅਲਾਈਜੇਸ਼ਨ ਹੈ ਜਿਹੜੀ ਅੱਜ ਕੌਮ ਨੂੰ ਹੋ ਰਹੀ ਹੈ, ਇਹ ਬਹੁਤ ਜ਼ਰੂਰੀ ਹੈ। ਇਸ ਰਿਅਲਾਈਜੇਸ਼ਨ ਨੇ ਹੀ ਕੌਮ ਨੂੰ ਇਸ ਚੱਕਰ ਚੋਂ ਬਾਹਰ ਕੱਢਣਾ। ਸੋ ਅੱਜ ਦੇ ਹਾਲਾਤ ਇਹ ਨੇ ਵੀ ਅਸੀਂ ਇੱਕ ਮੋੜ ਤੇ ਖੜੇ ਹਾਂ ਜਿੱਥੇ ਸਾਡੇ ਕੋਲ ਦੋ ਰਾਹ ਆ। ਅਸੀਂ ਜਾਂ ਤੇ ਇਸ ਜਿਹੜਾ ਗੁਲਾਮੀ ਦਾ ਸਾਈਕਲ ਆ ਇਹਦੇ ਵਿੱਚ ਦੁਬਾਰਾ ਘੁੰਮੀਏ, ਦੁਬਾਰਾ ਫਿਰ ਕਹੀਏ ਵੀ ਦੇਖੋ ਜੀ ਸਾਰੇ ਜਿਹੜੇ ਸਾਡੇ ਭੈਣ ਭਰਾ ਵਾ ਇੱਥੇ ਅਸੀਂ ਮਤਲਬ ਮਿਲ ਕੇ ਰਹਿਣਾ ਵਾ, ਪਲਾਨ ਕਰਨਾ, ਟੀਮ ਕਰਨਾ, ਜੋ ਵੀ ਕੁਛ ਜੋ ਵੀ ਨੌਨਸੈਂਸ ਜਿਹੜੀ ਆ ਸਾਰਾ ਕੁਝ ਅਸੀਂ ਦੁਬਾਰਾ ਰਿਪੀਟ ਕਰ ਸਕਦੇ ਹਾਂ, ਜਿਹੜੀ ਕੀਤੀ ਹੋਈ ਹੈ ਸਾਡੇ ਬੰਦਿਆਂ ਨੇ ਪਹਿਲਾਂ ਵੀ ਕੀਤੀ, ਅਸੀਂ ਵੀ ਕੀਤੀ ਹੈ। ਜਾਂ ਅਸੀਂ ਇੱਥੇ ਕਲੀਅਰ ਲਾਈਨ ਖਿੱਚ ਲਈਏ, ਅਸੀਂ ਭਾਈ ਇੱਥੇ ਨਹੀਂ ਰਹਿ ਸਕਦੇ, ਅਸੀਂ ਗੁਲਾਮ ਨਹੀਂ ਰਹਿ ਸਕਦੇ, ਅਸੀਂ ਆਜ਼ਾਦ ਹੋਣਾ ਹੈ। ਕੌਮਾਂ ਇਹ ਜਿਹੜਾ ਸਾਈਕਲ ਦੇ ਵਿੱਚ ਜਿਹੜਾ ਤੁਹਾਡਾ ਐਗਜ਼ਿਟ ਹੈ, ਕਿਸੇ ਵੀ ਸਰਕਲ ਦੇ ਵਿੱਚੋਂ ਤੁਸੀਂ ਬਾਹਰ ਨਿਕਲਣਾ, ਉਹ ਹਰ ਥਾਂ ਤੇ ਨਹੀਂ ਤੁਸੀਂ ਨਿਕਲ ਸਕਦੇ। ਡਿਪੈਂਡ ਕਰਦਾ ਹੁੰਦਾ। ਫੋਰ ਐਗਜ਼ਾਮਪਲ ਤੁਸੀਂ ਕਿਸੇ ਮਤਲਬ ਗੱਡੀ 'ਚ ਬੈਠੇ ਜੋ, ਹੁਣ ਉਹ ਗੱਡੀ ਦੇ ਵਿੱਚ ਤੁਹਾਨੂੰ ਪਤਾ ਵੀ ਉਹ ਜਿਹੜੀ ਡੈਸਟੀਨੇਸ਼ਨ ਨੂੰ ਗੱਡੀ ਜਾ ਰਹੀ ਹੈ ਉਹ ਪ੍ਰੋਬਲਮੈਟਿਕ ਹੈ ਤੁਹਾਡੇ ਵਾਸਤੇ, ਤੁਸੀਂ ਉਤਰਨਾ ਹੈ। ਉਤਰਨ ਦੇ ਵੀ ਕੋਈ ਅਨੁਕੂਲ ਹਾਲਾਤ ਹੋਣੇ ਚਾਹੀਦੇ ਹਨ। ਮਤਲਬ ਏਦਾਂ ਤਾਂ ਨਹੀਂ ਹੋ ਸਕਦਾ ਬਾਰੀ ਖੋਲ ਕੇ ਛਾਲ ਮਾਰ ਕੇ ਮਰ ਜਾਓ ਉੱਥੇ। ਮਤਲਬ ਇਹ ਵੀ ਹਾਲਾਤ ਕਦੇ ਕਦੇ ਪੈਦਾ ਹੁੰਦੇ ਆ ਵੀ ਗੱਡੀ ਮੋੜ ਤੇ ਆ, ਬਿਲਕੁਲ ਹੌਲੀ ਆ, ਹੁਣ ਉਤਰਨੇ ਤੁਹਾਨੂੰ ਰਿਸਕ ਘੱਟ ਹੈ, ਤੁਹਾਡਾ ਐਫਰਟ ਘੱਟ ਲੱਗਣਾ ਹੈ। ਤੁਸੀਂ ਮਤਲਬ ਉਤਰ ਕੇ ਤੁਹਾਡੇ ਕੋਲ ਕੀ ਆਪਸ਼ਨ ਹੈ, ਤੁਸੀਂ ਕਿੱਥੇ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ, ਸਾਰਾ ਕੁਝ ਵੇਖਣਾ ਪੈਂਦਾ ਕੌਮਾਂ ਨੂੰ। ਸੋ ਇਹ ਹਾਲਾਤ ਨੈਚੁਰਲੀ ਵੀ ਕੌਮਾਂ ਦੇ ਵਾਸਤੇ ਐਕਸਟਰਨਲ ਫੋਰਸਿਸ ਕਿਵੇਂ ਕੰਮ ਕਰ ਰਹੀਆਂ ਹੁੰਦੀਆਂ ਨੇ, ਚੀਨ ਦਾ ਇਨਫਲੂਐਂਸ ਕੀ ਹੈ ਇੰਡੀਆ ਦੇ ਉੱਤੇ ਇਸ ਵੇਲੇ, ਜਾਂ ਬਾਕੀ ਇੰਟਰਨੈਸ਼ਨਲ ਜਿਹੜੀ ਆ ਪੋਲੀਟਿਕਸ ਕਿਵੇਂ ਚੱਲਦੀ, ਇਹੋ ਜਿਹੇ ਹਾਲਾਤ ਜਿਹੜੇ ਅੱਜ ਸਿੱਖਾਂ ਦੇ ਬਣੇ ਹੋਏ ਆ ਨਾ pre-47, ਇਹਨੂੰ ਜੇ ਆਪਾਂ ਦੁਬਾਰਾ ਕੋਈ ਕਿਸੇ ਟਰਮੀਨੋਲੋਜੀ 'ਚ ਬੰਨਣਾ ਹੋਵੇ ਤੇ ਆਪਾਂ ਇਹ ਸਿੰਪਲ ਹੀ ਕਹਿ ਸਕਦੇ ਹਾਂ ਵੀ pre-47 ਹਾਲਾਤ ਹੈ ਸਿੱਖਾਂ ਦੇ, ਜਿਹੜੇ 47 ਤੋਂ ਕੁਛ ਸਾਲ ਪਹਿਲਾਂ ਸੀ। ਹੁਣ 47 ਤੋਂ ਕੁਛ ਸਾਲ ਪਹਿਲਾਂ ਅਸੀਂ ਕੀ ਕੁਛ ਗਲਤ ਕੀਤਾ ਉਹ ਅੱਜ ਅਸੀਂ ਨਹੀਂ ਕਰਨਾ। ਸਿੰਪਲ ਫਾਰਮੂਲਾ ਹੈ, ਕੋਈ ਬਹੁਤ ਜ਼ਿਆਦਾ ਕੰਪਲੀਕੇਟਡ ਮਸਲਾ ਨਹੀਂ, ਬਹੁਤ ਜ਼ਿਆਦਾ ਬ੍ਰੇਨ ਸਟੋਰਮਿੰਗ ਦੀ ਲੋੜ ਨਹੀਂ ਹੈਗੀ। 47 ਤੋਂ ਪਹਿਲਾਂ ਅਸੀਂ ਇੱਕ ਬਹੁਤ ਵੱਡੀ ਬੱਜਰ ਗਲਤੀ ਕੀਤੀ, ਹਿੰਦੂਆਂ ਨੂੰ ਆਪਣਾ ਦੋਸਤ ਸਮਝਿਆ। ਅਸੀਂ ਇਹ ਸਮਝਿਆ ਵੀ ਹਿੰਦੂ ਜਿਹੜਾ ਵਾ ਅਸੀਂ ਉਹਨਾਂ ਦੇ ਨਾਲ ਰਹਿ ਸਕਦੇ। 47 ਤੋਂ ਪਹਿਲਾਂ ਸਾਨੂੰ ਇਹ ਲੱਗਾ, ਅੱਜ ਸਾਨੂੰ ਉਹ ਰਿਅਲਾਈਜੇਸ਼ਨ ਹੋਈ ਆ ਵੀ ਨਹੀਂ ਰਹਿ ਸਕਦੇ। ਨਫ਼ਰਤ ਨਹੀਂ ਅਸੀਂ ਕਰਦੇ ਹਿੰਦੂਆਂ ਨੂੰ, ਨਾ ਮੁਸਲਮਾਨਾਂ ਨੂੰ ਕਰਦੇ, ਨਾ ਕਿਸੇ ਹੋਰ ਨੂੰ ਕਰਦੇ। ਨਫ਼ਰਤ ਨਾ ਕਰਨ ਦਾ ਅਰਥ ਇਹ ਨਹੀਂ ਹੁੰਦਾ ਵੀ ਤੁਸੀਂ ਮਤਲਬ ਕਿਸੇ ਨੂੰ ਆਪਣੇ ਘਰ 'ਚ ਹੀ ਵਾੜ ਲਓ। ਹੁਣ ਤੁਸੀਂ ਕਦੀ ਸੁਣਿਆ ਵੀ ਕੋਈ ਬੰਦਾ ਤੁਹਾਡੇ ਘਰ ਗਾੜੀ ਆਣ ਕੇ ਕਵੇ ਮੈਂ ਤੁਹਾਡੇ ਨਾਲ ਰਹਿਣਾ, ਤੁਸੀਂ ਕਹੋ ਵੀ ਨਹੀਂ ਅਸੀਂ ਨਹੀਂ ਤੈਨੂੰ ਰੱਖ ਸਕਦੇ, ਉਹ ਕਹੇ ਤੁਸੀਂ ਮੈਨੂੰ ਨਫ਼ਰਤ ਕਰਦੇ ਜੀ। ਏਦਾਂ ਨਹੀਂ ਗੱਲ ਹੁੰਦੀ। ਗੱਲ ਇਹ ਆ ਵੀ ਸਾਡੀ ਇੱਕ ਪਰਸਨਲ ਸਪੇਸ ਆ, ਸਾਡਾ ਇੱਕ ਕਲਚਰ ਆ, ਸਾਡਾ ਇੱਕ ਸੱਭਿਆਚਾਰ, ਇੱਕ ਧਰਮ ਆ, ਸਾਨੂੰ ਇੱਕ ਕੌਮੀ ਰੂਪ 'ਚ ਇੱਕ ਡਿਫਾਈਨ ਕਰਦੀ ਇੱਕ ਪਰਿਭਾਸ਼ਾ ਵਾ ਜਿਹੜੀ ਪ੍ਰੋਟੈਕਟ ਹੀ ਤਾਂ ਹੁੰਦੀ ਹੈ ਵੀ ਅਸੀਂ ਇਕੱਲੇ ਚੰਗੇ ਆ, ਸਾਨੂੰ ਕਿਸੇ ਦੇ ਸਾਥ ਦੀ ਲੋੜ ਨਹੀਂ, ਅਸੀਂ ਨਾ ਸਾਥ ਦਿੰਦੇ ਹਾਂ ਨਾ ਸਾਨੂੰ ਸਾਥ ਚਾਹੀਦਾ ਹੈ, ਦੂਰ ਦੂਰ ਰਹਿਣਾ ਚੰਗਾ। ਉਹ ਰਿਅਲਾਈਜੇਸ਼ਨ ਜਿਹੜੀ 47 ਤੋਂ ਪਹਿਲਾਂ ਅਸੀਂ ਨਹੀਂ ਕਰ ਸਕੇ, ਕਿਉਂਕਿ ਹਿੰਦੂ ਨੂੰ ਅਸੀਂ ਬਹੁਤ ਮਾਰ ਖਾਂਦੇ ਨੂੰ ਵੇਖਿਆ ਸੀ, ਮਤਲਬ ਉਹ ਇੱਕ ਵਿਕਟਮ ਵੇਖਿਆ ਸੀ। ਬਹੁਤ ਜਿਹੜੇ ਕੌਮ ਦੇ ਦਿਮਾਗ ਸੀ ਉਹਨਾਂ ਨੂੰ ਇਹ ਲੱਗਾ ਸੀ, ਉਹਨਾਂ ਨੂੰ ਅਹਿਸਾਸ ਸੀ ਵੀ ਹਿੰਦੂ ਜਦੋਂ ਪਾਵਰ 'ਚ ਆਊਗਾ ਤਾਂ ਉਹ ਬਹੁਤ ਵੱਡੀ ਪ੍ਰੋਬਲਮ ਬਣ ਜਾਊਗਾ ਸਿੱਖਾਂ ਵਾਸਤੇ। ਤੇ ਇਹ ਗੱਲ ਕਈਆਂ ਨੂੰ ਲੱਗਦੀ ਸੀ, ਮਾਸਸ ਨੂੰ ਜਿਹੜੇ ਸਿੱਖ ਮੈਜੋਰਿਟੀ ਸੀ ਉਹਨਾਂ ਨੂੰ ਇਹ ਲੱਗਦਾ ਵੀ ਏਦਾਂ ਨਹੀਂ ਹੋ ਸਕਦਾ, ਕਿਉਂਕਿ ਉਹਨਾਂ ਨੂੰ ਰਿਅਲਾਈਜੇਸ਼ਨ ਨਹੀਂ ਸੀ। ਉਹ ਰਿਅਲਾਈਜੇਸ਼ਨ ਹੁਣ ਹੈਗੀ ਹੈ ਸਾਨੂੰ। ਹੁਣ ਸਾਨੂੰ ਇਹ ਵੀ ਪਤਾ ਵੀ ਨਾ ਤਾਂ ਅਸੀਂ ਮੁਸਲਮਾਨ ਨਾਲ ਰਹਿ ਸਕਦੇ, ਨਾ ਹਿੰਦੂ ਨਾਲ ਰਹਿ ਸਕਦੇ। ਅਸੀਂ ਐਜ਼ ਅ ਸਿੱਖ ਕਲਚਰ, ਸਿੱਖ ਕੰਟਰੀ, ਸਿੱਖ ਨੇਸ਼ਨ ਦੇ ਰੂਪ 'ਚ ਹੀ ਵਿਚਰ ਸਕਦੇ ਹਾਂ। ਸਾਡੇ ਕੋਲ ਹੋਰ ਕੋਈ ਰਾਹ ਨਹੀਂ ਹੈਗਾ। ਸੋ ਅਸੀਂ ਅੱਜ ਜਿਹੜਾ pre-47 ਏਰਾ ਦੇ ਵਿੱਚ ਜੋ ਹਾਲਾਤ ਉਹੋ ਜਿਹੇ ਬਣ ਚੁੱਕੇ ਆ, ਅੱਜ ਪਾਵਰ ਸ਼ਿਫਟ ਹੋ ਰਹੀਆਂ ਦੁਨੀਆ ਦੇ ਉੱਤੇ, ਵੱਡੀਆਂ ਪਾਵਰ ਜਿਹੜੀਆਂ ਉਹ ਸ਼ਿਫਟ ਹੋ ਰਹੀਆਂ ਨੇ। ਉਹਨਾਂ ਹਾਲਾਤਾਂ ਦੇ ਵਿੱਚ ਇਹ ਤਕਰੀਬਨ 80-100 ਸਾਲ ਦੇ ਵਿੱਚ ਇਹ ਵਕਫੇ 'ਚ ਇੱਕ ਮੌਕਾ ਅਜਿਹਾ ਆਉਂਦਾ ਜਿਹੜਾ ਸਿੱਖਾਂ ਦੇ ਕੋਲ ਅੱਜ ਹੈ। ਜੇ ਅੱਜ ਸਿੱਖ ਅਹਿਸਾਸ ਕਰ ਜਾਣ ਤੇ ਅੱਜ ਸਿੱਖ ਆਪਣੀ ਮਤਲਬ ਜਿਹੜੀ ਸੁਰਤ ਆ, ਜਿਹੜੀ ਬਿਰਤੀ ਆ, ਉਹਨੂੰ ਸਿੱਧਿਆਂ ਕਰਕੇ ਸੈਲਫ ਸੈਂਟਰਡ ਹੋ ਜਾਣ, ਸੈਲਫਿਸ਼ ਹੋ ਜਾਣ। ਕੁਛ ਵੀ ਤੁਹਾਨੂੰ ਕੋਈ ਸੈਲਫਿਸ਼ ਵੀ ਕਵੇ ਕੋਈ ਪ੍ਰੋਬਲਮ ਨਹੀਂ ਹੈਗੀ। ਅੱਜ ਤੁਸੀਂ ਇਹ ਸਮਝ ਲਓ ਵੀ ਸਿੱਖ ਦਾ ਸਿਰਫ ਸਿੱਖ ਮਿੱਤ ਹੈ, ਦੂਜਾ ਕੋਈ ਨਹੀਂ ਹੈਗਾ। ਦੂਜਾ ਬੰਦਾ ਸੋਨੇ ਦਾ ਬਣ ਕੇ ਤੁਹਾਡੇ ਨਾਲ ਕੁਛ ਵੀ ਕਰਦਾ ਫਿਰੇ, ਉਹਨੂੰ ਹੱਥ ਹੀ ਜੋੜੇ ਤੇਰੇ ਅੱਗੇ। ਮਤਲਬ ਕਹਿੰਦੇ ਨਾ ਵੀ ਦੁੱਧ ਦਾ ਫੂਕਿਆ ਜਿਹੜਾ ਵਾ ਉਹ ਲੱਸੀ ਨੂੰ ਵੀ ਫੂਕਾ ਮਾਰ ਮਾਰ ਪੀਂਦਾ, ਦੁੱਧ ਦਾ ਸੜਿਆ। ਸਾਡੇ ਵਾਸਤੇ ਤੇ ਹਿੰਦੂਆਂ ਅੱਗੇ, ਮੁਸਲਮਾਨਾਂ ਅੱਗੇ, ਸਾਰਿਆਂ ਅੱਗੇ ਏਦਾਂ ਹੱਥ ਜੋੜ ਦੇਣੇ ਚਾਹੀਦੇ ਦੋਵੇਂ ਭਾਈ, ਦੂਰੋਂ ਹੀ ਸਤਿ ਸ੍ਰੀ ਅਕਾਲ ਹੈ ਤੁਹਾਨੂੰ ਕਿਸੇ ਨੂੰ ਵੀ। ਅਸੀਂ ਇਕੱਲੇ ਹੀ ਚੰਗੇ ਹਾਂ। ਅਸੀਂ ਪੰਜਾਬ ਨੂੰ ਪ੍ਰੋਟੈਕਟ ਕੀਤਾ ਸਦੀਆਂ ਤੋਂ ਕਰਦੇ ਆ ਰਹੇ ਹਾਂ।
ਇਹ ਕੋਈ ਨਵਾਂ ਕੰਮ ਨਹੀਂ ਅਸੀਂ ਸ਼ੁਰੂ ਕੀਤਾ ਹੋਇਆ ਵੀ ਜਿਹੜਾ ਸਾਨੂੰ ਕਿਸੇ ਦੇ ਸਾਥ ਦੀ ਲੋੜ ਹੈ। ਸਦੀਆਂ ਤੋਂ ਜਦੋਂ ਇੱਥੇ ਸਾਰੇ ਦਾਅਵੇ ਛੱਡ ਗਏ ਸੀ, ਅਸੀਂ ਉਦੋਂ ਵੀ ਦਾਅਵਾ ਪੰਜਾਬ ਤੇ ਕੀਤਾ, ਕੁਰਬਾਨੀਆਂ ਕੀਤੀਆਂ, ਸਾਰਾ ਕੁਝ ਕੀਤਾ, ਹੁਣ ਵੀ ਕਰ ਲਾਂਗੇ। ਸਾਨੂੰ ਪਤਾ ਹੈ ਸਾਨੂੰ ਪੰਜਾਬ ਦਾ এনवायरमेंट ਵੀ ਪ੍ਰੋਟੈਕਟ ਕਰਨਾ ਆਉਂਦਾ, ਸਾਨੂੰ ਪੰਜਾਬ ਦਾ ਕਲਚਰ ਵੀ ਪ੍ਰੋਟੈਕਟ ਕਰਨਾ ਆਉਂਦਾ, ਸਾਨੂੰ ਪੰਜਾਬ ਦੀ ਹਰ ਚੀਜ਼ ਪ੍ਰੋਟੈਕਟ ਕਰਨੀ ਆਉਂਦੀ ਹੈ। ਤਾਂ ਸਾਨੂੰ ਕਿਸੇ ਦੀ ਲੋੜ ਨਹੀਂ ਹੈਗੀ। ਪਹਿਲਾਂ ਤੇ ਇਹ ਸੈਂਟੀਮੈਂਟ ਆਪਣੇ ਆਪ 'ਚ ਧਾਰ ਲੈਣਾ ਚਾਹੀਦਾ। ਅਸੀਂ ਸਫੀਸ਼ੀਐਂਟ ਹੈ ਰਾਜ ਕਰਨ ਦੇ ਕਾਬਲ ਹਾਂ, ਨਾ ਕਿ ਕਾਬਲ ਹਾਂ ਅਸੀਂ ਸਾਰਿਆਂ ਨੂੰ ਚੰਗੇ ਰਾਜ ਕਰਨ ਦੇ ਮਾਮਲੇ ਦੇ ਵਿੱਚ। ਨਾ ਹਿੰਦੂਆਂ ਦਾ ਰਾਜ ਕਰਨਾ ਆਉਂਦਾ, ਨਾ ਮੁਸਲਮਾਨਾਂ ਨੂੰ ਕਰਨਾ ਆਉਂਦਾ। ਸਿੱਧੀ ਗੱਲ ਆਪਣੇ ਮਨ 'ਚ ਧਾਰ ਲਓ। ਦੂਜੀ ਗੱਲ ਇਹ ਹੈ ਵੀ ਜਿਹੜਾ pre-47 era ਸੀ ਉਹਦੇ 'ਚ ਅਸੀਂ ਇੱਕ ਇੰਟਲੈਕਚੁਅਲ ਲੀਡਰਸ਼ਿਪ ਖੜੀ ਕਰਨ ਦੇ ਵਿੱਚ ਤੇ ਧਾਰਮਿਕ ਲੀਡਰਸ਼ਿਪ ਖੜੀ ਕਰਨ ਦੇ ਵਿੱਚ ਲੈਕ ਕਰ ਗਏ ਬਹੁਤ ਵੱਡੇ ਪੱਧਰ ਦੇ ਉੱਤੇ। ਉਹ ਹੁਣ ਨਹੀਂ ਹੋਣਾ ਚਾਹੀਦਾ। ਇੰਟਲੈਕਚੁਅਲ ਲੀਡਰਸ਼ਿਪ ਤੋਂ ਭਾਵ ਇਹ ਆ ਵੀ ਜਦੋਂ ਬੰਦੇ ਕਿਸੇ ਦੇ ਸਾਹਮਣੇ ਬਹਿੰਦੇ ਆ, ਬੰਦੇ ਨੂੰ ਪੜ੍ਹ ਲੈਣ। ਮਾਸਟਰ ਤਾਰਾ ਸਿੰਘ ਹੋਣੀ, ਬਲਦੇਵ ਸਿੰਘ ਹੋਣੀ, ਮਾਸਟਰ ਤਾਰਾ ਸਿੰਘ ਇਮਾਨਦਾਰ ਸੀ ਬਹੁਤ, ਪਰ ਉਹਦੇ 'ਚ ਉਹ ਇੰਟਲੈਕਚੁਅਲ ਕੈਪੇਬਿਲਿਟੀ ਹੈ ਨਹੀਂ ਸੀ ਵੀ ਉਹ ਇਹ ਕੰਪਲੈਕਸਿਟੀ ਜਿਹੜੀ ਇਹਨੂੰ ਅੰਡਰਸਟੈਂਡ ਕਰ ਪਾਉਂਦਾ। ਸੋ ਇਹ ਨਹੀਂ ਵੀ ਉਹਨੇ ਜਾਣ-ਬੁੱਝ ਕੇ ਸਿੱਖਾਂ ਨੂੰ ਗੁਲਾਮ ਬਣਾ ਦਿੱਤਾ, ਨਾ, ਉਹ ਕੰਟਰੋਲ ਨਹੀਂ ਕਰ ਪਾਇਆ ਚੀਜ਼ਾਂ ਨੂੰ। ਉਹਦੇ ਕੋਲ ਇਹਨਾਂ ਪੋਟੈਂਸ਼ੀਅਲ ਨਹੀਂ ਸੀ ਹੈਗਾ। ਅਸੀਂ ਅੱਜ ਸਾਡੇ ਕੋਲ ਇੱਕ ਸਪੇਸ ਹੈ, ਇੱਕ ਮੌਕਾ ਵੀ ਅਸੀਂ ਆਪਣੀ ਇੰਟਲੈਕਚੁਅਲ ਲੀਡਰਸ਼ਿਪ ਤਿਆਰ ਕਰੀਏ ਤੇ ਉਹਨੂੰ ਪ੍ਰੋਟੈਕਟ ਵੀ ਕਰੀਏ। ਮਤਲਬ ਇਹ ਨਹੀਂ ਹੈਗਾ ਵੀ ਸਾਡੇ ਕੋਲ ਬਹੁਤ ਵੱਡਾ ਇੰਟਲੈਕਚੁਅਲ ਲੀਡਰ ਹੋਵੇ ਤੇ ਉਹਨੂੰ ਕਿਸੇ ਨਿੱਕੇ ਜਿਹੇ ਧਰਨੇ ਦੇ ਵਿੱਚ ਗੋਲੀ ਮਰਵਾ ਦਈਏ ਖੜ ਕੇ। ਮਤਲਬ ਇਹ ਵੀ ਅੰਡਰਸਟੈਂਡ ਕਰਨ ਦੀ ਲੋੜ ਹੈ ਵੀ ਕਿਸੇ ਮੌਕੇ ਦੇ ਉੱਤੇ ਕਿਹੜਾ ਟੂਲ ਵਰਤਣਾ ਹੈ, ਕਿਹਨੂੰ ਵਰਤਣਾ ਹੈ, ਕਿਹਨੇ ਪਿੱਛੇ ਹਟਣਾ, ਕਿੰਨੇ ਅੱਗੇ ਜਾਣਾ, ਸਾਰੀ ਸਟ੍ਰੈਟਜੀ ਜਿਹੜੀ ਹੈ ਇਹ ਡਿਫਾਈਨਡ ਹੋਣੀ ਚਾਹੀਦੀ ਹੈ। ਹੁਣ ਉਹ ਵੀ ਜਦੋਂ ਤਿਆਰ, ਸਾਡੇ ਕੋਲ ਇੰਟਲੈਕਚੁਅਲ ਲੀਡਰਸ਼ਿਪ ਵੀ ਆ ਗਈ, ਫਿਰ ਹੋਣਾ ਵਾ ਜਦੋਂ ਤੁਹਾਡੇ ਕੋਲ ਲੜਨ ਵਾਲੀ ਧਿਰ ਹੋਣੀ ਇੱਕ। ਉਹ ਤੇ ਨੌਜਵਾਨ ਸਾਡੇ ਅੱਜ ਵੀ ਤਿਆਰ ਹੈ, ਹਮੇਸ਼ਾ ਤਿਆਰ। ਖਾਲਸਾ ਤਿਆਰ ਤਿਆਰ ਆ, ਸਿੱਖ ਨੌਜਵਾਨ ਹਮੇਸ਼ਾ ਤਿਆਰ ਰਹਿਣਗੇ। ਇੱਕ ਆਵਾਜ਼ ਕੋਈ ਇਮਾਨਦਾਰੀ ਨਾਲ ਉਹਨਾਂ ਨੂੰ ਮਾਰ ਦੇਵੇ, ਹਿੰਦੁਸਤਾਨ ਨੂੰ ਗੋਡਿਆਂ ਪਰਨੇ ਉਹ ਸ਼ਾਮ ਤੱਕ ਕਰ ਦੇਣਗੇ। ਇੱਕ ਦਿਨ ਤੋਂ ਵੀ ਵੱਧ ਲੱਗਣ ਦੀ ਲੋੜ ਨਹੀਂ ਹੈਗੀ। ਜੇ ਕਿਸੇ ਨੂੰ ਇਹ ਤੇ ਸ਼ੱਕ ਹੋਵੇ ਤੇ ਉਹਨਾਂ ਨੂੰ ਦਿੱਲੀ ਵੇਖ ਲੈਣਾ ਚਾਹੀਦਾ ਵੀ ਜਦੋਂ ਹਰਿਆਣੇ ਨੇ ਟੋਏ ਪੁੱਟ ਦਿੱਤੇ 50-50 ਫੁੱਟ 20 ਫੁੱਟ ਡੂੰਘੇ, ਉਦੋਂ ਨੌਜਵਾਨ ਕਿਵੇਂ ਦਿੱਲੀ ਪਹੁੰਚੇ, ਉਹ ਅਹਿਸਾਸ ਕਰ ਲੈਣਾ ਚਾਹੀਦਾ। ਉਦੋਂ ਗਾੜੀ ਫੌਜ ਵੀ ਆ ਜਾਂਦੀ ਨਾ ਇੰਡੀਆ ਦੀ, ਤੇ ਇੰਡੀਆ ਦੀ ਫੌਜ ਦਾ ਵੀ ਨੁਕਸਾਨ ਬਹੁਤ ਹੋਣਾ ਸੀ। ਇਹ ਗੱਲ ਅੰਡਰਸਟੈਂਡ ਕਰੀਏ ਵੀ ਜਿਹੜਾ ਨੌਜਵਾਨੀ ਦਾ ਪੋਟੈਂਸ਼ੀਅਲ ਹਮੇਸ਼ਾ ਹੀ ਹੈ ਸਾਡੇ ਕੋਲ ਹੈਗਾ। ਜਿਹੜੀ ਲੜਨ ਵਾਲੀ ਧਿਰ ਹਮੇਸ਼ਾ ਸਾਡੇ ਕੋਲ ਤਿਆਰ ਹੈ। ਇੰਟਲੈਕਚੁਅਲ ਲੀਡਰਸ਼ਿਪ, ਧਾਰਮਿਕ ਲੀਡਰਸ਼ਿਪ ਦਾ ਕੁੰਡਾ, ਇੰਟਲੈਕਚੁਅਲ ਲੀਡਰਸ਼ਿਪ ਦੇ ਉੱਪਰ ਵੀ ਧਾਰਮਿਕ ਲੀਡਰਸ਼ਿਪ ਦਾ ਕੁੰਡਾ ਹੋਣਾ ਚਾਹੀਦਾ। ਧਰਮ ਦਾ ਕੁੰਡਾ ਹਮੇਸ਼ਾ ਰਹਿਣਾ ਚਾਹੀਦਾ। ਤੇ ਤੀਜੀ ਲੜਨ ਵਾਲੀ ਧਿਰ ਸਾਡੇ ਕੋਲ ਹੈਗੀ ਆ। ਤੇ ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਹੈ ਉਹ ਇਹ ਹੈ ਵੀ ਕਿਸੇ ਤੇ ਭਰੋਸਾ ਨਹੀਂ ਕਰਨਾ। ਹਿੰਦੂ ਤੇ ਭਰੋਸਾ ਬਿਲਕੁਲ ਨਹੀਂ ਕਰਨਾ, ਮੁਸਲਮਾਨ ਤੇ ਭਰੋਸਾ ਨਹੀਂ ਕਰਨਾ। ਇਹ ਕਿਸੇ ਪ੍ਰਤੀ ਨਫ਼ਰਤ ਦੀ ਰਿਮਾਰਕ ਨਹੀਂ ਹੈਗੇ। ਅਸੀਂ ਭਰੋਸਾ ਨਹੀਂ ਕਰ ਰਹੇ, ਅਸੀਂ ਨਫ਼ਰਤ ਨਹੀਂ ਕਰ ਰਹੇ ਤੁਹਾਨੂੰ। ਅਸੀਂ ਭਰੋਸਾ ਨਹੀਂ ਕਰਨਾ ਜਾਂ ਕਰ ਰਹੇ ਤੇ ਸਾਡੀ ਚੋਇਸ ਹੈ ਨਾ। ਕੋਈ ਸਾਨੂੰ ਫੋਰਸ ਥੋੜੀ ਕਰ ਸਕਦਾ ਵੀ ਸਾਡੇ ਤੇ ਭਰੋਸਾ ਕਰੋ। ਸੋ ਅਸੀਂ ਕਿਸੇ ਤੇ ਯਕੀਨ ਨਹੀਂ ਕਰਦੇ। ਇਹ ਗੱਲ ਸਾਡੀ ਕੁਆਲਿਟੀ ਹੈ। ਮਤਲਬ ਕੋਈ ਸਾਨੂੰ ਬੈਕ ਸਟੈਪ ਤਾਂ ਕਰੂਗਾ ਜੇ ਕਿਸੇ ਵੱਲ ਪਿੱਠ ਕਰਕੇ ਖੜ ਜਾਾਂਗੇ ਤੇ ਅਨਅਵੇਅਰ ਹੋਵਾਂਗੇ ਤੇ ਮਤਲਬ ਕੇਅਰਲੈਸ ਹੋ ਜਾਵਾਂਗੇ। ਅਸੀਂ ਕੇਅਰਲੈਸ ਨਹੀਂ ਹੋਣਾ, ਅਸੀਂ ਅਵੇਅਰ ਰਹਿਣਾ। ਅਸੀਂ ਹਰ ਧਿਰ ਨੂੰ ਆਪਣਾ ਪੋਟੈਂਸ਼ੀਅਲ ਦੁਸ਼ਮਣ ਸਮਝਣਾ। ਤੇ ਜਦੋਂ ਫਿਰ ਤੁਸੀਂ ਜਿੰਨੇ ਮਰਜ਼ੀ ਪ੍ਰੇਮ ਪਿਆਰ ਦੀਆਂ ਸਾਂਝਾਂ ਪਾਈ ਜਾਏ, ਜਦੋਂ ਰਾਜ ਆ ਜਾਊਗਾ ਨਾ ਤੁਹਾਡਾ, ਫਿਰ ਕਰੀ ਜਾਓ, ਕੋਈ ਗੱਲ ਨਹੀਂ। ਹਿੰਦੂ ਵੀ ਸਾਡੇ ਭਰਾ ਵਾ, ਮੁਸਲਮਾਨ ਵੀ ਭਰਾ ਵਾ। ਫਿਰ ਕੋਈ ਭਰਾ ਫਿਰ ਤੁਹਾਡੀ ਪਿੱਠ 'ਚ ਛੁਰੇ ਮਾਰਨ ਜੋਗੇ ਨਹੀਂ ਰਹਿੰਦੇ ਹੁੰਦੇ, ਕਿਉਂਕਿ ਤੁਹਾਡੇ ਕੋਲ ਵੀ ਰਾਜ ਭਾਗ ਹੈ। ਸੋ ਇਸ ਕਰਕੇ ਇਹ 3-4 ਚੀਜ਼ਾਂ ਦਾ ਸੁਮੇਲ ਜਦੋਂ ਹੋ ਜਾਂਦਾ, ਅੱਜ ਜਿਹੜੀ ਸਿਚੁਏਸ਼ਨ ਹੈ ਸਾਡੇ ਕੋਲ pre-47 era ਵਾਂਗੂ ਅੱਜ ਦੁਨੀਆ ਦੇ ਉੱਤੇ, ਜਿਵੇਂ ਉਦੋਂ ਜਿਹੜਾ ਬ੍ਰਿਟੇਨ ਸੀ ਉਹਦਾ ਕੁੰਡਾ ਖਤਮ ਹੋ ਰਿਹਾ ਸੀ, ਅੱਜ ਇਵੇਂ ਹੀ ਬਹੁਤ ਵੱਡੀਆਂ ਤਾਕਤਾਂ ਜਿਹੜੀਆਂ ਨੇ ਉਹ ਆਪਣਾ ਇੱਕ ਨੇਚਰ ਦਾ ਸਾਈਕਲ ਹੈ। ਨਾ ਤੇ ਰਾਜ ਕੋਈ ਸਦੀਵੀ ਰਹਿਣਾ, ਨਾ ਕਿਸੇ ਕੌਮ ਨੇ ਸਦੀਵੀ ਗੁਲਾਮ ਰਹਿਣਾ, ਨਾ ਕਿਸੇ ਕੌਮ ਨੇ ਸਦੀਵੀ ਰਾਜ ਕਰਦੀ ਰਹਿਣਾ। ਇਹ ਸਾਰਾ ਕੁਝ ਬਦਲਣਾ ਹੈ। ਤੁਸੀਂ ਅੱਜ ਤੋਂ ਸਾਡੇ ਕੋਲ ਰਿਕਾਰਡਡ ਕੋਈ 5-6 ਹਜ਼ਾਰ ਸਾਲ ਦਾ ਇਤਿਹਾਸ ਤੇ ਰਿਕਾਰਡਡ ਪਿਆ ਹੈ ਹਿਊਮਨ ਕਾਇੰਡ ਦਾ। ਉਹਦੇ ਵਿੱਚ ਤੁਸੀਂ ਦੱਸੋ ਵੀ ਕਿਹੜਾ ਰਾਜ ਸੀ ਜਿਹੜਾ ਅੱਜ ਤੋਂ 5000 ਸਾਲ ਜਾਂ 4000 ਸਾਲ ਜਾਂ 3000 ਸਾਲ ਜਾਂ 1000 ਸਾਲ ਪਹਿਲਾਂ ਵੀ ਜਿਹੜਾ ਸ਼ੁਰੂ ਹੋਇਆ ਸੀ ਤੇ ਅੱਜ ਐਗਜ਼ਿਸਟ ਕਰਦਾ ਨਹੀਂ ਕਰਦਾ। ਇਹਦਾ ਮਤਲਬ ਇਹ ਹੈ ਵੀ ਰਾਜ ਖਤਮ ਹੋ ਜਾਂਦੇ ਆ, ਆਉਂਦੇ ਆ ਜਾਂਦੇ ਆ, ਰਾਜ ਖਤਮ ਵੀ ਹੋ ਜਾਂਦੇ ਆ। ਸੋ ਸਾਨੂੰ ਇਹ ਵੀ ਨਹੀਂ ਹੋਣਾ ਚਾਹੀਦਾ ਸਦੀਵੀ ਗੁਲਾਮੀ ਨਾਂ ਦੀ ਕੋਈ ਚੀਜ਼ ਨਹੀਂ ਹੈਗੀ। ਜਿਹੜੇ ਅੱਜ ਹਾਲਾਤ ਨੇ ਇਹਨਾਂ ਨੂੰ ਗੱਲ ਲੰਮੀ ਨਾ ਕਰੀਏ ਤੇ ਆਪਾਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਤੁਸੀਂ ਅਹਿਸਾਸ ਕਰ ਲਓ ਜਿਵੇਂ ਯਹੂਦੀਆਂ ਨੇ ਕੀਤਾ। ਤੁਸੀਂ ਅਹਿਸਾਸ ਕਰ ਲਓ ਵੀ ਤੁਹਾਨੂੰ ਬੇਸ਼ੱਕ ਉਹ ਕਹਿਣ ਵੀ ਸਾਰੀ ਲੀਡਰਸ਼ਿਪ ਅਸੀਂ ਸਿੱਖਾਂ ਨੂੰ ਦੇ ਦਿੰਦੇ ਹਾਂ ਹਿੰਦੁਸਤਾਨ ਦੀ, ਉਹਨਾਂ ਕੋ ਵੀ ਨਾ, ਅਸੀਂ ਹਿੰਦੁਸਤਾਨ ਦੇ ਨਾਲ ਰਹਿ ਨਹੀਂ ਸਕਦੇ। ਬਸ ਗੱਲ ਇੱਥੇ ਮੁੱਕਦੀ। ਜਿਵੇਂ ਯਹੂਦੀਆਂ ਨੂੰ ਯੂਰਪ ਦੇ ਵਿੱਚ ਕਈ ਮੁਲਕ ਕਹਿੰਦੇ ਵੀ ਸਾਡੇ ਨਾਲ ਆ ਜਾਓ, ਅਸੀਂ ਤੁਹਾਨੂੰ ਏਦਾਂ ਕਰ ਦਾਂਗੇ। ਕਿੰਨੇ ਕੀ ਗਿਣਤੀ 'ਚ ਵਿਚਾਰੇ ਥੋੜੇ ਜਿਹੇ, ਉਹ ਕਹਿੰਦੇ ਵੀ ਨਾ, ਅਸੀਂ ਜਿਹੜੀ ਮਾਰ ਖਾਧੀ ਉਹ ਇਸ ਕਰਕੇ ਨਹੀਂ ਖਾਧੀ ਵੀ ਸਾਨੂੰ ਕੋਈ ਮੁਲਕ ਨਹੀਂ ਚਾਹੁੰਦਾ ਜਾਂ ਸਾਡੇ ਕੋਲ ਪੈਸਾ ਨਹੀਂ ਸੀ ਹੈਗਾ ਜਾਂ ਸਾਡੇ ਕੋਲ ਜੌਬਸ ਨਹੀਂ ਸੀ ਹੈਗੀਆਂ। ਅਸੀਂ ਸਾਰਿਆਂ ਨੂੰ ਉੱਚੇ ਅਹੁਦਿਆਂ ਤੇ ਬੈਠੇ ਸੀ।
ਅਸੀਂ ਮਾਰ ਇਸ ਕਰਕੇ ਖਾਧੀ, ਅਸੀਂ ਆਪਣਾ ਮੁਲਕ ਨਹੀਂ ਸੀ, ਸਾਡੇ ਕੋਲ ਰਾਜ ਨਹੀਂ ਸੀ ਆਪਣਾ। ਰਾਜ ਮਾੜਾ ਜਾਂ ਚੰਗਾ ਬਹੁਤ ਉਹਦੀ ਕੀਮਤ ਵੱਡੀ ਹੁੰਦੀ ਹੈ। ਸੋ ਇਸ ਕਰਕੇ ਅੱਜ ਅਸੀਂ ਉਹ ਕੰਮ ਕਰਨਾ ਨਹੀਂ ਜਿਹੜਾ 47 ਤੋਂ ਪਹਿਲਾਂ ਕੀਤਾ ਸੀ। ਪੜ੍ਹ ਲਓ 47 ਤੋਂ ਪਹਿਲਾਂ ਕੀ ਕੀਤਾ ਸੀ ਅਸੀਂ, ਜੇ ਨਹੀਂ ਕਿਸੇ ਨੂੰ ਪਤਾ ਤੇ ਉਹ ਕੰਮ ਨਹੀਂ ਅਸੀਂ ਕਰਨਾ। ਅੱਜ ਅਸੀਂ ਬਹੁਤ ਕਲੀਅਰ ਆ ਮਤਲਬ ਵੀ ਸਾਨੂੰ ਕੀ ਚਾਹੀਦਾ। ਜਦੋਂ ਇਹ ਕਲੀਅਰਿਟੀ ਸਾਡੇ 'ਚ ਆ ਗਈ, ਕੋਈ ਕਿਤੇ ਧੋਖਾ ਖਾਣ ਦਾ ਤੁੱਕ ਹੀ ਨਹੀਂ ਬਣਦੀ। ਲੀਡਰਸ਼ਿਪ ਵੀ ਸਾਡੇ ਕੋਲ ਹੈਗੀ, ਇੰਟਰੈਕਸ਼ਨ ਲੀਡਰਸ਼ਿਪ ਵੀ ਆ ਗਈ ਹੈ ਸਾਡੇ ਕੋਲ, ਆਪਣੀ ਨਹੀਂ ਆਈ ਤੇ ਆ ਜੂਗੀ। ਸਾਡੇ ਕੋਲ ਨਾਲ ਲੜਨ ਵਾਲੇ ਨੌਜਵਾਨ ਵੀ ਹੈਗੇ, ਸਾਡੇ ਕੋਲ ਇੱਕ ਧਾਰਮਿਕ ਲੀਡਰਸ਼ਿਪ ਵੀ ਪੈਦਾ ਹੋ ਰਹੀ ਹੈ। ਜਿਹੜਾ ਧਰਮ ਵੱਲ ਝੁਕਾਅ ਆ ਸਾਡੇ ਕੋਲ, ਜਿਹੜਾ ਸੋਸ਼ਲ ਕਲਚਰ ਆ, ਜਿਹੜਾ ਸਾਡਾ ਇੱਕ ਆਮ ਸਾਡਾ ਜੀਵਨ ਜਾਚ ਆ, ਉਹਦੇ 'ਚ ਜਿਹੜੇ ਐਸਪੈਕਟ ਆ, ਜਿਹੜੇ ਈਵਨ ਸਟੇਟ ਦੇ ਪੈਦਾ ਕੀਤੇ ਹੋਏ ਟੂਲ ਆ ਜਿਹੜੇ ਸੱਭਿਆਚਾਰਕ ਨਸਲਕੁਸ਼ੀ ਵਾਸਤੇ, ਉਹ ਵੀ ਸਾਡੇ ਹੱਕ 'ਚ ਆ ਗਏ ਆ, ਸਿੰਗਰ ਵੀ ਕਲਾਕਾਰ ਵੀ। ਸੋ ਇਹਦਾ ਮਤਲਬ ਹੈ ਹਾਲਾਤ ਸਾਡੇ ਅਨੁਕੂਲ ਆ, ਅਸੀਂ ਇਹਨੂੰ ਕਿਵੇਂ ਯੂਟੀਲਾਈਜ਼ ਕਰਨਾ ਹੁਣ ਇਹ ਜ਼ਿਆਦਾ ਇੰਪੋਰਟੈਂਟ ਇਸ ਗੱਲ ਦੇ ਉੱਤੇ ਟਿਕਿਆ। ਹਾਂਜੀ ਅਮਰਵੀਰ, ਇੱਕ ਜਿਹੜਾ ਅਗਨੀਵੀਰ ਕਰਕੇ ਇਹਨਾਂ ਨੇ ਨਵੀਂ ਇੱਕ ਯੋਜਨਾ ਲਿਆਂਦੀ ਆਰਮੀ ਦੀ, ਤੇ ਉਹਦੇ ਬਾਬਤ ਇੱਕ ਕੁਐਸਚਨ ਆਇਆ ਵਾ ਕਿ ਜਿਹੜੇ ਆਪਣੇ ਸਿੱਖ ਨੌਜਵਾਨ ਜਿਹੜੇ ਭਰਤੀ ਹੁੰਦੇ ਆ ਅਸਲ ਪੰਜਾਬ 'ਚ ਜਾ ਕੇ, ਤੇ ਵੈਸੇ ਤੁਹਾਡੇ ਹਿਸਾਬ ਦੇ ਨਾਲ ਇਹਦੇ ਬਾਰੇ ਕੀ ਵਿਚਾਰ ਹੈ ਕਿ ਯੋਜਨਾ ਦਾ ਕੀ ਰੂਪਰੇਖਾ? ਤੋਂ ਅੱਜ ਵਿਰੋਧ ਵੀ ਕਾਫੀ ਚਿੱਟਾ 'ਚ ਹੋਇਆ ਵਾ ਭਾਰਤ ਦੇ ਵਿੱਚ, ਤੇ ਪੰਜਾਬ ਦੇ ਨੌਜਵਾਨਾਂ ਨੂੰ ਇਸ ਯੋਜਨਾ ਦਾ ਪਾਰਟ ਬਣਨਾ ਚਾਹੀਦਾ ਵਾ ਕਿ ਨਹੀਂ? ਕੀ ਇਹਦੇ ਬਾਰੇ ਦੇ ਦੋ ਸ਼ਬਦ ਹੋ। ਨਹੀਂ ਦੇਖੋ, ਇੱਕ ਤਾਂ ਪਹਿਲੀ ਗੱਲ ਇਹ ਆ ਵੀ ਇਹ ਕੋਈ ਸਟੇਟ ਕੋਈ ਰੋਜ਼ਗਾਰ ਨਹੀਂ ਦੇ ਰਹੀ। ਇਹ ਅੰਡਰਸਟੈਂਡ ਕਰ ਲਈਏ ਪਹਿਲਾਂ। ਹਿੰਦੁਸਤਾਨ ਇੱਕ ਚੀਜ਼ ਨੂੰ ਲਗਾ ਰਿਹਾ, ਉਹ ਇਹ ਆ ਵੀ ਹਿੰਦੁਸਤਾਨ ਜੰਗ ਦੀ ਕਗਾਰ ਤੇ ਖੜਾ ਹੈ ਚੀਨ ਦੇ ਨਾਲ, ਪਾਕਿਸਤਾਨ ਦੇ ਨਾਲ। ਜੰਗ ਤੋਂ ਇਹ ਇਕੱਲਾ ਹਿੰਦੁਸਤਾਨ ਹੀ, ਅਮਰੀਕਾ ਜਿਹਨੂੰ ਡਰਾਫਟਿੰਗ ਕਹਿੰਦੇ ਆ, ਜਦੋਂ ਜੰਗ ਲੱਗਦੀ ਆ ਤੇ ਉੱਥੇ ਹਰ ਇੱਕ ਨੂੰ ਡਰਾਫਟ ਹੋਣਾ ਪੈਂਦਾ। ਜਿਹੜੇ ਨੌਜਵਾਨ, ਜਿਹੜੇ ਕੋਈ ਅਪਾਹਜ ਨਹੀਂ ਹੈਗਾ, ਜਿਹੜਾ ਕੋਈ ਮਤਲਬ ਬੰਦਾ ਬੰਦੂਕ ਚੁੱਕ ਸਕਦਾ, ਉਹਨੂੰ ਡਰਾਫਟ ਹੋਣਾ ਹੀ ਪੈਂਦਾ। ਅਮਰੀਕਾ ਦੇ ਕਨਸਟੀਟਿਊਸ਼ਨਾਂ 'ਚ ਲਿਖਿਆ ਹੋਇਆ ਡਰਾਫਟਿੰਗ ਜਿਹੜੀ ਕਹਿੰਦੇ ਆ ਨਾ ਬੰਦਿਆਂ ਵਾਸਤੇ ਜ਼ਰੂਰੀ ਹੈ ਇੱਕ ਸਰਟਨ ਏਜ ਦੇ ਵਿੱਚ। ਏਦਾਂ ਹੀ ਹਿੰਦੁਸਤਾਨ 'ਚ ਇੱਦਾਂ ਦਾ ਕੋਈ ਕਾਨੂੰਨ ਤੇ ਨਹੀਂ ਹੈਗਾ, ਪਰ ਉਹਦੇ 'ਚ ਇਹ ਹੁੰਦਾ ਵਾ ਵੀ ਪਹਿਲਾਂ ਵੀ ਬਹੁਤ ਮੁਲਕ ਏਦਾਂ ਕਰਦੇ ਵੀ ਜਦੋਂ ਜੰਗ ਦੀ ਕਗਾਰ ਤੇ ਆਣ ਕੇ ਮੁਲਕ ਖੜੇ ਹੋ ਜਾਣ, ਕਿਉਂਕਿ ਆਪਾਂ ਨੂੰ ਨਾ ਪਤਾ ਲੱਗੇ ਪਰ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਹੈ, ਜਿਹੜੇ ਏਡੇ ਵੱਡੇ ਇਨਫਰਾਸਟਰਕਚਰ ਖੜੇ ਹੋਏ ਆ, ਉਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਜੰਗ ਹੁਣ ਸਾਨੂੰ ਲੜਨੀ ਪੈਣੀ ਹੈ। ਇਹਦੀ ਐਗਜ਼ਾਮਪਲ ਤੁਸੀਂ ਜੇ ਇੱਕ ਪਿੰਡ ਦੇ ਰੂਪ 'ਚ ਵੇਖ ਲਓ ਵੀ ਪਿੰਡ 'ਚ ਦੋ ਤਰ੍ਹਾਂ ਦੀ ਲੜਾਈ ਹੋਵੇ, ਉਹਨਾਂ ਨੂੰ ਪਤਾ ਹੁੰਦਾ ਵੀ ਕਿਸੇ ਨਾ ਕਿਸੇ ਦਿਨ ਟਾਕਰਾ ਹੋਣਾ ਹੀ ਆ। ਸੋ ਉਹ ਤਿਆਰੀ ਕਰਨੀ ਸ਼ੁਰੂ ਕਰ ਦਿੰਦੇ ਆ। ਉਹਨੂੰ ਕੋਈ ਵੀ ਨਾਂ ਦੇ ਦੇਣ, ਹਨਾ, ਉਹ ਆਪਣੇ ਘਰ ਦੇ ਵਿੱਚ 4-5 ਬੰਦੇ ਨਵੇਂ ਰੱਖ ਲੈਣ ਵੀ ਅਸੀਂ ਪੱਠਿਆਂ ਨੂੰ ਰੱਖਿਆ ਹੋਇਆ ਜੀ, ਅਸੀਂ ਮੱਝਾਂ ਨੂੰ ਪਾਣੀ ਪਾਉਣ ਨੂੰ ਰੱਖ ਲਿਆ ਇਹਨੂੰ, ਹਨਾ। ਪਰ ਉਹਨਾਂ ਦੀ ਅਸਲ ਇੰਟੈਂਸ਼ਨ ਇਹ ਹੁੰਦੀ ਵੀ ਬੰਦੇ ਵੱਧ ਹੋਣਗੇ ਤੇ ਸਾਡੀ ਜਿੱਤ ਹੋ ਜੂਗੀ। ਹੁਣ ਇੱਕ ਤੇ ਜਿਹੜਾ ਹਿੰਦੁਸਤਾਨ ਦੇ ਕੋਲ ਵੈਸੇ ਹੀ ਮਤਲਬ ਜਿਹੜੀ ਆ ਅਨਇੰਪਲੋਇਮੈਂਟ ਬਹੁਤ ਜ਼ਿਆਦਾ ਹੈ, ਤੇ ਜੇ ਤੇ ਉਹਨਾਂ ਨੇ ਇੰਪਲੋਇਮੈਂਟ ਦਾ ਸੋਚਿਆ ਹੁੰਦਾ ਫਿਰ ਤੇ ਉਹਨਾਂ ਨੇ ਪਰਮਾਨੈਂਟ ਕੋਈ ਜੌਬਸ ਰੱਖਣੀਆਂ ਸੀ, ਹਨਾ। ਪਰ ਉਹਨਾਂ ਨੇ ਇਹਨੂੰ 4 ਸਾਲ ਦਾ ਪੀਰੀਅਡ ਦੇ ਵਿੱਚ ਕਿਹਾ। ਇਹਦਾ ਮਤਲਬ ਇਹ ਵੀ ਜੰਗ ਬਹੁਤ ਨੇੜੇ ਹੈ। ਉਹ ਇੱਕ ਜਿਹੜੀ ਆਰਮੀ ਤਿਆਰ ਕਰ ਰਹੇ ਨੇ ਛੋਟੀ, ਹੋਰ ਜਿਹੜੀ ਮਤਲਬ ਮੌਕੇ ਤੇ ਉਹਨਾਂ ਦੇ ਕੰਮ ਆ ਸਕੇ, ਚਾਹੇ ਉਹ CRPF ਫੋਰਸਸ ਹੋਣ, ਜਿੱਦਾਂ ਹੁਣ ਫਰਜ਼ ਕਰੋ ਵੀ ਜਿਹੜੀਆਂ ਲੰਮੇ ਸਮੇਂ ਤੋਂ ਟ੍ਰੇਨਿੰਗ ਲੈ ਰਹੀਆਂ ਫੌਜਾਂ ਨੇ, ਚਾਹੇ ਉਹ BSF ਹੈ, ਚਾਹੇ ਦੂਜੀਆਂ ਫੋਰਸਸ ਨੇ, ਚਾਹੇ CRPF ਵੀ ਕਾਫੀ ਟ੍ਰੇਨਡ ਫੋਰਸ ਆ ਤੇ ਉਹਨੂੰ ਵੀ ਬਾਰਡਰ ਤੇ ਡਿਪਲੋਏ ਕੀਤਾ ਜਾ ਸਕਦਾ ਹੈ। ਪਰ ਜੇ CRPF ਬਾਰਡਰ ਤੇ ਡਿਪਲੋਏ ਹੁੰਦੀ ਹੈ, ਇੰਟਰਨਲ ਕ੍ਰਾਈਸਿਸ ਨੂੰ ਕੌਣ ਹੈਂਡਲ ਕਰੂਗਾ? ਸੋ ਇਹਦਾ ਮਤਲਬ ਇਹ ਆ ਵੀ ਉਹ ਇੱਕ ਨਵੀਂ ਫੌਜ ਖੜੀ ਕਰ ਰਹੇ ਨੇ ਜਿਹੜੀ ਮੌਕੇ ਤੇ ਕੰਮ ਆ ਸਕੇ। ਤੇ ਉਹ 4 ਸਾਲ ਉਹਨਾਂ ਨੇ ਆਈਡੀਆ ਲਿਆ ਵੀ 4 ਸਾਲ ਬਾਅਦ ਅਸੀਂ ਇਹਨਾਂ ਨੂੰ ਰਿਲੀਜ਼ ਕਰ ਦਿਆਂਗੇ। ਜੇ ਜੰਗ ਚੱਲੂਗੀ ਤੇ ਲੰਮਾ ਰੱਖਾਂਗੇ, ਜੇ ਨਹੀਂ ਤੇ ਰਿਲੀਜ਼ ਕਰ ਦਿਆਂਗੇ, ਕਿਉਂਕਿ ਕੋਈ ਪੈਨਸ਼ਨ ਨਹੀਂ, ਕੋਈ ਕੁਛ ਨਹੀਂ। ਉਹਦਾ ਕਾਰਨ ਹੀ ਹੈ ਵੀ ਉਹ ਸਿਰਫ ਇੱਕ ਜੰਗ ਵਾਸਤੇ ਕਰ ਰਹੇ ਨੇ। ਸੋ ਸਾਡੇ ਲਈ ਇਹ ਅੰਡਰਸਟੈਂਡ ਕਰਨਾ ਜ਼ਰੂਰੀ ਹੈ ਵੀ ਸਾਡਾ ਨਿਸ਼ਾਨਾ ਹੋਰ ਨੇੜੇ ਆ ਗਿਆ, ਜਿਹੜਾ ਸਾਡਾ ਨਿਸ਼ਾਨਾ ਹੈ। ਸੋ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਬਹੁਤਾ ਇੰਪੋਰਟੈਂਟ ਇਸ਼ੂ ਹੈ ਵੀ ਕਿਸੇ ਨੇ ਭਰਤੀ ਹੋਣਾ ਜਾਂ ਨਹੀਂ ਹੋਣਾ। ਹੋ ਸਕਦਾ ਸਿੱਖ ਜਿੱਥੇ ਵੀ ਭਰਤੀ ਹੋਵੇ ਉਹ ਇਹ ਗੱਲ ਚੇਤਾ ਰੱਖ ਲਿਆ ਆਪਣੀ ਵੀ ਜਿੱਦਣ ਸਵਾਲ ਸਿੱਖ ਵਰਸਸ ਇੰਡੀਆ ਬਣਿਆ, ਉਦਣ ਚਾਹੇ ਸਿੱਖ ਨੇ ਵਰਦੀ ਪਾਈ ਹੈ ਫੌਜ ਦੀ, ਚਾਹੇ ਦੂਜੀ, ਉਹਨਾਂ ਨੂੰ ਇਹ ਚੂਜ਼ ਕਰਨਾ ਪੈਣਾ। ਜਿਨ੍ਹਾਂ ਨੇ ਸਿੱਖੀ ਚੂਜ਼ ਕੀਤੀ ਉਹ ਤੇ ਬਚ ਜਾਣਗੇ, ਜਿਨ੍ਹਾਂ ਨੇ ਨਹੀਂ ਕੀਤੀ ਉਹ ਮਾਰੇ ਜਾਣਗੇ। ਈਵਨ ਦੋ ਜਿਹੜੇ ਹਿੰਦੁਸਤਾਨ ਨੂੰ ਵੱਡੀਆਂ ਵੱਡੀਆਂ ਜੰਗਾਂ ਜਿਤਾਉਣ ਵਾਲੇ ਜਰਨੈਲ ਸੀ ਨਾ, ਜਨਰਲ ਜਗਜੀਤ ਸਿੰਘ ਅਰੋੜਾ ਸੀ, ਏਅਰ ਮਾਰਸ਼ਲ ਅਰਜਨ ਸਿੰਘ ਸੀ, ਇਹਨਾਂ ਦੇ ਘਰਾਂ ਦੇ ਉੱਤੇ ਵੀ ਭੀੜਾਂ ਨੇ ਹਮਲੇ ਕੀਤੇ ਆ 84 ਦੇ ਵਿੱਚ। ਸੋ ਇਹ ਆਪਾਂ ਅਹਿਸਾਸ ਨਾ ਕਰੀਏ, ਜਿਹੜਾ ਨਾ ਹੁੰਦਾ ਨਾ ਵੀ ਭੁਲੇਖਾ ਨਾ ਰੱਖੀਏ ਵੀ ਇਹ ਹਿੰਦੂ ਜਿਹੜੇ ਆ ਸਾਡੇ ਨਾਲ ਜੰਗੀ ਕਰਨਗੇ। ਸੋ ਇਹ ਆ ਵੀ ਭਰਤੀ ਹੋਣ ਤੋਂ ਆਪਾਂ ਨਹੀਂ ਕਹਿੰਦੇ ਭਰਤੀ ਹੋ ਜਾਣਾ, ਹੋ ਜਿਹਨੇ ਹੋਣਾ ਹੋ ਜਾਵੇ, ਪਰ ਦਿਲ 'ਚ ਇਹ ਅਹਿਸਾਸ ਜ਼ਰੂਰ ਰੱਖੋ ਵੀ ਬੰਦੂਕ ਵੀ ਤੁਹਾਡੇ ਹੱਥ 'ਚ ਹਿੰਦੁਸਤਾਨ ਦੀ ਹੋ ਸਕਦੀ ਹੈ, ਵਰਦੀ ਵੀ ਤੁਹਾਡੇ ਗਲ ਹਿੰਦੁਸਤਾਨ ਦੀ ਹੋ ਸਕਦੀ ਹੈ। ਪਰ ਜੇ ਹਿੰਦੁਸਤਾਨ ਦੀ ਫੌਜ, ਮੈਂ ਤੁਹਾਨੂੰ ਇਹਦੀ ਇੱਕ ਸਿੰਪਲ ਐਗਜ਼ਾਮਪਲ ਦਿੰਦਾ, ਕਿਸੇ ਹਿੰਦੁਸਤਾਨ ਦੇ ਫੌਜੀ ਨੂੰ
ਹਿੰਦੁਸਤਾਨ ਦੀ ਹਕੂਮਤ ਤੇ ਹੁਕਮ ਦੇਵੇ ਵੀ ਤੂੰ ਆਪਣੇ ਘਰ ਦੇ ਉੱਤੇ ਹਮਲਾ ਕਰਕੇ ਆਪਣੀ ਧੀਆਂ ਭੈਣਾਂ ਦੀ ਬੇਇੱਜ਼ਤੀ ਕਰੂਗਾ? ਨਹੀਂ ਕਰੂਗਾ। ਸੋ ਕੌਮ ਨੂੰ ਆਪਣਾ ਘਰ, ਕੌਮ ਦੀਆਂ ਧੀਆਂ ਭੈਣਾਂ ਨੂੰ ਆਪਣੀਆਂ ਧੀਆਂ ਭੈਣਾਂ ਸਮਝੋ, ਕੌਮ ਦੇ ਗੁਰੂ ਘਰਾਂ ਨੂੰ ਆਪਣਾ ਘਰ ਸਮਝੋ। ਜੇ ਹਿੰਦੁਸਤਾਨ ਦੀ ਹਕੂਮਤ ਇਹੋ ਜਿਹਾ ਹੁਕਮ ਜਾਰੀ ਕਰਦੀ ਹੈ ਤੇ ਜਿਹੜੇ ਹਥਿਆਰ ਉਹਨਾਂ ਤੁਹਾਨੂੰ ਫੜਾਏ ਆ, ਕੋਈ ਮਸਲਾ ਲਿਖ ਕੇ ਨਹੀਂ ਦਿੱਤਾ ਹੋਇਆ ਵੀ ਉਹਨਾਂ ਦੇ ਖਿਲਾਫ ਨਹੀਂ ਵਰਤੇ ਜਾ ਸਕਦੇ। ਤੁਹਾਨੂੰ ਮੈਂ ਅੱਗੇ ਵੀ ਦੱਸਿਆ, ਟੂਲ ਹੁੰਦਾ, ਜਿਹਦੇ ਹੱਥ ਚ ਆ ਜੇ ਉਹਦਾ ਹੋ ਜਾਂਦਾ। ਸੋ ਇਹ ਨੌਜਵਾਨਾਂ ਨੂੰ ਇਹ ਚੀਜ਼ ਦਾ ਅਹਿਸਾਸ ਹੋਣਾ ਚਾਹੀਦਾ ਵੀ ਠੀਕ ਹੈ, ਤੁਸੀਂ ਗਰੀਲਾ ਵਾਰਫੇਅਰ ਦੀ ਇੱਕ ਖੂਬਸੂਰਤੀ ਵੀ ਇਹੋ ਹੀ ਹੈ ਕਿ ਹਕੂਮਤ ਜਿਵੇਂ ਜਿਵੇਂ ਆਪ ਡਿਵੈਲਪ ਹੁੰਦੀ ਹੈ ਤੁਹਾਨੂੰ ਵੀ ਡਿਵੈਲਪ ਕਰਦੀ ਜਾਂਦੀ ਹੈ। ਹਕੂਮਤ ਜੇ ਹਕੂਮਤ ਨੇ ਟੈਕਨੀਕਲੀ ਜਿਹੜਾ ਸੀ ਉਹ ਫੋਨ 4G 5G ਟੈਕਨੋਲੋਜੀ ਡਿਵੈਲਪ ਕੀਤੀ ਤੇ ਉਹਦਾ ਯੂਜ਼ ਤੁਸੀਂ ਵੀ ਕਰਨਾ ਹੈ ਜਦੋਂ ਹਕੂਮਤ ਦੇ ਖਿਲਾਫ ਜੰਗ ਲੜਨੀ ਹੈ। ਤੁਸੀਂ ਇੱਕ ਸੁਸਾਇਟੀ 'ਚ ਰਹਿੰਦੇ ਹੋਏ ਇੱਕ ਉਹ ਐਲੀਮੈਂਟ ਜਿਹਨੂੰ ਤੁਸੀਂ ਆਇਡੈਂਟੀਫਾਈ, ਹੁਣ ਹਕੂਮਤ ਕੋਲ ਤੇ ਇੱਕ ਗਰੀਲਾ ਵਾਰਫੇਅਰ ਦਾ ਇੱਕ ਆਮ ਜਿਹੜਾ ਸਭ ਤੋਂ ਵੱਡੀ ਐਡਵਾਂਟੇਜ ਹੈ ਵੀ ਤੁਹਾਡੀ ਕੋਈ ਵਰਦੀ ਨਹੀਂ ਹੋਣੀ, ਤੁਹਾਡਾ ਕੋਈ ਨਿਸ਼ਾਨ ਨਹੀਂ ਹੋਣਾ। ਹਕੂਮਤ ਦੀ ਸਾਰੀਆਂ ਵਰਦੀਆਂ ਹੋਣਗੀਆਂ, ਉਹਦੇ ਬੇਸ ਕਿੱਥੇ ਆ ਸਾਰਾ ਕੁਝ ਤੁਹਾਨੂੰ ਪਤਾ ਹੋਊਗਾ। ਸੋ ਸਾਨੂੰ ਅੱਜ ਦੇ ਸਮੇਂ 'ਚ ਜਿਹੜੇ ਨੌਜਵਾਨ ਭਰਤੀ ਹੋਣਾ ਚਾਹੁੰਦੇ ਆ ਜਾਂ ਜੋ ਕੁਛ ਵੀ ਕਰਨਾ ਚਾਹੁੰਦੇ ਆ ਉਹ ਕਰਨ ਜੀ ਸਦਕੇ। ਪਰ ਇੱਕ ਚੀਜ਼ ਜ਼ਰੂਰ ਚੇਤਾ ਰੱਖਣ ਵੀ ਲਕੀਰ ਜਿਹੜੀ ਖਿੱਚੀ ਗਈ ਹੈ 84 ਦੇ ਵਿੱਚ ਏਡੀ ਵੱਡੀ, ਤੁਸੀਂ ਉਹਦੇ ਇੱਧਰਲੇ ਪਾਸੇ ਖੜੇ ਹੋਣਾ। ਕਦੀ ਉਧਰ ਟੱਪ ਕੇ ਜਾਓਗੇ ਤੇ ਫਿਰ ਆਪਣੇ ਆਪ ਨੂੰ ਸਿੱਖ ਗਵਾਉਣਾ ਤੇ ਛੱਡ ਹੀ ਦਿਓ। ਫਿਰ ਚੰਗੇ ਸਿੱਖ, ਮਾੜੇ ਸਿੱਖ, ਨੈਸ਼ਨਲਿਸਟ ਸਿੱਖ, ਕੋਈ ਸਿੱਖ ਸੁੱਖ ਨਹੀਂ ਹੁੰਦਾ ਉੱਥੇ। ਲਕੀਰ ਦੇ ਇਸ ਪਾਸੇ ਖੜਿਆ ਬੰਦਾ ਸਿੱਖ ਹੈ, ਮਾੜਾ ਚੰਗਾ ਤਾਂ ਵੀ ਸਿੱਖ ਬਣ ਸਕਦਾ। ਜਿਹੜਾ ਉਸ ਪਾਸੇ ਖੜਿਆ ਉਹ ਭਾਵੇਂ ਸਵੇਰੇ ਉੱਠ ਕੇ 5 ਬਾਣੀਆਂ ਪੜ੍ਹਦਾ ਹੋਵੇ, ਉਹਨੂੰ ਸਿੱਖ ਨਹੀਂ ਗਿਣਿਆ ਜਾ ਸਕਦਾ। ਆ ਜਿਹੜੇ ਇੱਥੇ ਹੈਗੇ ਸੀ ਕਈ ਜਿਹੜੇ ਪੁਲਿਸ ਅਫਸਰ ਬੁੱਚੜ ਕੇ KPS ਗਿੱਲ ਵੀ ਕਹਿੰਦਾ ਰਿਹਾ ਵੀ ਮੈਂ ਵੀ 5 ਬਾਣੀਆਂ ਪੜ੍ਹਦਾ ਰਿਹਾ। ਸੋ ਇਹ ਚੀਜ਼ ਦਾ ਅਹਿਸਾਸ ਕਰਨਾ ਚਾਹੀਦਾ। ਬਾਕੀ ਭਰਤੀ ਕੋਈ ਏਡਾ ਵੱਡਾ ਮਸਲਾ ਨਹੀਂ ਹੈਗਾ। ਉਹ ਜੰਗ ਦੀ ਤਿਆਰੀ ਆ, ਉਹ ਲੋਕਾਂ ਨੂੰ ਦੱਸ ਤੇ ਸਕਦੇ ਨਹੀਂ ਵੀ ਅਸੀਂ ਜੰਗ ਜਿਹੜੀ ਉਹ ਟਾਲੀ ਨਹੀਂ ਜਾ ਸਕਦੀ। ਹਾਂਜੀ, ਤੇ ਫਿਲਹਾਲ ਤਾਂ ਇੰਨੇ ਕੁ ਕੁਐਸਚਨ ਆਏ ਆਪਣੇ ਕੋਲ ਬੈਕ ਆਫ ਦਾ ਚੈਨਲ, ਤੇ ਜੇ ਕਿਸੇ ਹੋਰ ਵੀਰ ਭੈਣ ਨੇ ਥੱਲੇ ਕੋਈ ਕੁਐਸਚਨ ਹੋਰ ਭੇਜਣਾ ਤਾਂ ਭੇਜ ਸਕਦੇ ਹੋ। ਮੇਰੇ ਖਿਆਲ ਦੇ ਨਾਲ ਨਾ ਆਪਾਂ ਇਹਨੂੰ ਹੁਣ ਕਨਕਲੂਡ ਵੀ ਕਰਨਾ ਤੇ ਜਿਹੜੇ ਆਖਰੀ ਮੈਂ ਫਿਰ ਇਲੈਕਸ਼ਨ ਦੀ ਗੱਲ ਕਰਨੀ ਹੈ ਉਹ ਇਹ ਹੈ ਵੀ ਇਹਨੂੰ ਤੁਸੀਂ ਇਲੈਕਟਰਲ ਪੋਲਿਟਿਕਸ ਦੇ ਵਿੱਚ ਇੱਕ ਲੜੀ ਜਾ ਰਹੀ ਲੜਾਈ ਵਜੋਂ ਨਾ ਵੇਖ ਕੇ ਇਹਨੂੰ ਆਪਣੀ ਜਿਹੜੀ ਐਗਜ਼ਿਸਟੈਂਸ ਹੈ ਉਹ ਰਿਅਲਾਈਜੇਸ਼ਨ ਦਾ ਜਿਹੜਾ ਮੋਡ ਹੁੰਦਾ ਕਿਸੇ ਵੀ ਕੌਮ ਦੇ ਵਿੱਚ ਵੀ ਅਸੀਂ ਰਿਅਲਾਈਜ਼ ਕਰਕੇ ਤੇ ਉਸ ਤੋਂ ਬਾਅਦ 'ਚ ਉਸ ਪਾਸੇ ਨੂੰ ਤੁਰਨਾ, ਉਹ ਸਾਰੇ ਰੂਪ 'ਚ ਵੇਖੀਏ, ਨਾ ਕਿ ਇਹਨੂੰ ਇਕੱਲਾ ਇੱਕ ਛੋਟੀ ਜਿਹੀ ਲੜਾਈ ਦੇ ਰੂਪ 'ਚ ਵੇਖੀਏ। ਸੋ ਇਹ ਸਿਮਰਜੀਤ ਸਿੰਘ ਮਾਨ ਦੀ ਗੱਲ ਨਹੀਂ ਹੈਗੀ। ਤੁਹਾਡੀ ਉਹਨਾਂ ਅਸਹਿਮਤੀ ਜਾਂ ਸਹਿਮਤੀ ਹੋ ਸਕਦੀ ਹੈ ਕਿਸੇ ਮੌਕੇ ਦੇ ਉੱਤੇ, ਕਈ ਗੱਲਾਂ ਤੇ ਤੁਹਾਡੀ ਉਹਨਾਂ ਸਹਿਮਤੀ ਹੋ ਸਕਦੀ ਹੈ, ਕਈ ਬਿਆਨਾਂ ਤੇ ਤੁਹਾਡੀ ਸਹਿਮਤੀ ਹੋ ਸਕਦੀ ਹੈ, ਪਰ ਇਹ ਆ ਵੀ ਲਕੀਰ ਦੇ ਉਰਲੇ ਪਾਸੇ ਖੜਾ ਕੌਣ ਆ ਤੇ ਪਰਲੇ ਪਾਸੇ ਕੌਣ ਖੜਾ, ਇਹਦੀ ਕਲੈਰਿਟੀ ਤੁਹਾਨੂੰ ਹੈਗੀ ਹੈ। ਖਾਲਿਸਤਾਨ ਦੀ ਗੱਲ ਕਰਨ ਵਾਲੇ ਬੰਦੇ ਦਾ ਸਾਥ ਦਿਓ, ਚਾਹੇ ਕੋਈ ਵੀ ਹੋਵੇ। ਹਾਂ, ਸਾਥ ਦੇਣਾ ਅੰਨੇ ਹੋ ਕੇ ਨਹੀਂ ਦੇਣਾ। ਜਿੱਦਣ ਉਹ ਖਾਲਿਸਤਾਨ ਦੇ ਵਿਰੋਧ 'ਚ ਭੁਗਤੇ ਜਾਂ ਉਹਦੀ ਐਕਟੀਵਿਟੀ ਕੋਈ ਖਾਲਿਸਤਾਨ ਦੇ ਵਿਰੋਧ 'ਚ ਨਜ਼ਰ ਆਵੇ ਉਦੋਂ ਉਹਨੂੰ ਕੋਈ ਗ੍ਰਿਲ ਵੀ ਕਰੋ ਚੰਗੀ ਤਰ੍ਹਾਂ। ਕਿਸੇ ਦਾ ਲਿਹਾਜ਼ ਨਹੀਂ ਕਰਨਾ, ਕਿਉਂਕਿ ਕੌਮ ਉਸ ਪੋਜੀਸ਼ਨ 'ਚ ਨਹੀਂ ਹੈਗੀ ਵੀ ਉਹ ਮਿਸਟੇਕਸ ਕਰੇ। ਕੌਮ ਉਸ ਪੋਜੀਸ਼ਨ 'ਚ ਨਹੀਂ ਹੈਗੀ ਵੀ ਉਹ ਬਾਰ-ਬਾਰ ਬਲੰਡਰ ਕਰਦੀ ਫਿਰੇ, ਉਹ ਬਾਰ-ਬਾਰ ਇਹਨਾਂ ਨੂੰ escape ਰੂਟ ਦਿੰਦੀ ਫਿਰੇ, ਹਨਾ। ਜਿਵੇਂ ਬਾਦਲ ਨੂੰ ਸੋਨੇ ਦੇ ਬਣ ਕੇ ਆਉਣਗੇ, ਉਹਨੂੰ ਕਿ ਠੀਕ ਆ ਅਸੀਂ ਤੁਹਾਨੂੰ ਮਾਰਦੇ ਕੁੱਟਦੇ ਨਹੀਂ। ਮਤਲਬ ਇੰਨਾ ਹੀ ਕੌਮ ਆਸਾਨ ਕਰ ਸਕਦੀ ਬਾਦਲਾਂ ਦੇ ਵੀ ਇਹਨਾਂ ਨੂੰ ਛਤਰ ਨਹੀਂ ਫਿਰਦੀ। ਹੋਰ ਇਹਨਾਂ ਨਾਲ ਕੋਈ ਵਾਅਦਾ ਨਹੀਂ ਕਰਨ ਦੀ ਲੋੜ ਹੈਗੀ ਕਿਸੇ ਨੂੰ। ਤੁਹਾਨੂੰ ਵੋਟਾਂ ਪਾਵਾਂਗੇ, ਕੋਈ ਬੀਬੀ ਜੀ ਤੁਰੀ ਫਿਰਦੀ ਹੈ ਕਿ ਮੈਂ ਭਾਈ ਰਾਜਵਾਨੀ ਦੀ ਕਹਿੰਦੀ ਭੈਣ ਆ, ਮੂੰਹ ਬੋਲੀ ਭੈਣ ਤੇ ਕਹਿੰਦੀ ਹੈਗੀ ਆ ਮੈਂ, ਉਹਨੂੰ ਵੀ ਥੋੜ੍ਹੀ ਬਹੁਤੀ ਸ਼ਰਮ ਆਉਣੀ ਚਾਹੀਦੀ ਹੈ। ਕਿਵੇਂ ਉਹ ਬੰਦੀ ਸਿੰਘਾਂ ਦੇ ਨਾਂ ਤੇ ਇਮੋਸ਼ਨਲੀ ਮੈਨੀਪੂਲੇਟ ਕਰ ਰਹੀ ਹੈ ਲੋਕਾਂ ਨੂੰ, ਜਾਂ ਕੋਸ਼ਿਸ਼ ਕਰ ਰਹੀ ਹੈ ਮਤਲਬ ਇੱਕ ਜਿਹੜੀ ਅਟੈਂਪਟ ਆ, ਫੇਲਡ ਅਟੈਂਪਟ ਆ। ਬੰਦੀ ਸਿੰਘ ਉਹਨੂੰ ਕਿਹਾ ਵੀ ਜਦੋਂ ਬਾਦਲ ਗੌਰਮੈਂਟ ਦੇ ਵਿੱਚ ਸੀ ਉਦੋਂ ਇਹਨਾਂ ਨੂੰ ਬੰਦੀ ਸਿੰਘ ਨਹੀਂ ਚੇਤਾ ਹੈ। ਉਦੋਂ ਇਹ ਕਹਿੰਦੇ ਵੀ ਪ੍ਰੋਫੈਸਰ ਭੁੱਲਰ ਜਿਹੜਾ ਵਾ ਇਹਦਾ ਦਿਮਾਗ ਖਰਾਬ ਹੈ। ਉਦੋਂ ਕਹਿੰਦੇ ਸੀ ਜਗਤਾਰ ਸਿੰਘ ਹਵਾਰਾ ਅੱਤਵਾਦੀ ਹੈ। ਉਦੋਂ ਇਹਨੂੰ ਬੰਦੀ ਸਿੰਘ ਨਹੀਂ ਚੇਤਾ ਆ ਗਿਆ ਬਾਦਲਾਂ ਨੂੰ। ਹੁਣ ਜਦੋਂ ਸਰਕਾਰ ਤੋਂ ਬਾਹਰ ਗਏ ਆ, ਪਾਵਰ ਤੋਂ ਬਾਹਰ ਗਏ ਆ, ਹੁਣ ਇਹਨਾਂ ਨੂੰ ਬੰਦੀ ਸਿੰਘ ਚੇਤਾ ਆ ਗਏ। ਇਹੋ ਹੀ ਬੀਬੀ ਦੇ ਖਿਲਾਫ ਬਾਦਲਾਂ ਨੇ ਆਪਣਾ ਕੈਂਡੀਡੇਟ ਖੜਾ ਕੀਤਾ 2014 ਦੇ ਵਿੱਚ। ਉਦੋਂ ਨਹੀਂ ਇਹਨਾਂ ਨੂੰ ਚੇਤਾ ਆਇਆ ਵੀ ਬੰਦੀ ਸਿੰਘ ਕੌਣ ਹੈ। ਇਹ ਮਾਨ ਦੇ ਘਰ ਜਾ ਕੇ ਫੋਟੋ ਪਾ ਕੇ ਇਹਨਾਂ ਨੂੰ ਵਿਵਾਦ ਖੜਾ ਕੀਤਾ ਵੀ ਅਸੀਂ ਦੇਖੋ ਜੀ, ਉੱਥੇ ਜਾ ਕੇ ਮਾਨ ਨੂੰ ਕਹਿੰਦੇ ਵੀ ਤੁਸੀਂ ਬਹਿ ਜਾਓ, ਤੁਸੀਂ ਇਲੈਕਸ਼ਨ ਨਾ ਲੜੋ, ਇਹ ਲੜਨਗੇ। ਮਤਲਬ ਉਸ ਬੀਬੀ ਦੇ ਕੋਲ ਕੀ ਕਪੈਸਿਟੀ ਆ ਵੀ ਉਹ ਕਿਸੇ ਪਾਰਲੀਮੈਂਟ 'ਚ ਖਲੋ ਕੇ ਬੋਲਣ ਜੋਗੀ ਹੈਗੀ ਆ।
ਆਪਾਂ ਐਵੇਂ ਇਮੋਸ਼ਨਲ ਹੋ ਕੇ ਠੀਕ ਹੈ ਪਰਿਵਾਰ ਬੰਦੀ ਸਿੰਘਾਂ ਦੀ ਕੁਰਬਾਨੀ ਹੈਗੀ ਆ, ਪਰ ਇਹ ਨਹੀਂ ਮਤਲਬ ਉਹਨਾਂ ਦਾ ਕੋਈ ਪਰਿਵਾਰ ਦਾ ਜੀ ਉੱਠ ਕੇ ਨੌਨਸੈਂਸ ਗੱਲਾਂ ਕਰਨ ਲੱਗ ਪਏ ਤੇ ਆਪਾਂ ਕਹੀਏ ਵੀ ਕੋਈ ਕਹਿਣਾ ਨਹੀਂਗਾ। ਸ਼ਹੀਦਾਂ ਦੀ, ਬੰਦੀ ਸਿੰਘਾਂ ਦੇ ਪਰਿਵਾਰਾਂ ਦੀ ਕਦਰ ਉਹਨਾਂ ਚਿਰ ਹੀ ਆ ਜਿੰਨਾ ਚਿਰ ਉਹ ਪੰਥਕ ਰਾਹਾਂ ਤੇ ਤੁਰਦੇ ਆ। ਜਿੱਦਣ ਉਹ ਨੌਨਸੈਂਸ ਗੱਲਾਂ ਕਰਨੀਆਂ ਸ਼ੁਰੂ ਕਰ ਦੇਣ ਤੇ ਫਿਰ ਹੁਣ ਭਾਈ ਅਮਰੀਕ ਸਿੰਘ ਦਾ ਸਕਾ ਭਰਾ ਵਾ ਮਨਜੀਤ ਸਿੰਘ, ਕਿੰਨੀ ਕੁ ਪੰਥ ਚੋਂ ਦੀ ਇੱਜ਼ਤ ਆ ਪਤਾ ਨਹੀਂ ਸਾਨੂੰ, ਕਿਉਂ ਨਹੀਂ ਹੈਗੀ ਇਹ ਵੀ ਪਤਾ ਹੋਣਾ ਚਾਹੀਦਾ। ਸੰਤ ਕਰਤਾਰ ਸਿੰਘ ਦਾ ਪੁੱਤਰ ਹੈ ਭਾਈ ਅਮਰੀਕ ਸਿੰਘ, ਸ਼ਹੀਦ ਭਾਈ ਅਮਰੀਕ ਸਿੰਘ ਦਾ ਭਰਾ ਹੈ, ਪਰ ਪੰਥ ਦੇ ਵਿੱਚ ਕੋਈ ਇੱਜ਼ਤ ਨਹੀਂ। ਕਿਉਂ ਨਹੀਂ ਹੈਗੀ? ਕਰਤੂਤਾਂ ਕਰਕੇ ਹੈ। ਸੋ ਇਸ ਕਰਕੇ ਕਿਸੇ ਨੇ ਬੈ ਨਹੀਂ ਕਰਾਇਆ ਹੁੰਦਾ ਪੰਥ। ਸ਼ਹੀਦੀ ਦਿੱਤੀ ਹੈ ਜਿਹਨੇ ਦਿੱਤੀ, ਉਹਨੇ ਪੰਥ ਵਾਸਤੇ ਦਿੱਤੀ, ਉਹਨੇ ਪਰਿਵਾਰ ਤੋਂ ਉੱਪਰ ਉੱਠ ਕੇ ਸ਼ਹੀਦੀ ਦਿੱਤੀ ਹੁੰਦੀ ਹੈ। ਤੇ ਪਰਿਵਾਰ ਵਾਲੇ ਉੱਠ ਕੇ ਮੂੰਹ ਚੁੱਕ ਕੇ ਪੰਥ ਵਿਰੋਧੀ ਗੱਲਾਂ ਵੀ ਕਰਦੇ ਫਿਰਨ ਤੇ ਇਹ ਵੀ ਕਹਿਣ ਵੀ ਸਾਡੇ ਖਿਲਾਫ ਕੋਈ ਬੋਲ ਨਹੀਂ ਸਕਦਾ, ਇਹਨੂੰ ਕਿ ਏਦਾਂ ਨਹੀਂ ਕੰਮ ਹੁੰਦਾ। ਜਿਹੜਾ ਬੰਦਾ ਅੱਜ ਇਸ ਜਿਹੜੀ ਪੰਥਕ ਰਾਜਨੀਤੀ ਜਿਹੜੀ ਹੈ ਮੁੜ ਸੁਰਜੀਤ ਹੋ ਰਹੀ ਹੈ, ਇਹਦੇ ਬੂਟੇ ਨੂੰ ਵੱਢਣ ਦੀ ਤਿਆਰੀ ਕਰ ਰਿਹਾ, ਚਾਹੇ ਉਹ ਕਮਲਦੀਪ ਕੌਰ ਹੈ, ਉਹਦਾ ਨਾਮ ਨਹੀਂ ਚੇਤਾ ਨਹੀਂ ਪ੍ਰੋਪਰਲੀ, ਭਾਈ ਰਾਜੂਆਣੀ ਦੀ ਮੂੰਹ ਬੋਲੀ ਭੈਣ ਹੈ ਚਾਹੇ ਦੂਜਾ ਕੋਈ ਵੀ ਹੈ, ਉਸ ਬੰਦੇ ਨਾਲ ਸਖਤੀ ਨਾਲ ਜਿੱਠੋ, ਉਹਨੂੰ ਕਹਾਂ ਵੀ ਨਹੀਂ, ਤੁਸੀਂ ਜੇ ਸਤਿਕਾਰ ਚਾਹੁੰਦੇ ਜੋ ਬੰਦੀ ਸਿੰਘਾਂ ਦੇ ਪਰਿਵਾਰ ਹੋਣ ਦਾ ਸਤਿਕਾਰ ਜਿਹੜਾ ਤੁਹਾਡਾ ਬਣਦਾ, ਚੁੱਪ ਕਰਕੇ ਘਰ ਬਹਿ ਜਾਓ। ਜੇ ਕੋਈ ਨੌਨਸੈਂਸ ਗੱਲਾਂ ਕੀਤੀਆਂ ਤਾਂ ਫਿਰ ਬੇਇੱਜ਼ਤੀ ਵੀ ਕਰਾਉਣ ਲਈ ਤਿਆਰ ਰਹੋ। ਮਤਲਬ ਕਿਸੇ ਨੇ ਕੋਈ ਠੇਕਾ ਨਹੀਂ ਲਿਆ ਹੋਇਆ ਵੀ ਤੁਹਾਡਾ ਸਤਿਕਾਰ ਹੀ ਕਰੀ ਜਾਣਾ ਸਾਰੀ ਉਮਰ। ਤੇ ਇੰਨੀਆਂ ਕੀ ਗੱਲਾਂ ਸੀ, ਬਾਕੀ ਬੋਲਦੇ ਆ ਜੇ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਉਹਦੇ ਲਿਖਿਆ ਮੈਂ। ਤੇ ਆਪਣਾ ਜਿਹੜੀ ਤਿਆਰੀ ਆ ਉਹ ਤਿਆਰੀ ਇੰਟਰਨਲੀ ਐਕਸਟਰਨਲੀ ਸਾਰੇ ਪਾਸਿਓਂ ਕਰਨ ਦੀ ਲੋੜ ਹੈ, ਤਿਆਰ ਹੋਣ ਦੀ ਲੋੜ ਹੈ। ਜਿਹੜਾ ਸਮਾਂ ਬਹੁਤ ਨੇੜੇ ਆ, ਗੁਰੂ ਸਾਹਿਬ ਕਿਰਪਾ ਕਰਨਗੇ ਤੇ ਜਿਹੜਾ ਵਾ ਮੌਕਾ ਬਖਸ਼ਣਗੇ ਸਿੱਖਾਂ ਨੂੰ। ਹੁਣ ਸਿੱਖਾਂ ਦੇ ਹੱਥ 'ਚ ਹੈ ਵੀ ਜਿੱਥੇ ਵੀ ਬੈਠੇ ਹੋਣ ਸਿੱਖ ਦੁਨੀਆ ਦੇ ਕਿਸੇ ਵੀ ਕੋਨੇ ਦੇ ਉੱਤੇ, ਉਹ ਕੌਮੀਅਤ ਜਿਹੜੀ ਆ ਉਹਨੂੰ ਆਪਣੀ ਨੂੰ ਸਮਝਣ, ਆਪਣਾ ਫਰਜ਼ ਪਛਾਣਨ, ਨਾ ਕਿ ਜਿਹੜੇ ਨੌਨਸੈਂਸ ਦੀਆਂ ਗੱਲਾਂ ਨੇ ਨਾ ਵੀ ਤੁਸੀਂ ਉੱਥੇ ਕਿਵੇਂ ਫੂਡ ਡਿਸਟਰੀਬਿਊਸ਼ਨ ਕਰਦੇ ਜੋ, ਤੁਸੀਂ ਉੱਥੇ ਕਿਵੇਂ ਗੋਰਿਆਂ ਨੂੰ ਕਿਵੇਂ ਗੋਰੇ ਤੁਹਾਨੂੰ ਕਿਵੇਂ ਚੰਗਾ ਬੋਲ ਰਹੇ ਨੇ, ਇਹ ਸਭ ਗੱਲਾਂ ਨੌਨਸੈਂਸ ਆ। ਮਤਲਬ ਇਹਨਾਂ ਦੀ ਕੋਈ ਲੌਜੀਕਲ ਸੈਂਸ ਨਹੀਂ ਬਣਦੀ, ਕਿਸੇ ਵੀ ਕਮਿਊਨਿਟੀ ਦੇ ਸਰਵਾਈਵਲ 'ਚ ਇਹ ਗੱਲਾਂ ਹੈਲਪ ਨਹੀਂ ਕਰਦੀਆਂ। ਠੀਕ ਹੈ, ਸਾਨੂੰ ਉਹਨਾਂ ਲੋਕਾਂ ਨੂੰ ਪਲੀਜ਼ ਕਰਨ ਦੀ ਲੋੜ ਨਹੀਂ ਜਿਹੜੇ 1960-70 ਤੱਕ ਕਾਲਿਆਂ ਨੂੰ ਸ਼ਰੇਆਮ ਚੌਂਕਾਂ 'ਚ ਫਾਂਸੀਆਂ ਦਿੰਦੇ ਰਹੇ ਤੇ ਉਹਨਾਂ ਦੇ ਬੱਚੇ ਆਣ ਕੇ ਉਹ ਵਹਿੰਦੇ ਹੁੰਦੇ ਸੀ। ਉਹ ਸਾਰਾ ਨਜ਼ਾਰਾ ਵੀ ਬੜੀ ਸੈਲੀਬ੍ਰੇਟ ਕਰਨ ਵਾਲੀ ਗੱਲ ਹੈ। ਉਹਨਾਂ ਲੋਕਾਂ ਨੂੰ ਪਲੀਜ਼ ਕਰਕੇ ਉਹਨਾਂ ਕੋਲੋਂ ਹਿਊਮੈਨਿਟੀ, ਉਹਨਾਂ ਕੋਲੋਂ ਜਿਹੜੇ ਵਧੀਆ ਹਿਊਮਨ ਸੈਕੂਲਰ ਹੋਣ ਦੇ ਸਰਟੀਫਿਕੇਟ ਲੈਣੇ ਤੇ ਬੇਵਕੂਫੀ ਹੈ ਸਾਡੇ ਵਾਸਤੇ। ਸਾਨੂੰ ਲੋੜ ਨਹੀਂ ਹੈਗੀ ਉਸ ਗੱਲ ਦੀ। ਸੋ ਅੱਜ ਜਥੇਦਾਰ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਸੀ, ਠੀਕ ਹੈ, ਜਥੇਦਾਰ ਸਾਹਿਬ ਨਾਲ ਸਾਡੀਆਂ ਸਹਿਮਤੀਆਂ ਹੋ ਸਕਦੀਆਂ, ਪਰ ਜੇ ਕੋਈ ਬੰਦਾ ਬਿਆਨ ਚੰਗਾ ਦਿੰਦਾ ਤੇ ਉਹਦੀ ਬਿਆਨ ਦੀ ਐਪਰੀਸ਼ੀਏਸ਼ਨ ਕਰਦਿਆ ਕਰੋ। ਘੱਟੋ ਘੱਟ ਇੰਨਾ ਕੁ ਆਪਾਂ ਵੀ ਰੱਖੀਏ, ਆਪਾਂ ਬੰਦੇ ਨਾਲੋਂ ਜ਼ਿਆਦਾ ਉਹਦੇ ਮੌਜੂਦਾ ਐਕਸ਼ਨ ਦੇ ਨਾਲ ਜੁੜ ਜਾਈਏ ਤੇ ਚੰਗੀ ਗੱਲ ਹੈ ਮੈਨੂੰ ਲੱਗਦਾ। ਕਿਉਂਕਿ ਬੰਦੇ ਕਦੇ ਵੀ ਬਦਲ ਸਕਦੇ ਆ, ਉਹਨਾਂ ਦੇ ਬਿਆਨ ਦੇ ਤੇ ਨਹੀਂ ਬਦਲਦੇ। ਜਥੇਦਾਰ ਨੇ ਬਿਆਨ ਦਾ ਹਥਿਆਰ ਰੱਖਣੇ ਚਾਹੀਦੇ ਆ। ਉਹਨਾਂ ਨੇ ਕਿਹਾ ਲਾਇਸੈਂਸੀ ਰੋਕੋ। ਮੈਂ ਕਹਿੰਦਾ ਵੀ ਤੁਸੀਂ ਇਹ ਸੋਚੋ ਵੀ ਤੁਹਾਡੇ ਘਰ ਧੀਆਂ ਭੈਣਾਂ ਨੇ, ਉਹਨਾਂ ਦੀ ਪੱਤ ਨੂੰ ਖਤਰਾ ਹੈ, ਫਿਰ ਤੁਸੀਂ ਉਹਨਾਂ ਦੀ ਪੱਤ ਦੀ ਰਾਖੀ ਕਰਨੀ ਹੈ, ਲਾਇਸੈਂਸੀ ਰੱਖ ਕੇ ਕਰ ਲਓ, ਗੈਰ ਲਾਇਸੈਂਸੀ ਉਹ ਤੁਹਾਡੇ ਤੇ ਡਿਪੈਂਡ ਕਰਦਾ। ਹੁਣ ਜੇ ਕੋਈ ਕਹੂਗਾ ਪੁਲਿਸ ਪੜ੍ਹਦੀ ਹੈ ਤੇ ਫਿਰ ਉਹਨੂੰ ਕਹੋ ਵੀ ਪੁਲਿਸ ਪੜ੍ਹਦੀ, ਧੀਆਂ ਭੈਣਾਂ ਆਪਣੀਆਂ ਥਾਣੇ ਛੱਡ ਆਓ ਫਿਰ ਜਾ ਕੇ। ਜੇ ਪੁਲਿਸ ਪੜ੍ਹਨ ਦਾ ਇੰਨਾ ਹੀ ਡਰ ਆ ਤੇ ਫਿਰ ਆਪ ਹੀ ਕਰ ਲਓ ਇਹ ਮਿਹਰਬਾਨੀ ਤੇ ਉਹਨਾਂ ਨੂੰ ਛੱਡ ਆਓ। ਜੇ ਈਤ ਪੱਤ ਦੀ ਉਹਨਾਂ ਦੇ ਕੋਈ ਫਿਕਰ ਨਹੀਂ, ਪਰ ਪੁਲਿਸ ਤੇ ਹੁਣ ਫੜ ਹੀ ਲੈਣੀ। ਪੁਲਿਸ ਨੇ ਤੇ ਕੁਛ ਨਾ ਕੁਛ ਕਾਰਵਾਈਆਂ ਕਰਨੀਆਂ ਹੀ, ਉਹ ਵੀ ਤੇ ਇੱਕ ਸਟੇਟ ਰਨ ਕਰ ਰਹੇ ਆ ਤੇ ਉਹਨਾਂ ਨੇ ਤੇ ਕੁਛ ਨਾ ਕੁਛ ਕਰਨਾ ਹੀ। ਤੁਸੀਂ ਵੇਖੋ ਵੀ ਤੁਸੀਂ ਆਪਣਾ ਬਚਾਅ ਕਿਵੇਂ ਕਰਨਾ, ਆਪਣੇ ਧਰਮ ਦੀ, ਪੰਥ ਦੀ, ਗ੍ਰੰਥ ਦੀ ਰਾਖੀ ਕਿਵੇਂ ਕਰਨੀ ਹੈ। ਇਹ ਤੁਹਾਡੇ ਹੱਥ ਵੱਸ ਹੈ। ਲਾਇਸੈਂਸ ਨਹੀਂ ਦਿੰਦੀ ਹਕੂਮਤ ਤੇ ਨਾ ਦੇਵੇ ਫਿਰ। ਮਤਲਬ ਹਕੂਮਤ ਜਦੋਂ ਸਾਡੇ ਨੌਜਵਾਨਾਂ ਦੇ ਮੁਕਾਬਲੇ ਬਣਾਉਂਦੀ ਸੀ, ਇਹਨਾਂ ਕੋਲ ਕਿਹੜਾ ਲੀਗਲ ਰਾਈਟ ਸੀ ਨੌਜਵਾਨਾਂ ਦਾ ਮੁਕਾਬਲਾ ਬਣਾਉਣ ਦਾ? ਕਿਹੜਾ ਕਨਸਟੀਟਿਊਸ਼ਨ ਦਾ ਜਿਹੜਾ ਕਲੌਜ਼ ਆ ਉਹ ਇਹ ਗੱਲ ਕਹਿੰਦਾ ਵੀ ਕਿਸੇ ਨੌਜਵਾਨ ਦਾ ਫੜ ਕੇ ਮੁਕਾਬਲਾ ਬਣਾਇਆ ਜਾ ਸਕਦਾ? ਕੋਈ ਹੈਗਾ ਇਹੋ ਜਿਹਾ ਲਿਖਿਆ ਹੋਇਆ ਕਨਸਟੀਟਿਊਸ਼ਨ? ਨਹੀਂ ਨਾ ਲਿਖਿਆ। ਹਕੂਮਤ ਕਾਨੂੰਨ ਤੋੜੇ ਤੇ ਠੀਕ ਆ, ਸਿੱਖ ਲਾਇਸੈਂਸੀ ਗੈਰ ਲਾਇਸੈਂਸੀ ਉਹ ਕੋਈ ਨਹੀਂ। ਸਾਡਾ ਮਕਸਦ ਧੀਆਂ ਭੈਣਾਂ ਦੀ ਰਾਖੀ ਕਰਨਾ ਹੈ, ਪੰਥ ਦੀ, ਗ੍ਰੰਥ ਦੀ ਰਾਖੀ ਕਰਨਾ, ਆਜ਼ਾਦੀ ਦਾ ਸੰਘਰਸ਼ ਲੜਨਾ ਹੈ। ਜੇ ਇਹ ਸਾਰਾ ਕੁਝ ਲਾਇਸੈਂਸੀ ਤਰੀਕੇ ਨਾਲ ਲੜਿਆ ਜਾਊਗਾ ਤੇ ਲੜਾਂਗੇ, ਜੇ ਨਾ ਉਹ ਤਾਂ ਫਿਰ ਗੈਰ ਲਾਇਸੈਂਸੀ ਨਜਾਇਜ਼ ਸਾਰਾ ਕੁਝ ਹੀ ਸਾਨੂੰ ਮਨਜ਼ੂਰ ਹੈ। ਸਾਨੂੰ ਮਤਲਬ ਕੋਈ ਇਹ ਬਹੁਤਾ ਵੱਡਾ ਕੋਈ ਇਸ਼ੂ ਨਹੀਂ ਹੈਗਾ। ਹਾਂਜੀ, ਇੰਨੀਆਂ ਕਿ ਬੇਨਤੀਆਂ ਸੀ। ਮਿਹਰਬਾਨੀ ਬਹੁਤ ਬਹੁਤ ਸੰਗਤ ਦਾ ਜੁੜਨ ਵਾਸਤੇ। ਕਾਫੀ ਦਿਨ ਹੋ ਗਏ ਸੀ ਆਪਾਂ, ਮੈਂ ਕੋਸ਼ਿਸ਼ ਕਰੂੰਗਾ, ਥੋੜਾ ਬਿਜ਼ੀ ਸੀ। ਹੁਣ ਵੀਕਲੀ ਆਪਾਂ ਗੱਲਬਾਤ ਕਰ ਲਿਆ ਕਰਾਂਗੇ ਤੇ ਜੇ ਕੋਈ ਗੱਲਬਾਤ ਗਲਤ ਹੋਈ ਹੋਵੇ ਤਾਂ ਉਹਦੇ ਲਈ ਮਾਫੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।